ਕਾਲੇ ਪਾਣੀ ਦੀਆਂ ਕਾਲ ਕੋਠੜੀਆਂ, ਇਸ ਦੇ ਵਿੱਚ ਕਿੱਦਾਂ ਕੈਦੀ ਰਹਿੰਦੇ ਸੀਗੇ, ਕਿਵੇਂ ਦੀਆਂ ਕਾਲ ਕੋਠੜੀਆਂ ਹੁੰਦੀਆਂ ਸੀਗੀਆਂ, ਕਿਸ ਤਰੀਕੇ ਦੇ ਨਾਲ ਤਸ਼ੱਦਦ ਉਹਨਾਂ ਨੂੰ ਦਿੱਤਾ ਜਾਂਦਾ ਸੀ। ਔਰ ਇਹ ਪਨਿਸ਼ਮੈਂਟ ਡਰੈਸ ਸੀਗੀ, ਇਹ ਡਰੈਸ ਵੀ ਪੂਰੀ ਤਰੀਕੇ ਦੇ ਨਾਲ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਜਕੜ ਦਿੱਤਾ ਜਾਂਦਾ ਸੀਗਾ। ਪੂਰਾ ਦਾ ਪੂਰਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਸੀ। 30 ਫੁੱਟ ਉੱਚੀਆਂ ਜਿਹੜੀਆਂ ਦੀਵਾਰਾਂ ਨੇ ਉਹਨਾਂ ਦੇ ਨਾਲ ਉਹ ਪ੍ਰੋਟੈਕਟ ਕੀਤਾ ਜਾਂਦਾ ਸੀ ਤਾਂ ਕਿ ਲੰਘ ਕੇ ਕੋਈ ਬਾਹਰ ਨਾ ਜਾ ਸਕੇ, ਭੱਜ ਨਾ ਸਕੇ ਛੇਤੀ। ਇਸ ਤਰੀਕੇ ਦੇ ਤਸੀਹੇ ਦਿੱਤੇ ਜਾਂਦੇ ਸੀ ਕਿ ਆਪ ਮੁਹਾਰੇ ਹੀ ਇਨਸਾਨ ਬਿਨਾਂ ਕੱਪੜਿਆਂ ਦੇ ਰਹਿਣਾ, ਗਰਮੀ ਸਰਦੀ ਆਪਣੇ ਉੱਪਰ ਹੰਢਾ ਲੈਣਾ, ਖੁਦਕੁਸ਼ੀ ਕਰ ਲੈਣਾ, ਭੁੱਖਾਂ 'ਚ ਕੱਟ ਲੈਣਾ ਔਰ ਮਰ ਜਾਣਾ ਪਸੰਦ ਕਰਦਾ ਸੀ ਉਸ ਸੈਲੂਲਰ ਜੇਲ੍ਹ ਤੋਂ। ਇੰਨੇ ਤਸ਼ੱਦਦ ਵਾਲੀਆਂ ਜੇਲ੍ਹਾਂ ਸੀ ਜਿੱਥੇ ਇਸ ਸ਼ਹੀਦ ਨੇ ਆਪਣਾ ਜੀਵਨ ਬਿਤਾਇਆ ਔਰ ਉੱਥੋਂ ਦੇ ਲੋਕਾਂ ਦੀ ਸੇਵਾ ਵੀ ਕੀਤੀ। ਕੜਿੱਕੀ ਜਿਸ ਵਿੱਚ ਜਕੜ ਕੇ ਰੋਜ਼ ਦੀਵਾਨ ਸਿੰਘ ਨੂੰ ਮਾਰਿਆ ਜਾਂਦਾ ਸੀਗਾ, ਇੱਦਾਂ ਦੀ ਕੜਿੱਕੀ ਵਿੱਚ ਪਾ ਕੇ ਰੋਜ਼ ਛਾਂਟਾਂ ਦੇ ਨਾਲ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ। ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਸ਼ੱਦਦ ਜੇਲ੍ਹ ਦੇ ਵਿੱਚ ਸਹਿਣਾ ਪਿਆ। ਤੇ ਇਸ ਤਰੀਕੇ ਨਾਲ ਪ੍ਰੋਟੈਕਸ਼ਨ ਲਈ ਇਹਨੂੰ ਬਾਹਰ ਹੀ ਰੱਖਿਆ ਜਾਂਦਾ ਸੀ। ਜਿਹੜੇ ਉੱਥੇ ਸਿਪਾਹੀ ਜਾਂ ਫਿਰ ਜੇਲ੍ਹ ਦੇ ਅਧਿਕਾਰੀ ਹੋਣਗੇ ਉਹ ਬਾਹਰੋਂ ਬੰਦ ਕਰਦੇ ਸੀ ਤਾਂ ਕਿ ਇਹਨਾਂ ਕੜੀਆਂ ਦੇ ਵਿੱਚੋਂ ਵੀ ਖੁਦ ਆਪਣਾ ਹੱਥ ਪਾ ਕੇ ਦੀਵਾਰ ਦੇ ਵਿੱਚ ਜਿਹੜਾ ਇਹ ਕੁੰਡਾ ਲਾਇਆ ਹੋਇਆ ਸੀਗਾ। ਕਿਸ ਤਰੀਕੇ ਦੇ ਨਾਲ ਜਿਵੇਂ ਤੁਹਾਨੂੰ ਪੜ੍ਹ ਕੇ ਅਸੀਂ ਦੱਸਿਆ ਹੀ ਹੈ ਕਿ ਸਿਰਫ 2 ਫੁੱਟ ਦੀ ਜਗ੍ਹਾ ਸੀ, 4.5 ਫੁੱਟ, ਇਹ 4.5 ਫੁੱਟ ਹੈਗਾ, 4.5 ਫੁੱਟ ਦੀ ਇਹਦੀ ਉਚਾਈ ਔਰ 2 ਫੁੱਟ। ਜੇ ਕੋਈ 6 ਫੁੱਟ ਦਾ ਹੋਏਗਾ ਜਾਂ ਉਸ ਤਰੀਕੇ ਦੇ ਨਾਲ ਹੋਏਗਾ ਤਾਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਕੀਤਾ ਜਾਏਗਾ। ਇਹ ਜਦ ਕਿ ਮੈਨੂੰ ਹਜੇ ਵੱਡਾ ਲੱਗ ਰਿਹਾ ਕਿਉਂਕਿ ਸ਼ਾਇਦ 5'4" ਤਾਂ ਮੇਰੀ ਆਪਣੀ ਹਾਈਟ ਹੈ, ਇਸ ਕਰਕੇ ਇਹ ਮੈਨੂੰ ਵੱਡਾ ਹੀ ਲੱਗ ਰਿਹਾ। ਖੈਰ, ਪਰ ਉੱਥੇ ਲਿਖਿਆ ਗਿਆ ਕਿ 2.5 ਫੁੱਟ ਔਰ 4 ਫੁੱਟ ਦੇ ਕਰੀਬ ਜਿਹੜਾ ਹੈਗਾ ਇਹਦੀ ਉਚਾਈ ਔਰ ਉਹ ਹੁੰਦੀ ਸੀਗੀ। ਔਰ ਅੰਦਰ ਆ ਕੇ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹੈ ਇੰਨੀ ਕੁ ਜੇਲ੍ਹ ਹੁੰਦੀ ਸੀਗੀ ਜਿੱਥੇ ਇੱਕ ਹੀ ਖਿੜਕੀ ਵੈਂਟੀਲੇਸ਼ਨ ਵਾਸਤੇ ਔਰ ਉਹਦੇ ਬਾਅਦ ਵੀ ਇਹਦੇ ਅੰਦਰ ਵੀ ਇਹਨਾਂ ਨੇ ਪੂਰੇ ਤਰੀਕੇ ਦੇ ਨਾਲ ਇੱਥੇ ਜਗ੍ਹਾ ਜਗ੍ਹਾ 'ਤੇ ਇਹਨੂੰ ਵੀ ਪੇਸ਼ਕਾਰੀਆਂ ਕੀਤੀਆਂ ਹੋਈਆਂ ਜਿਸ ਦੇ ਨਾਲ ਕਿ ਪਤਾ ਲੱਗ ਸਕੇ ਕਿ ਇਹ ਸੈਲੂਲਰ ਜੇਲ੍ਹ ਸੀਗੀ। ਕਿਸ ਤਰੀਕੇ ਦੇ ਨਾਲ ਉੱਥੇ ਕਾਲੀ ਪਾਣੀ ਦੇ ਵਿੱਚ ਜੇਲ੍ਹ ਉੱਥੇ ਬਣਾਈ ਗਈ ਸੀ। ਇਸ ਤਰੀਕੇ ਦੀ ਜਿਹੜੀ ਹੈ ਵੈਂਟੀਲੇਸ਼ਨ ਵਾਸਤੇ ਜਿਹੜੀ ਇੱਕ ਜਿਹਨੂੰ ਕਹਿੰਦੇ ਖਿੜਕੀ ਵੀ ਰੱਖੀ ਜਾਂਦੀ ਸੀ ਜੇ ਦੀਵਾਰ ਦੇ ਵਿੱਚ, ਤਾਂ ਉਹ ਵੀ ਜਿਹੜੀ ਹੈ ਸੀਖਾਂ ਲਾ ਕੇ ਰੱਖੀ ਜਾਂਦੀ ਸੀ ਪਰ ਰੌਸ਼ਨੀ ਨਹੀਂ ਸੀ ਆਉਂਦੀ ਔਰ ਨਾ ਹੀ ਇਸ 'ਚੋਂ ਹਵਾ ਆਉਂਦੀ ਸੀ ਕਿਉਂਕਿ ਇਹਦੇ ਪਿੱਛੇ ਵੀ ਪੂਰੀ ਦੀਵਾਰ ਹੁੰਦੀ ਸੀ। ਨਾ ਕੋਈ ਪੱਖਾ, ਨਾ ਕੋਈ ਕੁਝ, ਨਾ ਲਾਈਟ, ਨਾ ਕਿਸੇ ਤਰੀਕੇ ਦੇ ਨਾਲ। ਇਸ ਤਰੀਕੇ ਦੀ ਜ਼ਿੰਦਗੀ ਜਿਹੜੀ ਹੈ ਉਹ ਦੀਵਾਨ ਸਿੰਘ ਕਾਲੇ ਪਾਣੀ ਨੇ ਆਪਣੀ ਕੱਟੀ ਤੇ 47 ਸਾਲ ਦੀ ਉਮਰ ਦੇ ਵਿੱਚ ਉਹ ਜਿਹੜੀ ਸ਼ਹਾਦਤ ਪਾ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਅੱਜ ਅਸੀਂ ਇੱਕ ਬੜੀ ਇੰਟਰਸਟਿੰਗ ਜਿਹੀ ਡਾਕੂਮੈਂਟਰੀ ਤਰੀਕੇ ਦੇ ਨਾਲ ਇੱਕ ਵੀਡੀਓ ਕਰਨ ਵਾਸਤੇ ਆਏ ਹਾਂ। ਅਸੀਂ ਅੱਜ ਆਏ ਹਾਂ ਚੰਡੀਗੜ੍ਹ ਦੇ PGI ਹਸਪੀਟਲ ਹੈ, ਬਹੁਤ ਵੱਡਾ ਨੋਨ ਹਸਪੀਟਲ, ਸਭ ਨੂੰ ਪਤਾ ਹੈ, ਖਾਸ ਕਰਕੇ ਨਾਰਥ ਦੇ ਵਿੱਚ ਉਹਦਾ ਨਾਮ ਵੱਜਦਾ ਹੈ। ਉਸ ਰੋਡ ਤੋਂ ਅੱਗੇ ਸਿਸਵਾ ਰੋਡ ਹੈ ਜਿਸ ਦੇ ਜੇ ਅੱਗੇ ਜਾਈਏ ਤਾਂ ਸਿਸਵਾ ਫਾਰਮ ਹਾਊਸ ਹੈ ਜਿਹੜਾ ਉਸ ਦੇ ਵੱਲ ਹੀ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਨਵਾਂ ਮਹਿਲ ਵੀ ਕਿਹਾ ਜਾਂਦਾ ਹੈ। ਉਸ ਰੋਡ 'ਤੇ ਟੀ ਪੁਆਇੰਟ ਤੋਂ ਸਿਰਫ 1.5 ਕਿਲੋਮੀਟਰ ਹੈਗਾ ਸਾਰਾ, ਤੇ ਉੱਥੇ ਇੱਕ ਮਿਊਜ਼ੀਅਮ ਹੈਗਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜਿਹੜੇ ਕਿ ਅਨਨੋਨ ਮਾਰਟੀਅਰ ਨੇ, ਜਿਨ੍ਹਾਂ ਨੂੰ ਜ਼ਿਆਦਾ ਐਡੀ ਵੱਡੀ ਸ਼ਖਸੀਅਤ, ਜਿਨ੍ਹਾਂ ਨੂੰ ਜ਼ਿਆਦਾ ਲੋਕ ਸ਼ਾਇਦ ਨਹੀਂ ਜਾਣਦੇ, ਜਾਂ ਜਿਹੜੇ ਸ਼ਹੀਦ ਨੇ ਉਹ ਇੱਕ ਐਸੇ ਭੁੱਲੇ ਬਿਸਰੇ ਸ਼ਹੀਦ ਨੇ ਜਿਨ੍ਹਾਂ ਨੂੰ ਬਹੁਤ ਘੱਟ ਉਹਨਾਂ ਦੇ ਇਤਿਹਾਸ ਬਾਰੇ ਲੋਕਾਂ ਨੂੰ ਪਤਾ ਹੈ। ਪਰ ਉਹਨਾਂ ਦੀ ਫੈਮਿਲੀ ਇੱਥੇ ਰਹਿੰਦੀ ਹੈ ਚੰਡੀਗੜ੍ਹ ਦੇ ਵਿੱਚ, ਉਹਨਾਂ ਦੀ ਨੂੰਹ ਰਾਣੀ ਇੱਥੇ ਰਹਿੰਦੇ ਨੇ, ਤੇ ਉਸ ਦੇ ਬਾਅਦ ਉਹਨਾਂ ਨੇ ਇੱਕ ਮਿਊਜ਼ੀਅਮ ਬਣਾਇਆ ਇੱਥੇ। ਜਿਸ ਸਥਾਨ 'ਤੇ ਅਸੀਂ ਖੜੇ ਹਾਂ ਇਸ ਟਾਈਮ ਉਹ ਮਿਊਜ਼ੀਅਮ ਹੈਗਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ। ਉਹਨਾਂ ਨੇ ਇੱਥੇ ਉਹਨਾਂ ਨੂੰ ਸੰਜੋਣ ਦੀ ਕੋਸ਼ਿਸ਼ ਕੀਤੀ ਹੈ। ਕੌਣ ਸੀਗੇ ਦੀਵਾਨ ਸਿੰਘ ਕਾਲੇ ਪਾਣੀ? ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਬਹੁਤ ਜ਼ਿਆਦਾ ਵੱਡਾ ਇਤਿਹਾਸ ਹੈਗਾ, ਪਰ ਉਹਨਾਂ ਦੇ ਅਸੀਂ ਇੱਥੇ ਆ ਕੇ ਜਦੋਂ ਦੇਖਿਆ ਤਾਂ ਬਾਹਰ ਇੱਕ ਛੋਟੀ ਜਿਹੀ ਉਹਨਾਂ ਦੇ ਬਾਰੇ 'ਚ ਜਾਣਕਾਰੀ ਇੱਥੇ ਦਿੱਤੀ ਹੋਈ ਹੈ, ਜਿਸ ਦੇ ਵਿੱਚ ਲਿਖਿਆ ਕਿ ਇਸ ਮਹਾਨ ਪੰਜਾਬੀ ਸਾਹਿਤਕਾਰ ਅਤੇ ਚਿੰਤਕ, ਥਿੰਕਰ, ਸੂਝਵਾਨ ਸੀਗੇ, ਸਮਾਜ ਸੁਧਾਰਕ, ਰਿਫਾਰਮਰ ਸੀਗੇ, ਸੁਤੰਤਰਤਾ ਸੰਗਰਾਮੀ ਅਤੇ ਅਦੁੱਤੀ ਸ਼ਹੀਦ ਦਾ ਜਨਮ ਜਿਹੜਾ ਹੈ ਉਹ 22 ਮਈ ਨੂੰ ਉਹਨਾਂ ਦਾ ਜਨਮ ਹੁੰਦਾ ਹੈ 1897 ਨੂੰ, ਤੇ ਗੁਰੂ ਦੀਆਂ ਗਲੋਟੀਆਂ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਦੇ ਵਿੱਚ ਇੱਕ ਕਿਸਾਨ ਘਰਾਣੇ ਦੇ ਵਿੱਚ ਉਹਨਾਂ ਨੇ ਜਨਮ ਲਿਆ ਬੇਸਿਕਲੀ।
ਮੁੱਢਲੀ ਸਿੱਖਿਆ ਉਪਰੰਤ ਜਿਹੜੀ ਸੀ ਉਹਨਾਂ ਦੀ ਡਾਕਟਰੀ ਪਾਸ ਕਰਕੇ ਫੌਜ ਵਿੱਚ ਭਰਤੀ ਹੋ ਗਏ। ਫੌਜ ਦੇ ਵਿੱਚ ਭਰਤੀ ਹੋਏ ਸੀਗੇ, ਡਾਕਟਰ ਸੀਗੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਗੁਰਮਤਿ ਤੋਂ ਪ੍ਰਭਾਵਿਤ ਸਾਦੇ ਪਿੰਡੂ ਜੀਵਨ ਵਿੱਚੋਂ ਉਹਨਾਂ ਸੱਚਾਈ ਤੇ ਸੇਵਾ ਦੇ ਗੁਣ ਗ੍ਰਹਿਣ ਕੀਤੇ ਜੋ ਉਹਨਾਂ ਦੇ ਜੀਵਨ ਦਾ ਧੁਰਾ ਸਨ। ਉਹਨਾਂ ਨੇ ਆਪਣੇ ਉਹਦੇ ਨਾਲ ਜਿਹੜੇ ਸੀ ਉਹ ਧਾਰਮਿਕ ਵਿਚਾਰਧਾਰਾ ਦੇ ਵੀ ਸੀ ਤੇ ਉਹਨਾਂ ਨੇ ਗੁਰੂ ਦੇ ਲੜ ਵੀ ਲੱਗੇ, ਪਰ ਡਾਕਟਰ ਸੀਗੇ, ਬੇਸਿਕਲੀ ਉਹ ਡਾਕਟਰ ਸੀਗੇ। ਉਹਨਾਂ ਨੇ ਡਾਕਟਰੀ ਪਾਸ ਕੀਤੀ ਸੀ, ਡਾਕਟਰ ਸੀਗੇ ਤੇ ਉਹਨਾਂ ਫੌਜ ਦੇ ਵਿੱਚ ਡਾਕਟਰ ਦੀ ਨੌਕਰੀ ਕਰਦੇ ਸੀਗੇ। ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਅਸਰ ਹੇਠਾਂ ਸੁਤੰਤਰਤਾ ਸੰਗਰਾਮ ਵੱਲ ਝੁਕੇ। ਮਹਾਤਮਾ ਗਾਂਧੀ ਤੋਂ ਬੜੇ ਉਹ ਪ੍ਰਭਾਵਿਤ ਸੀਗੇ। ਮਹਾਤਮਾ ਗਾਂਧੀ ਜਿਹੜੇ ਕਿ ਫਾਦਰ ਆਫ ਦ ਨੇਸ਼ਨ ਸਾਡੇ ਕਹੇ ਜਾਂਦੇ, ਉਹਨਾਂ ਤੋਂ ਵੀ ਕਾਫੀ ਪ੍ਰਭਾਵਿਤ ਸੀਗੇ। ਇੱਕ ਪਬਲਿਕ ਜਲਸੇ ਵਿੱਚ ਭਾਸ਼ਣ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ। ਕੋਈ ਪਬਲਿਕ ਮੀਟਿੰਗ ਸੀਗੀ ਜਿਹਦਾ 'ਚ ਉਹਨਾਂ ਨੇ ਸਪੀਚ ਦਿੱਤੀ ਤੇ ਉੱਥੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ। ਮੁਕੱਦਮਾ ਚੱਲਿਆ, ਬਰੀ ਹੋਏ। ਪਰ 1927 ਦੀਆਂ ਗੱਲਾਂ ਨੇ, ਉਹਦੇ ਵਿੱਚ ਤਬਦੀਲੀ ਅੰਡੇਮਾਨ ਟਾਪੂਆਂ ਦੇ ਵਿੱਚ ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ। ਉੱਥੇ ਉਹਨਾਂ ਨੂੰ ਰੱਖਿਆ ਗਿਆ, ਜਿਹੜੀ ਕਿ ਅੰਡੇਮਾਨ ਨਿਕੋਬਾਰ ਦੀ ਕਾਲੇ ਪਾਣੀ ਦੀ ਜਿਹੜੀ ਹੈਗੀ ਹੈ ਜੇਲ੍ਹ, ਜਿਹਨੂੰ ਸੈਲੂਲਰ ਜੇਲ੍ਹ ਕਹਿੰਦੇ ਆ, ਉੱਥੇ ਉਹਨਾਂ ਨੂੰ ਭੇਜ ਦਿੱਤਾ ਗਿਆ। ਔਰ ਐਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਬਾਅਦ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਲੱਗਿਆ। ਉਹ ਹਮੇਸ਼ਾ ਲਈ ਉੱਥੇ ਦੇ ਹੀ ਹੋ ਗਏ, ਕਾਲੇ ਪਾਣੀ ਦੇ ਵਿੱਚ ਹੀ। ਫਿਰ ਉੱਥੇ ਜਿਹੜਾ ਟਾਪੂ ਅੰਡੇਮਾਨ ਨਿਕੋਬਾਰ ਵਾਲਾ ਜਿਹੜਾ ਟਾਪੂ ਸੀ, ਸੈਲੂਲਰ ਜੇਲ੍ਹ ਸੀਗੀ, ਫਿਰ ਉੱਥੇ ਦੇ ਹੀ ਉਹ ਹੋ ਗਏ ਤੇ ਉੱਥੇ ਹੀ ਕੈਦੀ ਵਸੋਂ ਲਈ ਇੱਕ ਮਸੀਹਾ ਬਣ ਗਏ। ਜਿਹੜੇ ਉੱਥੇ ਕੈਦੀ ਸੀਗੇ, ਉੱਥੇ ਬਾਕੀ ਦੇ ਵੀ ਕੈਦੀ ਸੀ, ਉਹਨਾਂ ਦੀ ਉਹ ਕੇਅਰ ਵੀ ਕਰਦੇ ਸੀ ਕਿਉਂਕਿ ਡਾਕਟਰ ਵੀ ਸੀਗੇ ਤੇ ਉਹ ਆਪਣੇ ਤਰੀਕੇ ਦੇ ਨਾਲ ਉਹਨਾਂ ਦੇ ਕੇਅਰ ਟੇਕਰ ਵੀ ਬਣ ਗਏ। ਅੰਡੇਮਾਨ ਵਿੱਚ ਗੁਰਦੁਆਰਾ ਸਥਾਪਿਤ ਕੀਤਾ ਉਹਨਾਂ ਨੇ, ਉੱਥੇ ਗੁਰਦੁਆਰਾ ਵੀ ਸਥਾਪਿਤ ਕੀਤਾ। ਉਹਨਾਂ ਦਾ ਨਾਮ ਦਾ ਹੈਗਾ, ਉਹਨਾਂ ਦੀ ਫੈਮਿਲੀ ਵੀ ਹੈ। ਬਾਰ-ਬਾਰ ਅਸੀਂ ਜਦੋਂ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ, ਸਾਨੂੰ ਪਤਾ ਲੱਗਿਆ ਕਿ ਉੱਥੇ ਗੁਰਦੁਆਰਾ ਵੀ ਸਥਾਪਿਤ ਕੀਤਾ ਗਿਆ ਜੋ ਸਮਾਜਿਕ ਭਲਾਈ ਤੇ ਕਾਰਜਾਂ ਦਾ ਕੇਂਦਰ ਬਣ ਗਿਆ। ਉੱਥੇ ਫਿਰ ਸੋਸ਼ਲ ਰਿਫਾਰਮਸ ਵਰਕਸ ਸਾਰੇ ਉੱਥੇ ਹੋਣੇ ਸ਼ੁਰੂ ਹੋ ਗਏ। ਇੱਥੇ ਉਹ ਸੱਚੇ ਧਰਮ, ਮਾਨਵ ਪਿਆਰ ਤੇ ਦੇਸ਼ ਭਗਤੀ ਦਾ ਸੰਦੇਸ਼ ਲੋਕਾਂ ਨੂੰ ਉਹਨਾਂ ਨੇ ਫਿਰ ਉੱਥੇ ਦਿੱਤਾ। ਬੱਚਿਆਂ ਲਈ ਭਾਰਤੀ ਭਾਸ਼ਾਵਾਂ ਦੇ ਸਕੂਲ ਖੋਲ੍ਹੇ ਉੱਥੇ, ਕਿਉਂਕਿ ਇਹ 27 ਦੀਆਂ ਗੱਲਾਂ ਨੇ, 1927 ਦੀਆਂ ਗੱਲਾਂ ਕਰ ਰਹੇ ਹਾਂ ਆਪਾਂ। ਉਦੋਂ ਉੱਥੇ ਅੰਗਰੇਜ਼ਾਂ ਦਾ ਰਾਜ ਸੀ। ਭਾਰਤ ਜਿਹੜੇ ਸੀਗਾ ਉਹ ਅੰਗਰੇਜ਼ਾਂ ਦੇ ਰੂਲ ਦੇ ਅਧੀਨ ਸੀਗਾ, ਬ੍ਰਿਟਿਸ਼ ਰੂਲਰਸ ਸੀਗੇ ਇੱਥੇ, ਕਿਉਂਕਿ 1947 ਦੇ ਵਿੱਚ ਸਾਨੂੰ ਆਜ਼ਾਦੀ ਮਿਲੀ ਹੈ। ਲੰਬੀ ਲੜਾਈ ਲੜੀ ਭਾਰਤ ਨੇ, ਹਿੰਦੁਸਤਾਨ ਨੇ, ਭਾਰਤੀਆਂ ਨੇ ਅੰਗਰੇਜ਼ਾਂ ਦੇ ਨਾਲ ਸੰਘਰਸ਼ ਕੀਤਾ। ਉਹਦੇ ਬਾਅਦ 1947 ਦੇ ਵਿੱਚ ਇਹਦੇ ਵਿੱਚ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਹੋਰ ਕਾਫੀ ਜਿਹੜੇ ਕੌਮੀ ਲੀਡਰ ਸੀਗੇ ਜਾਂ ਕੌਮੀ ਜਿਹੜੇ ਗੁਲਾਟੀਏ ਸੀਗੇ, ਉਹਦੇ 'ਚ ਪੰਜਾਬ ਦੇ 80% ਜਿਹੜੇ ਸੀਗੇ ਸੰਘਰਸ਼ ਉਹਨਾਂ ਨੇ ਕੀਤਾ। ਜਿਹੜੇ ਕਿ ਗੁਲਾਟੀਏ ਸੀਗੇ ਉਹਨਾਂ ਨੇ ਵੀ ਉਹਦੇ 'ਚ ਆਪਣੀ ਸ਼ਿਰਕਤ ਕੀਤੀ। ਬਹੁਤ ਵੱਡਾ ਸੰਘਰਸ਼ ਚੱਲਿਆ। 200 ਸਾਲ ਦਾ, ਤਕਰੀਬਨ 200 ਸਾਲ ਦਾ ਰਾਜ ਸੀਗਾ ਅੰਗਰੇਜ਼ਾਂ ਦਾ, ਜਿਹਦੇ ਬਾਅਦ ਕਿ ਭਾਰਤ ਨੂੰ ਆਜ਼ਾਦੀ ਮਿਲੀ। ਇਹ 1927 ਦੀਆਂ ਗੱਲਾਂ ਨੇ, ਮਤਲਬ ਕਿ ਉਦੋਂ ਬ੍ਰਿਟਿਸ਼ ਰੂਲ ਸੀਗਾ। ਇਸ ਕਰਕੇ ਇਹ ਗੱਲ ਇੰਪੋਰਟੈਂਟ ਹੋ ਜਾਂਦੀ ਹੈ ਕਿ ਬੱਚਿਆਂ ਲਈ ਭਾਰਤੀ ਭਾਸ਼ਾਵਾਂ ਦੇ ਸਕੂਲ ਖੋਲ੍ਹੇ, ਕਿਉਂਕਿ ਅੰਗਰੇਜ਼ ਆ ਗਏ ਸੀ ਤੇ ਅੰਗਰੇਜ਼ੀ ਜਾਂ ਬਰਤਾਨਵੀ ਭਾਸ਼ਾ ਜਿਹੜੀ ਸੀਗੀ ਉਹ ਹਾਵੀ ਹੋ ਗਈ ਸੀਗੀ। ਬਾਲਿਗ ਸਿੱਖਿਆ ਜਿਹੜੀ ਐਡਲਟ ਐਜੂਕੇਸ਼ਨ ਹੈਗੀ ਹੈ, ਉਦੋਂ ਤਾਂ ਬਹੁਤ ਵੱਡੀ ਗੱਲ ਹੁੰਦੀ ਸੀ ਐਡਲਟ ਐਜੂਕੇਸ਼ਨ ਦੇਣਾ। ਹੁਣ ਤਾਂ ਐਡਲਟ ਐਜੂਕੇਸ਼ਨ ਜਿਹੜੀ ਹੈਗੀ ਉਹ ਚੈਪਟਰ ਹੁੰਦਾ ਐਜੂਕੇਸ਼ਨ ਦਾ, ਖਾਸ ਕਰਕੇ ਸਿੱਖਿਆ ਦਾ, ਉਹਦੇ ਵਿੱਚ ਇੱਕ ਚੈਪਟਰਸ ਰੱਖੇ ਜਾਂਦੇ ਆ, ਸਪੈਸ਼ਲ ਕਿਹਾ ਜਾਂਦਾ, ਪਰ ਉਦੋਂ ਬਹੁਤ ਵੱਡੀ ਗੱਲ ਸੀ। ਅਤੇ ਲਾਇਬ੍ਰੇਰੀਆਂ ਰਾਹੀਂ ਪੁਸਤਕਾਂ, ਸੱਭਿਆਚਾਰ ਆਦਿ ਦੇ ਖੇਤਰ ਵਿੱਚ ਮਹਾਨ ਉਹਨਾਂ ਨੇ ਆਪਣੇ ਕੰਮ ਆਪਣੀ ਕੀਤੇ। 1938 ਦੀ ਹੁਣ ਗੱਲ ਆ ਗਈ ਹੈ, ਇਹ ਵੀ ਹਜੇ ਆਜ਼ਾਦੀ ਭਾਰਤ ਨੂੰ ਮਿਲਣ ਤੋਂ ਪਹਿਲੇ ਦੀ ਗੱਲ ਹੈ। ਵਿੱਚ ਉਹਨਾਂ ਦੀ ਪੁਸਤਕ ਵਗਦੇ ਪਾਣੀ, ਉਹਨਾਂ ਨੇ ਪੁਸਤਕ ਲਿਖੀ। ਫਿਰ ਲੇਖਕ ਬਹੁਤ ਵਧੀਆ ਸੀ, ਉਹਨੇ ਕਾਫੀ ਲੇਖ ਲਿਖੇ ਨੇ। ਦੀਵਾਨ ਸਿੰਘ ਕਾਲੇ ਪਾਣੀ ਦੀਆਂ ਪੁਸਤਕਾਂ, ਉਹਨਾਂ ਦੇ ਲੇਖ, ਉਹਨਾਂ ਦਾ ਜਿਹੜਾ ਕਾਵ ਰਚਨਾਵਾਂ ਜਾਂ ਉਹਨਾਂ ਦਾ ਲਿਖਤਾਂ ਜਿਹੜੀਆਂ ਨੇ ਉਹ ਸਿਲੇਬਸ 'ਚ ਵੀ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਲੱਗਦੀਆਂ ਨੇ। ਅਸੀਂ ਵੀ ਪੜ੍ਹੀਆਂ ਹੋਈਆਂ ਨੇ ਤੇ ਉਹਦੇ ਵਿੱਚ ਇੱਕ ਹੈਗੀ ਹੈ ਵਗਦੇ ਪਾਣੀ। ਐਸੀ ਕੁਛ ਜਿਹੜੀਆਂ ਸੁਰਖੀਆਂ ਜਾਂ ਇਹਦਾ ਕਾਵ ਰੂਪ ਜਿਹੜਾ ਅੰਦਰ ਵੀ ਸਾਨੂੰ ਦੇਖਣ ਨੂੰ ਮਿਲੇਗਾ, ਤੁਹਾਨੂੰ ਅੰਦਰ ਚੱਲ ਕੇ ਦਿਖਾਵਾਂਗੇ। ਉਹ ਪ੍ਰਕਾਸ਼ਿਤ ਹੋਈ ਵਗਦੇ ਪਾਣੀ ਅਤੇ ਹੋਰ ਰਚਨਾਵਾਂ ਦੇ ਕਾਵ ਅਤੇ ਵਾਰਤਕ, ਪ੍ਰੋਜ਼ ਵੀ ਤੇ ਪੋਇਟਰੀ ਵੀ, ਦੋਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਲਿਖਤਾਂ ਲਿਖੀਆਂ। ਉਹ ਸ਼ਹਾਦਤ ਉਪਰੰਤ ਛਪੇ। ਉਹਨਾਂ ਦੀ ਜਿਹੜੀ ਇਹ ਸੀਗੀਆਂ ਬਾਕੀ ਦੀ ਕਈ ਕਵਿਤਾਵਾਂ ਸੀਗੀਆਂ, ਪ੍ਰੋਜ਼ ਸੀਗੇ, ਪੋਇਟਰੀ ਸੀਗੀ, ਉਹਨਾਂ ਦੀ ਸ਼ਹਾਦਤ ਜਦੋਂ ਉਹ ਨਹੀਂ ਰਹੇ ਦੁਨੀਆ ਤੇ, ਫਿਰ ਉਹਨਾਂ ਦੀਆਂ ਜਿਹੜੀਆਂ ਉਹ ਛਪੀਆਂ। ਦੂਜੀ ਮਹਾਨ ਜੰਗ ਦੌਰਾਨ ਅੰਡੇਮਾਨ ਦੇ ਜਾਪਾਨੀ ਕਬਜ਼ੇ ਸਮੇਂ ਭਾਰਤੀ ਸੁਤੰਤਰਤਾ ਲੀਗ ਤੇ ਆਜ਼ਾਦ ਹਿੰਦ ਫੌਜ ਕਾਇਮ ਕੀਤੀਆਂ। ਉਹਨਾਂ ਨੇ ਸੁਤੰਤਰਤਾ ਲੀਗ ਤੇ ਆਜ਼ਾਦ ਹਿੰਦ ਫੌਜ ਜਿਹੜੀ ਹੈ ਉਹ
ਕਾਇਮ ਕੀਤੀ। ਉਸ ਟਾਈਮ ਜਿਹੜਾ ਅੰਡੇਮਾਨ ਨਿਕੋਬਾਰ ਸੀ, ਜਿਹੜੀ ਸਭ ਤੋਂ ਇੰਟਰਸਟਿੰਗ ਗੱਲ ਇੱਥੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੈਗੀ ਹੈ ਜਾਂ ਪਤਾ ਹੋਣੀ ਚਾਹੀਦੀ ਹੈ, ਅੰਡੇਮਾਨ ਨਿਕੋਬਾਰ ਉਸ ਟਾਈਮ ਤੇ ਜਾਪਾਨ ਦੇ ਕਬਜ਼ੇ 'ਚ ਸੀਗਾ। ਜਿਹੜਾ ਉਹ ਆਈਲੈਂਡ ਸੀਗਾ ਜਿਹਨੂੰ ਕਾਲੇ ਪਾਣੀ ਕਿਹਾ ਜਾਂਦਾ ਹੈ, ਉਹ ਪਰਟੀਕੂਲਰ ਟਾਪੂ ਜਿਹੜਾ ਸੀਗਾ, ਆਈਲੈਂਡ ਜਿਹੜਾ ਸੀਗਾ ਉਸ ਟਾਈਮ ਉਹ ਅੰਗਰੇਜ਼ਾਂ ਦੇ ਕਬਜ਼ੇ 'ਚ ਨਹੀਂ ਸੀਗਾ। ਹਿੰਦੁਸਤਾਨ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਕਬਜ਼ੇ 'ਚ ਜ਼ਰੂਰ ਸੀਗਾ, ਪਰ ਉਹ ਆਈਲੈਂਡ ਜਿਹੜਾ ਸੀ ਉਸ ਟਾਈਮ ਤੇ ਜਾਪਾਨ ਦੇ ਕਬਜ਼ੇ 'ਚ ਸੀਗਾ। ਉਸ ਵੇਲੇ ਉਹਨਾਂ ਨੇ ਸੁਤੰਤਰਤਾ ਲੀਗ, ਭਾਰਤੀ ਸੁਤੰਤਰਤਾ ਲੀਗ ਤੇ ਆਜ਼ਾਦ ਹਿੰਦ ਫੌਜ, ਇਹ ਦੋ ਜਿਹੜੀਆਂ ਸੀਗੀਆਂ ਆਊਟਫਿਟਸ, ਜਿਹੜੀਆਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਥੇਬੰਦੀਆਂ, ਉਹ ਕਾਇਮ ਕੀਤੀਆਂ। ਜਾਪਾਨੀ ਹੁਕਮਰਾਨਾਂ ਵੱਲੋਂ ਲੋਕਾਂ ਉੱਤੇ ਹੋ ਰਹੇ ਜ਼ੁਲਮਾਂ ਵਿਰੁੱਧ ਆਵਾਜ਼ ਉਠਾਈ। ਹਕੂਮਤ ਨੇ ਉਹਨਾਂ ਨੂੰ ਕੈਦ ਕਰਕੇ ਸੈਲੂਲਰ ਜੇਲ੍ਹ ਵਿੱਚ ਭੇਜ ਦਿੱਤਾ। ਪਹਿਲੇ ਬਾਹਰਲੀ ਜੇਲ੍ਹ 'ਚ ਰੱਖਿਆ, ਫਿਰ ਉਹਨਾਂ ਨੂੰ ਸੈਲੂਲਰ ਜੇਲ੍ਹ ਵਿੱਚ ਬਹੁਤ ਕਠਿਨ ਜਿਹੜੀ ਹੁੰਦੀ ਹੈ ਕੈਦ ਹੁੰਦੀ ਹੈ, ਉੱਥੇ ਭੇਜ ਦਿੱਤਾ। ਸੈਲੂਲਰ ਦੀ ਜੇਲ੍ਹ ਦਾ ਵੀ ਇੱਕ ਜਿਹੜਾ ਨਮੂਨਾ ਹੈਗਾ ਇਸ ਮਿਊਜ਼ੀਅਮ ਦੇ ਵਿੱਚ ਅੰਦਰ ਬਣਿਆ ਹੋਇਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਉਹਦੇ ਬਾਅਦ ਉਹਨਾਂ ਨੇ ਕਿਹਾ ਕਿ 3 ਮਹੀਨੇ ਬੰਦ ਕੱਟ ਕੇ ਅੰਗ ਨੋਚ ਕੇ ਤਸੀਹੇ ਵੀ ਉਹਨਾਂ ਨੂੰ ਦਿੱਤੇ। ਆਪ ਨੇ ਇਹ ਤਸੀਹੇ ਪੁਰਾਤਨ ਸਿੱਖ ਸ਼ਹੀਦਾਂ ਵਾਂਗੂ ਭਾਣਾ ਮੰਨਦੇ ਹੋਏ ਸਹਿਣ ਕੀਤੇ। ਅੰਤ 14 ਜਨਵਰੀ 1944 ਨੂੰ ਇਸ ਬ੍ਰਹਮ ਗਿਆਨੀ ਦੇਸ਼ ਭਗਤ ਨੇ ਸ਼ਹਾਦਤ ਪ੍ਰਾਪਤ ਕੀਤੀ। ਸੋ ਇਹਨਾਂ ਦੀ ਸ਼ਹਾਦਤ ਹੁੰਦੀ ਹੈ 14 ਜਨਵਰੀ 1944 ਨੂੰ। ਹੁਣ ਤੁਹਾਨੂੰ ਅੰਦਰ ਲੈ ਚਲਦੇ ਹਾਂ ਔਰ ਫਿਰ ਤੁਹਾਨੂੰ ਦਿਖਾਵਾਂਗੇ ਕਿ ਅਸਲ ਦੇ ਵਿੱਚ ਇਹ ਮਿਊਜ਼ੀਅਮ ਹੈ ਕਿਵੇਂ, ਕਿਉਂਕਿ ਇਸ ਮਿਊਜ਼ੀਅਮ ਦਾ ਆਪਣੀ ਇੱਕ ਮਹਾਨਤਾ, ਬਹੁਤ ਘੱਟ ਲੋਕ ਆਉਂਦੇ ਆ ਇੱਥੇ। ਅਸਲ ਦੇ ਵਿੱਚ ਆਸ-ਪਾਸ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੈ। ਅਸੀਂ ਪਹਿਲੇ ਇੱਥੇ ਆਏ ਹਾਂ, ਸਾਨੂੰ ਤਾਂ ਹੀ ਲੱਗਿਆ ਕਿ ਇੰਟਰਸਟਿੰਗ ਹੈਗਾ, ਘੱਟੋ ਘੱਟ ਲੋਕਾਂ ਤੱਕ ਇਹ ਦੱਸਣਾ ਚਾਹੀਦਾ ਕਿ ਇੱਥੇ ਇੱਕ ਐਡਾ ਵੱਡਾ ਮਿਊਜ਼ੀਅਮ, ਇੰਨੀ ਵੱਡਾ ਸਰਮਾਇਆ ਔਰ ਇਤਿਹਾਸ ਦਾ ਐਡਾ ਵੱਡਾ ਪੰਨਾ ਪਿਆ, ਇੱਥੇ ਆਓ ਔਰ ਦੇਖੋ। ਤੁਹਾਨੂੰ ਜਿਸ ਤਰ੍ਹਾਂ ਕਿ ਅਸੀਂ ਦੱਸਿਆ ਸੀ ਕਿ ਅਸੀਂ ਇਸ ਟਾਈਮ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਜਿਹੜਾ ਇੱਥੇ ਮਿਊਜ਼ੀਅਮ ਹੈਗਾ ਉੱਥੇ ਖੜੇ ਹਾਂ, ਚੰਡੀਗੜ੍ਹ ਦੀ ਹੱਦ ਤੋਂ ਬਾਹਰ, ਪੀਜੀਆਈ ਤੋਂ ਬਾਹਰ ਵਾਲੀ ਸਾਈਡ 'ਤੇ ਸਿਸਵਾ ਫਾਰਮ ਦੇ ਸਾਈਡ 'ਤੇ ਇਹ ਵਾਲਾ ਹੈਗਾ ਮਿਊਜ਼ੀਅਮ। ਉਹ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਬੁੱਤ ਲੱਗਿਆ ਹੋਇਆ, ਉੱਥੇ ਇੱਕ ਸਟੈਚੂ ਬਣਿਆ ਹੋਇਆ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦਾ। ਇੱਕ ਸਟੈਚੂ ਤੁਹਾਨੂੰ ਐਂਟਰ ਕਰਦੇ ਹੀ ਐਂਟਰੀ 'ਤੇ ਜਿਹੜਾ ਉਹ ਸਟੈਚੂ ਇੱਥੇ ਦਿਖੇਗਾ, ਤੇ ਉਹਦੇ ਬਾਅਦ ਜਿਹੜਾ ਹੈ ਅੱਗੇ ਪੂਰਾ ਦਾ ਪੂਰਾ ਮਿਊਜ਼ੀਅਮ ਜਿਹੜਾ ਸ਼ੁਰੂ ਹੁੰਦਾ। ਬਹੁਤ ਕੁਝ ਹੈ ਮਿਊਜ਼ੀਅਮ ਦੇ ਅੰਦਰ, ਬਹੁਤ ਸਾਰੀਆਂ ਉਹਨਾਂ ਦੀਆਂ ਚੀਜ਼ਾਂ, ਉਹਨਾਂ ਦੀਆਂ ਯਾਦਾਂ ਇਹਦੇ ਵਿੱਚ ਸਮਾਈਆਂ ਹੋਈਆਂ ਨੇ। ਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਮਿਊਜ਼ੀਅਮ ਦੇ ਅੰਦਰ ਤੇ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਮਿਊਜ਼ੀਅਮ ਨੂੰ ਸਿਰਜਿਆ ਗਿਆ ਔਰ ਬਣਾਇਆ ਗਿਆ। ਦੀਵਾਨ ਸਿੰਘ ਕਾਲੇ ਪਾਣੀ ਦੇ ਮਿਊਜ਼ੀਅਮ ਦੇ ਵਿੱਚ ਜਿਹੜਾ ਉਹਨਾਂ ਨੇ ਇੱਥੇ ਉਹਨਾਂ ਦੇ ਪਰਿਵਾਰ ਨੇ ਬਣਾਇਆ ਹੈ, ਇਤਿਹਾਸ ਸੰਜੋਇਆ ਹੋਇਆ ਦੇ ਵਿੱਚ, ਤੇ ਉੱਥੇ ਅਸੀਂ ਹੁਣ ਖੜੇ ਹਾਂ। ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਸ ਤਰੀਕੇ ਦਾ ਇਹ ਮਿਊਜ਼ੀਅਮ ਇੱਥੇ ਬਣਿਆ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਹੈ, ਪੂਰਾ ਦਾ ਪੂਰਾ ਉਹਨਾਂ ਨੇ ਡਿਸਪਲੇ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚ ਦੀਵਾਨ ਸਿੰਘ ਕਾਲੇ ਪਾਣੀ ਜਦੋਂ ਕਿ ਯੰਗ ਸੀਗੇ, ਜਦੋਂ ਉਹ ਇੱਕ ਨੌਜਵਾਨ ਸੀਗੇ, ਉਦੋਂ ਦੀ ਉਹਨਾਂ ਦੀ ਤਸਵੀਰ ਹੈਗੀ ਹੈ। ਉਹਦੇ ਵਿੱਚ ਪੂਰਾ ਇਹਨਾਂ ਦਾ ਜਿਹੜਾ ਉਹ ਲਿਖਿਆ ਹੋਇਆ ਦੀਵਾਨ ਸਿੰਘ ਕਾਲੇ ਪਾਣੀ ਜਿਹੜੇ ਆ ਉਹ 22, ਉਹੀ ਦੁਬਾਰਾ ਉਹਨਾਂ ਦਾ ਦੱਸਿਆ ਹੋਇਆ ਕਿ ਉਹ ਕਿੱਥੇ ਉਹਨਾਂ ਨੇ ਜਨਮ ਲਿਆ ਸੀਗਾ। ਸਿਆਲਕੋਟ 'ਚ ਉਹਨਾਂ ਨੇ ਜਨਮ ਲਿਆ ਸੀਗਾ। ਉਹ ਕਿੱਦਾਂ ਦੇ ਇੱਕ ਮੱਡ ਹਾਊਸ 'ਚ ਰਹਿੰਦੇ ਸੀਗੇ, ਮਤਲਬ ਕੱਚੇ ਘਰਾਂ ਦੇ ਵਿੱਚ, ਉਹਨਾਂ ਦਾ ਮਿਡਲ ਕਲਾਸ ਫੈਮਿਲੀ ਦੇ ਵਿੱਚ ਉਹਨਾਂ ਨੇ ਜਨਮ ਲਿਆ ਸੀਗਾ। ਤੇ 6 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਜਿਹੜੇ ਸੀਗੇ ਉਹ ਮਾਂ-ਬਾਪ ਦਾ ਉਹਨਾਂ ਤੋਂ ਸਾਇਆ ਜਿਹੜਾ ਉੱਠ ਗਿਆ ਸੀਗਾ। ਇਹ ਵੀ ਇਹਦੇ ਵਿੱਚ ਤਸਦੀਕ ਕੀਤੀ ਗਈ ਹੈ ਗੱਲ। ਤੇ ਜਦੋਂ ਉਹਨਾਂ ਦੇ ਜਿਹੜੇ ਸੀਗੇ ਉਹਦੇ ਬਾਅਦ ਉਹਨਾਂ ਦੇ ਗ੍ਰੈਂਡਫਾਦਰ, ਜਿਹੜੇ ਉਹਨਾਂ ਦੇ ਦਾਦਾ ਜੀ ਸੀਗੇ, ਗ੍ਰੈਂਡ ਮਦਰ ਜਿਹੜੇ ਸੀਗੇ, ਤੇ ਉਹਨਾਂ ਦੇ ਅੰਕਲ ਜਿਹੜੇ ਉਹਨਾਂ ਦੇ ਸੀਗੇ ਅੱਗੇ, ਉਹਨਾਂ ਨੇ ਉਹਨਾਂ ਨੂੰ ਵੱਡਾ ਕੀਤਾ ਸੀਗਾ। ਇਹ ਸਾਰਾ ਦਾ ਸਾਰੇ ਦੇ ਵਿੱਚ ਡਿਫਰੈਂਟ ਤਰੀਕੇ ਦੇ ਨਾਲ ਉਹਨਾਂ ਨੇ ਇਸ ਮਿਊਜ਼ੀਅਮ ਦੇ ਵਿੱਚ ਉਹਨਾਂ ਦੀ ਪੂਰਾ ਇਤਿਹਾਸ ਦੱਸਿਆ ਹੋਇਆ। ਇੱਥੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪ ਆਓਗੇ ਦੇਖੋਗੇ ਹੋਰ ਵੀ ਇੰਟਰਸਟਿੰਗ ਲੱਗੇਗਾ, ਕਿਵੇਂ 1897 ਦੇ ਵਿੱਚ ਕੁਈਨ ਵਿਕਟੋਰੀਆ ਡਾਇਮੰਡ ਜੁਬਲੀ ਸੈਲੀਬ੍ਰੇਸ਼ਨ ਦੇ ਵਿੱਚ ਕਿਸ ਤਰੀਕੇ ਦਾ ਇਹ ਸਮਾਂ ਸੀਗਾ, ਇਸ ਤਰੀਕੇ ਦੀ ਇਹ ਇਤਿਹਾਸ ਦੱਸਿਆ ਗਿਆ ਹੈ। ਇਹਦੇ ਵਿੱਚ ਇਹ ਚੀਜ਼ ਇੱਥੇ ਤਸਦੀਕ ਕੀਤੀ ਗਈ ਹੈ। ਇਹ ਇਹਨਾਂ ਦੇ ਇੰਡੀਆ ਦੇ ਵਿੱਚ ਜਿੱਦਾਂ ਸੀਗਾ, ਜਾਂ ਉਦੋਂ ਉਸ ਟਾਈਮ ਜਿਹੜਾ ਪਾਕਿਸਤਾਨ ਜਿਹਨੂੰ ਆਪਾਂ ਪੂਰਾ ਸੀਗਾ ਨਾਲ ਸੀਗਾ, ਪਾਕਿਸਤਾਨ ਬਾਅਦ 'ਚ ਬਣਿਆ। ਖਾਲਸਾ ਸਕੂਲ ਸਿਆਲਕੋਟ ਦੇ ਵਿੱਚ ਪੜ੍ਹਦੇ ਸੀਗੇ ਉਹਨਾਂ ਨੇ 8ਵੀਂ ਤੋਂ ਬਾਅਦ ਖਾਲਸਾ ਹਾਈ ਸਕੂਲ ਸਿਆਲਕੋਟ ਉੱਥੇ ਦਾਖਲਾ ਲਿਆ, ਕਿਉਂਕਿ ਉੱਥੇ ਉਹਨਾਂ ਨੂੰ ਵਜੀਫਾ ਮਿਲਦਾ ਸੀਗਾ। ਫੀਸ ਜਿਹੜੀ ਸੀ ਉਹ ਮਾफ़ ਕੀਤੀ ਗਈ ਸੀ। 10ਵੀਂ ਵੀ ਉੱਥੋਂ ਹੀ ਉਹਨੇ ਪਾਸ ਕੀਤੀ। ਜਿਹੜੀ 10ਵੀਂ ਕਲਾਸ ਸੀਗੀ ਉਹ ਸਿਆਲਕੋਟ ਉਹਨਾਂ ਨੇ ਖਾਲਸਾ ਸਕੂਲ ਤੋਂ ਉੱਥੇ 10th ਕੀਤੀ ਸੀਗੀ। ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਜਿੱਥੇ ਕਿ ਉਹਨਾਂ ਨੇ ਦੱਸਿਆ ਕਿ ਗੁਰਬਾਣੀ ਸੁਣਨਾ, ਕੀਰਤਨ ਕਰਨਾ, ਪਾਠ ਕਰਨਾ, ਇਹ ਸਾਰਾ ਕੁਛ ਉਹਨਾਂ ਦੀ ਮਤਲਬ ਕਿ ਸ਼ੁਰੂ ਤੋਂ ਹੀ ਮੁੱਢਲੀ ਸਿੱਖਿਆ ਦਾ ਇੱਕ ਹਿੱਸਾ ਸੀ ਉਹਨਾਂ ਦੇ, ਆਪਣੀ ਜਿਹੜੀ ਇਹ ਸਾਰੀਆਂ ਚੀਜ਼ਾਂ ਸੀਗੀਆਂ।
ਇਸ ਦੇ ਨਾਲ ਹੀ ਨੀਚੇ ਤੇ ਉੱਪਰ ਜਿਹੜਾ ਖਾਸ ਕਰਕੇ ਦਿੱਤਾ ਗਿਆ ਉਹ ਜਿਹੜੀਆਂ ਉਪਲਬਧੀਆਂ ਜਾਂ ਜਿਹੜੀਆਂ ਉਸ ਟਾਈਮ ਦੀਆਂ ਘਟਨਾਵਾਂ ਜਾਂ ਹੈਪਨਿੰਗਸ ਹੋ ਰਹੀਆਂ ਸੀਗੀਆਂ ਇੰਟਰਨੈਸ਼ਨਲ ਲੈਵਲ ਤੇ, ਉਹਨਾਂ ਚੀਜ਼ਾਂ ਨੂੰ ਇੱਥੇ ਤਸਦੀਕ ਕੀਤਾ ਗਿਆ। ਉੱਪਰ 1897 ਦੀ ਸਾਰਾਗੜੀ, ਬੈਟਲ ਆਫ ਸਾਰਾਗੜੀ, ਉਹਦੀ ਗੱਲ ਕੀਤੀ ਗਈ ਹੈ। ਦਿੱਲੀ ਦਰਬਾਰ ਦੀ ਗੱਲ ਕੀਤੀ ਗਈ ਹੈ। ਗਾਂਧੀ ਦਾ ਭਾਰਤ ਵਿੱਚ ਆਗਮਨ, ਇੰਟਰਨੈਸ਼ਨਲ ਘਟਨਾਵਾਂ 1915 ਦੇ ਵਿੱਚ ਇਹ ਹੋ ਰਹੀ ਸੀ, ਇਹਦੀ ਗੱਲ ਕੀਤੀ ਗਈ ਹੈ। ਕਰਤਾਰ ਸਿੰਘ ਸਰਾਭਾ ਨੂੰ ਗਦਰ ਲਹਿਰ ਦੇ ਦੋਸ਼ ਵਿੱਚ ਫਾਂਸੀ, ਇਸ ਚੀਜ਼ ਦੀ ਗੱਲ ਕੀਤੀ ਗਈ ਹੈ। ਇੱਥੇ ਉਸ ਚੀਜ਼ ਨੂੰ ਵੀ ਡਿਸਪਲੇ ਵਿੱਚ ਲੈ ਕੇ ਆਇਆ ਗਿਆ ਹੈ। ਇਹ ਸਾਰੀਆਂ ਇੰਟਰਨੈਸ਼ਨਲ ਉਸ ਟਾਈਮ ਜਿਹੜੀਆਂ ਘਟਨਾਵਾਂ ਜਾਂ ਜਿਹੜੀ ਹਿੰਦੁਸਤਾਨ ਜਿਹੜਾ ਸੀਗਾ, ਜਿਹੜਾ ਆਲਰੇਡੀ ਅੰਗਰੇਜ਼ੀ ਹਕੂਮਤ, ਅੰਗਰੇਜ਼ਾਂ ਦੇ ਅੰਡਰ ਸੀਗਾ, ਉਹਨਾਂ ਦੇ ਰੂਲ ਦੇ ਵਿੱਚ ਸੀਗਾ, ਉਦੋਂ ਕੀ ਇੰਟਰਨੈਸ਼ਨਲ ਲੈਵਲ ਤੇ ਕੀ ਘਟਨਾਵਾਂ ਹੋ ਰਹੀਆਂ ਸੀਗੀਆਂ, ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਥੇ ਤਸਦੀਕ ਕੀਤਾ ਗਿਆ। ਇਹਦੇ ਬਾਅਦ ਹੀ 1905 ਦੀ ਇੱਥੇ ਥੱਲੇ ਦਿਖਾਇਆ ਗਿਆ ਕਿ ਉਹ 'ਚ ਰੂਸੀ ਕ੍ਰਾਂਤੀ, ਰਸ਼ੀਅਨ ਰੈਵੋਲੂਸ਼ਨ ਵੀ ਉਸ ਟਾਈਮ ਜਿਹੜੀ ਹੈ 1905 ਦੇ ਵਿੱਚ, ਉਹਦਾ ਵੀ ਉਸ ਟਾਈਮ ਤੇ ਆਗਾਜ਼ ਹੁੰਦਾ, ਉਹ ਵੀ ਉਸ ਟਾਈਮ ਚੱਲ ਰਹੀ ਸੀ। 1908 ਦੀ ਵੀ ਇੱਥੇ ਗੱਲ ਕੀਤੀ ਗਈ ਹੈ। ਬੜਾ ਸੋਹਣਾ ਡਿਸਪਲੇ ਕੀਤਾ ਗਿਆ ਜਦੋਂ ਕਿ ਸਿਗਮੰਡ ਫਰੂਡ ਜਿਹੜਾ ਹੈਗਾ ਸਟੈਬਲਿਸ਼ਡ ਫਸਟ, ਉਹਨਾਂ ਨੇ ਸਾਈਕੋਐਨੈਲਿਟਿਕ ਸੁਸਾਇਟੀ ਇਨ ਵੇਨੀਆ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਸੰਸਥਾ ਜਿਹੜੀ ਸੀ ਮਨੋ ਵਿਸ਼ਲੇਸ਼ਣ ਕਰਨ ਵਾਸਤੇ ਜਿਹੜੀ ਹੈਗੀ ਉਹ ਸਥਾਪਨਾ ਕੀਤੀ ਉਸ ਪਰਟੀਕੂਲਰ ਸੁਸਾਇਟੀ ਦੀ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਸੀ ਲਗਾਤਾਰ ਚੱਲ ਰਹੀਆਂ ਸੀ। ਔਰ ਉਹਦੇ ਨਾਲ ਹੀ ਜਿਹੜਾ ਇੱਕ ਸ਼ਹੀਦ ਸੀਗਾ, ਜਿਹੜਾ ਅਨਨੋਨ ਮਾਰਟੀਅਰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਦੀ ਉਥਲ ਪੁਥਲ ਜਿਹੜੀ ਹੈ ਉਹ ਚੱਲ ਰਹੀ ਸੀਗੀ। ਉਹ ਪੜ੍ਹ ਲਿਖ ਰਹੇ ਸੀਗੇ, ਵੱਡੇ ਹੋ ਰਹੇ ਸੀਗੇ, ਤੇ ਉਹਦੇ ਨਾਲ ਹੀ ਉਹਨਾਂ ਨੇ ਫਿਰ ਡਾਕਟਰੀ ਜਿਹੜੀ ਹੈ ਉਹ ਪਾਸ ਕੀਤੀ। ਕਿਸ ਤਰੀਕੇ ਦੇ ਨਾਲ ਡਾਕਟਰੀ ਦੇ ਬਾਅਦ ਉਹ ਫੌਜ 'ਚ ਜਾਂਦੇ ਨੇ, ਕਿਸ ਤਰ੍ਹਾਂ ਉਹ ਸੰਘਰਸ਼ ਦੇ ਵਿੱਚ ਪੈਂਦੇ ਨੇ, ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਆਪ ਵਾਰ ਦਿੱਤਾ। ਬਹੁਤ ਹੀ ਵੱਡੀ ਇੱਕ ਜੱਦੋ-ਜਹਿਦ, ਇੰਨੀਆਂ ਵੱਡੀਆਂ ਘਟਨਾਵਾਂ ਔਰ ਹੈਪਨਿੰਗਸ ਜਿਹੜੀਆਂ ਵਿਸ਼ਵ ਪੱਧਰ 'ਤੇ ਹੋ ਰਹੀਆਂ ਸੀ, ਉਸ ਦੇ ਨਾਲ ਹੀ ਇੱਕ ਸਿਆਲਕੋਟ 'ਚ ਪੜ੍ਹਿਆ ਹੋਇਆ, ਖਾਲਸਾ ਸਕੂਲ 'ਚ ਪੜ੍ਹਿਆ ਹੋਇਆ ਇੱਕ ਨੌਜਵਾਨ ਤਿਆਰ ਹੋ ਰਿਹਾ ਸੀਗਾ ਦੇਸ਼ ਨੂੰ ਸਮਰਪਿਤ ਹੋਣ ਵਾਸਤੇ। ਬਹੁਤ ਹੀ ਇੰਟਰਸਟਿੰਗ ਹੈਗੀ ਹੈ, ਬਹੁਤ ਘੱਟ ਲੋਕ ਹੈਗੇ ਔਰ ਬੜਾ ਡਿਫਰੈਂਟ ਪਰਸੋਨਾ ਜਾਂ ਪਰਸਨੈਲਿਟੀ ਹੈਗੀ ਹੈ ਜੇ ਗੱਲ ਕਰੀਏ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ। ਅੱਗੇ ਤੁਹਾਨੂੰ ਦੱਸਾਂਗੇ, ਜਿਸ ਤਰ੍ਹਾਂ ਕਿ ਬਾਹਰ ਵੀ ਤੁਹਾਨੂੰ ਬੋਰਡ ਤੋਂ ਪੜ੍ਹ ਕੇ ਮੈਂ ਦੱਸਿਆ ਸੀ, ਔਰ ਅਦਰਵਾਈਜ਼ ਉਹਨਾਂ ਬਾਰੇ ਜੋ ਸਾਨੂੰ ਜਾਣਕਾਰੀ ਗਿਆਨ ਹੈਗਾ ਕਿ ਉਹ ਪੋਇਟ ਵੀ ਸੀਗੇ, ਰਾਈਟਰ ਵੀ ਸੀਗੇ, ਇੱਕ ਫਿਜ਼ੀਸ਼ੀਅਨ ਡਾਕਟਰ ਵੀ ਸੀਗੇ, ਬਹੁਤ ਕੁਝ ਸੀਗੇ। ਉਹ ਆਪਣੇ ਆਪ ਦੇ ਵਿੱਚ ਬਹੁਤ ਮਹਾਨ ਪਰਸਨੈਲਿਟੀ ਸੀਗੀ ਔਰ ਕਿਸ ਤਰੀਕੇ ਨਾਲ ਇਹ ਸੰਜੋ ਕੇ ਰੱਖਿਆ ਗਿਆ ਸਾਰਾ ਮਿਊਜ਼ੀਅਮ, ਅੱਗੇ ਵੀ ਤੁਹਾਨੂੰ ਦੱਸਦੇ ਹਾਂ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਜ਼ਿੰਦਗੀ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਤੁਹਾਨੂੰ ਇੱਥੇ ਇਹ ਚੀਜ਼ ਜਿਹੜੀ ਹੈ ਤਸਵੀਰ ਹੈ, ਇਹ ਵੀ ਆਪਣੇ ਆਪ ਦੇ ਵਿੱਚ ਕਾਫੀ ਕੁਝ ਬੋਲਦੀ ਹੈ। ਇਹ ਲਾਹੌਰ ਦਿਖਾਇਆ ਹੋਇਆ, ਦੇਖੋ ਇਸ 'ਤੇ ਸਾਈਨ ਬੋਰਡ ਦੇ ਉੱਪਰ ਲਾਹੌਰ, ਜਿਹੜਾ ਅੱਜ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਕਿ ਸਾਈਨ ਬੋਰਡਸ ਪੰਜਾਬੀ 'ਚ ਹੋਣੇ ਚਾਹੀਦੇ, ਪਰ ਉਸ ਟਾਈਮ ਮੇਨ ਜਿਹੜੀ ਲੈਂਗੁਏਜ ਸੀਗੀ, ਕਿਉਂਕਿ ਅੰਗਰੇਜ਼ਾਂ ਦੀ ਹਕੂਮਤ ਆ ਚੁੱਕੀ ਸੀ, ਉੱਪਰ ਲਾਹੌਰ ਅੰਗਰੇਜ਼ੀ 'ਚ ਲਿਖਿਆ ਹੋਇਆ, ਉਹਦੇ ਬਾਅਦ ਲਾਹੌਰ ਪੰਜਾਬੀ 'ਚ, ਅਤੇ ਉਹਦੇ ਬਾਅਦ ਹਿੰਦੀ ਦੇ ਵਿੱਚ, ਅਤੇ ਨਾਲ ਉਰਦੂ ਦੇ ਵਿੱਚ ਲਿਖਿਆ ਹੋਇਆ। ਪਰ ਆਪਾਂ ਜੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ 1919 ਦਾ ਜ਼ਿਕਰ ਆਉਂਦਾ। ਹੁਣ 1919 ਦੇ ਜ਼ਿਕਰ ਦੇ ਵਿੱਚ ਜੇ ਗੱਲ ਕਰੀਏ ਤਾਂ ਦੀਵਾਨ ਸਿੰਘ ਕਾਲੇ ਪਾਣੀ ਜਿਹੜੇ ਸੀਗੇ ਉਹ ਬਤੌਰ ਡਾਕਟਰ ਫੌਜ ਦੇ ਵਿੱਚ ਭਰਤੀ ਹੋ ਗਏ ਸਨ, ਅਤੇ ਉਸ ਦੇ ਬਾਅਦ ਰਾਵਲਪਿੰਡੀ ਛਾਉਣੀ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ। ਰਾਵਲਪਿੰਡੀ ਭੇਜ ਦਿੱਤਾ ਗਿਆ ਸੀ, ਪਾਕਿਸਤਾਨ 'ਚ ਰਾਵਲਪਿੰਡੀ ਹੈ, ਉੱਥੇ ਉਹਨਾਂ ਨੂੰ ਤੈਨਾਤ ਕਰ ਦਿੱਤਾ ਗਿਆ ਸੀ ਐਜ਼ ਅ ਡਾਕਟਰ। ਉਹ ਬੜੀ ਲਗਨ ਅਤੇ ਉਤਸ਼ਾਹ ਦੇ ਨਾਲ ਕੰਮ ਕਰਨ ਲੱਗ ਗਏ। ਜ਼ਖਮੀ ਅਤੇ ਬਿਮਾਰ ਸਿਪਾਹੀਆਂ ਨੂੰ ਦੇ ਨਾਲ ਗੱਲਬਾਤ ਕਰਦੇ, ਉਹਨਾਂ ਦੀਆਂ ਚਿੱਠੀਆਂ ਵੀ ਲਿਖਦੇ ਸਨ, ਕਿਉਂਕਿ ਕਈਆਂ ਨੂੰ ਦਿੱਕਤ ਸੀਗੀ, ਪਰੇਸ਼ਾਨੀ ਸੀ, ਉਹਨਾਂ ਦੀ ਚਿੱਠੀਆਂ, ਉਹਨਾਂ ਦੇ ਘਰ ਪਰਿਵਾਰ ਨੂੰ ਚਿੱਠੀ ਭੇਜਣ ਦਾ ਜਿਹੜਾ ਸਿਲਸਿਲਾ ਹੁੰਦਾ ਸੀ, ਉਹਦੇ ਵਿੱਚੋਂ ਚਿੱਠੀਆਂ ਲਿਖਦੇ ਸਨ, ਉਹਨਾਂ ਨੂੰ ਦਿਲਾਸਾ ਵੀ ਦਿੰਦੇ ਸਨ। ਅਤੇ ਉਹ ਦੂਜੇ ਫੌਜੀ ਡਾਕਟਰ ਜਿਹੜੇ ਸੀਗੇ ਉਹਨਾਂ ਤੋਂ ਬਿਲਕੁਲ ਵੱਖ ਸਨ, ਕਿਉਂਕਿ ਦੀਵਾਨ ਸਿੰਘ ਕਾਲੇ ਪਾਣੀ ਇੱਕ ਇਹੋ ਜਿਹੀ ਸ਼ਖਸੀਅਤ ਉਸ ਟਾਈਮ 'ਤੇ ਬਣ ਰਹੀ ਸੀਗੀ, ਉਹ ਬਿਲਕੁਲ ਤਿਆਰ ਹੋ ਰਹੇ ਸੀਗੇ, ਅਤੇ ਡੈਫੀਨੇਟਲੀ ਉਹ ਬਾਕੀ ਡਾਕਟਰਸ ਜਾਂ ਫੌਜੀਆਂ ਤੋਂ ਬਿਲਕੁਲ ਅਲੱਗ ਕਿਸਮ ਦੀ ਸ਼ਖਸੀਅਤ ਸੀਗੀ। ਉਹਨਾਂ 'ਚ ਕੁਛ ਵੱਖ ਚੀਜ਼ ਸੀਗੀ, ਇੱਕ ਚਿਣਗ ਸੀਗੀ, ਜਿਹੜੀ ਚਿਣਗ ਸ਼ਾਇਦ ਬਾਕੀ ਲੋਕਾਂ ਦੇ ਵਿੱਚ ਨਹੀਂ ਸੀਗੀ। ਇਸ ਤਰ੍ਹਾਂ ਹੀ ਇਹ ਇਤਿਹਾਸ ਅੱਗੇ ਬਹੁਤ ਕੁਛ ਦੱਸਦਾ ਹੈ, ਬਹੁਤ ਕੁਛ ਬੋਲਦਾ ਹੈ, ਕਿਸ ਤਰੀਕੇ ਦੇ ਨਾਲ ਫਿਰ ਅੱਗੇ ਇਹ ਸਾਰਾ ਕੁਛ ਤੁਰਦਾ, ਕਿਵੇਂ ਮੂਵਮੈਂਟ ਅੱਗੇ ਤੁਰਦੀਆਂ ਨੇ। ਉਸ ਦੇ ਨਾਲ ਹੀ ਇਹਦੇ ਨੀਚੇ ਜਿਹੜਾ ਤਸਦੀਕ ਕੀਤੀ ਗਈ ਹੈ ਉਹ ਇੰਟਰਨੈਸ਼ਨਲ, ਫਿਰ ਦੁਬਾਰਾ ਤੋਂ ਇੰਟਰਨੈਸ਼ਨਲ ਜਿਹੜੀਆਂ ਘਟਨਾਵਾਂ ਹੋ ਰਹੀਆਂ ਸੀਗੀਆਂ ਉਹ ਦੱਸੀਆਂ ਗਈਆਂ, ਜਿਵੇਂ ਕਿ ਪਹਿਲੇ ਵਿਸ਼ਵ ਯੁੱਧ ਦਾ ਅੰਤ ਕਦੋਂ ਹੋਇਆ, 1919 ਦੇ ਵਿੱਚ ਹੋਇਆ। ਬੜੀ ਇੰਟਰਸਟਿੰਗ ਗੱਲ ਐਲਬਰਟ ਆਇਨਸਟਾਈਨ ਦੀ ਗੱਲ ਕੀਤੀ ਗਈ ਹੈ, ਜਿਹਨੇ ਕਿ ਰਿਲੇਟਿਵ ਜਿਹੜੀ ਥਿਊਰੀ ਹੈਗੀ ਹੈ
ਉਸ ਦਾ ਜਿਹੜਾ ਸੀਗਾ ਉਹਨੇ ਉਹ ਪ੍ਰੈਜ਼ੈਂਟ ਕੀਤੀ ਸੀ, ਪੇਸ਼ਕਾਰੀ ਉਹਦੀ ਕੀਤੀ ਸੀਗੀ। ਉਸ ਦੇ ਨਾਲ ਹੀ ਇਹਦੇ ਵਿੱਚ ਸਟਾਲਿਨ ਦੀ ਗੱਲ ਕੀਤੀ ਗਈ ਹੈ। ਸਟਾਲਿਨ ਜਿਹੜਾ ਸੀਗਾ ਉਹ ਸੈਕਟਰੀ ਅਪਾਇੰਟ ਕੀਤਾ ਗਿਆ ਸੀ ਕਮਿਊਨਿਸਟ ਪਾਰਟੀ ਦਾ, ਖੱਬੇ ਪੱਖੀ ਜਿਹੜੀ ਪਾਰਟੀ ਹੈਗੀ ਹੈ ਉਹਦੇ ਉਹ ਜਨਰਲ ਸੈਕਟਰੀ ਜਿਹੜੇ ਨੇ ਉਹ ਅਪਾਇੰਟ ਕੀਤੇ ਗਏ ਸੀ। 1922 ਦੀ ਕਹਿ ਸਕਦੇ ਹਾਂ ਕਿ ਘਟਨਾ ਹੈਗੀ ਆ, ਜਾਂ ਇੱਕ ਉਸ ਟਾਈਮ ਦੀ ਇੱਕ ਜੋ ਚੀਜ਼ਾਂ ਵਾਪਰ ਰਹੀਆਂ ਸੀਗੀਆਂ ਉਹਨਾਂ ਚੀਜ਼ਾਂ 'ਚੋਂ ਹੈਗਾ। ਹੁਣ ਉੱਪਰ ਦੇਖਿਆ ਜਾਏ ਤਾਂ ਇਹਦੇ ਵਿੱਚ ਵੀ ਬੜੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਹਨ। ਨੌਨ ਕਾਰਪੋਰੇਸ਼ਨ ਮੂਵਮੈਂਟ, ਖਾਸ ਕਰਕੇ ਮਹਾਤਮਾ ਗਾਂਧੀ ਦੀ, ਉਹ ਵੀ ਇੱਥੇ ਤਸਦੀਕ ਕੀਤੀ ਗਈ ਹੈ। ਜਲਿਆਂਵਾਲੇ ਬਾਗ ਦੀ 1919 ਦੇ ਵਿੱਚ ਉਹ ਗੱਲ ਵੀ ਦੱਸੀ ਗਈ ਹੈ। 1920 ਦੇ ਵਿੱਚ ਨੌਨ ਕਾਰਪੋਰੇਸ਼ਨ ਮੂਵਮੈਂਟ ਦੀ ਗੱਲ ਕੀਤੀ ਗਈ ਹੈ। ਇਹ ਜਿਹੜੀਆਂ ਗੱਲਾਂ ਨੇ ਇਹ ਹੌਲੀ ਹੌਲੀ ਜਿਹੜੀਆਂ ਨੇ ਇਹ ਇੰਡੀਆ ਦੀ ਜਿਹੜੀ ਅੱਗੇ ਸਟਰਗਲ ਸੀਗੀ, ਫਰੀडम ਸਟਰਗਲ ਸੀਗੀ, ਉਸ ਦੇ ਵੱਲ ਇਹ ਕੜੀ ਤੁਰ ਰਹੀ ਹੈ। ਉਹਦੇ ਬਾਅਦ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਲੱਗਿਆ ਸੀ, ਇਹ ਬਹੁਤ ਇੰਪੋਰਟੈਂਟ ਹੈ, ਪੰਜਾਬ ਨੂੰ ਲੈ ਕੇ ਵੀ ਬਹੁਤ ਇੰਪੋਰਟੈਂਟ ਹੈ। ਗੁਰੂ ਕੇ ਬਾਗ ਦਾ ਮੋਰਚਾ, ਉਸ ਦੀ ਵੀ ਇੱਥੇ ਜਿਹੜੀ ਹੈਗੀ ਹੈ ਪੇਸ਼ਕਾਰੀ ਕੀਤੀ ਗਈ ਹੈ, ਤੇ ਜੈਤੋ ਮੋਰਚਾ ਇਹਦੀ ਵੀ ਪੇਸ਼ਕਾਰੀ ਕੀਤੀ ਗਈ ਹੈ। ਦੋ ਮੋਰਚੇ ਪੰਜਾਬ 'ਚ ਹੋਣ ਦੇ ਨਾਤੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਔਰ ਇਤਿਹਾਸ ਦਾ ਬਹੁਤ ਹੀ ਜ਼ਿਆਦਾ ਵੱਡਾ ਹਿੱਸਾ ਨੇ। ਇਸ ਦੇ ਨਾਲ ਨਾਲ ਹੀ ਦੀਵਾਨ ਸਿੰਘ ਕਾਲੇ ਪਾਣੀ ਦੀ ਜ਼ਿੰਦਗੀ ਵੀ ਇੱਥੇ ਚੱਲ ਰਹੀ ਹੈ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਅਸੀਂ ਜੀਵਨੀ ਨੂੰ ਅੱਗੇ ਤੋਰਦੇ ਹਾਂ ਔਰ ਹੋਰ ਵੀ ਗੱਲਾਂ ਬਾਤਾਂ ਕਰਦੇ ਹਾਂ। ਤੁਹਾਨੂੰ ਇੱਕ ਹਿੱਸਾ ਦਿਖਾਇਆ ਅਸੀਂ। ਅਗਲੇ ਹਿੱਸੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜਿਹੜੀ ਡਿਸਪਲੇ ਕੀਤੇ ਗਏ ਹੈ ਉਹਦੇ ਵਿੱਚ ਖਾਸ ਕਰਕੇ ਇਸ ਡਿਸਪਲੇ ਦੇ ਵਿੱਚ ਰੰਗੂਨ ਦੀ ਗੱਲ ਕੀਤੀ ਗਈ ਹੈ। ਰੰਗੂਨ ਦੀ ਗੱਲ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਆਰਮੀ ਵਾਜ਼ ਆਲਵੇਜ਼ ਔਨ ਮੂਵ, ਜਿਹੜੀ ਫੌਜ ਸੀ ਉਹ ਲਗਾਤਾਰ ਗਤੀਸ਼ੀਲ ਸੀਗੀ। ਅਕਤੂਬਰ 1924 ਦੇ ਵਿੱਚ ਉਸ ਦੀ ਰੈਜੀਮੈਂਟ ਨੂੰ ਰੰਗੂਨ ਜਾਣ ਦਾ ਮੌਕਾ ਮਿਲਿਆ। ਕਾਲੇ ਪਾਣੀ ਸਾਹਿਬ ਜਿਹੜੇ ਨੇ ਡਾਕਟਰ ਸਾਹਿਬ ਦੀ, ਉਹਨਾਂ ਦੀ ਗੱਲ ਹੋ ਰਹੀ ਹੈ। ਦੀਵਾਨ ਸਿੰਘ ਆਪਣੀ ਪਤਨੀ ਤੇ 2 ਬੱਚਿਆਂ ਸਮੇਤ ਰੰਗੂਨ ਚਲੇ ਗਏ ਔਰ ਫਿਰ ਰੰਗੂਨ ਛਾਉਣੀ ਦੇ ਵਿੱਚ ਉੱਥੇ ਜਾ ਕੇ ਰੰਗੂਨ ਦੇ ਵਿੱਚ ਰਹਿਣ ਲੱਗ ਪਏ। ਇਸ ਤਰੀਕੇ ਦਾ ਉਹਨਾਂ ਨੂੰ, ਕਿਉਂਕਿ ਨਿਰੰਤਰ ਚੱਲਦੀ ਰਹਿੰਦੀ ਸੀਗੀ। ਜਾਪਾਨ ਜਿਹੜਾ ਸੀਗਾ ਉਹ ਆਪਣੇ ਆਪ ਦੇ ਵਿੱਚ ਉਸ ਟਾਪੂ ਦੇ ਵਿੱਚ ਖਾਸ ਕਰਕੇ ਸੀਗਾ। ਉਸ ਦੀ ਪਹਿਲੀ ਕਵਿਤਾ ਜਿਹੜੀ ਹੈ ਕਲਕੱਤੇ ਤੋਂ ਛਪਦੇ ਰਸਾਲੇ ਕਵੀ ਵਿੱਚ ਛਪੀ। ਕਵੀ ਇੱਕ ਰਸਾਲਾ ਛਪਦਾ ਸੀਗਾ ਕਲਕੱਤਾ ਤੋਂ। ਉਹਨਾਂ ਦੀ ਪਹਿਲੀ ਕਵਿਤਾ ਜਿਹੜੀ ਸੀ, ਪਹਿਲੀ ਉਹਨਾਂ ਦੀ ਜਿਹੜੀ ਬੰਦਿਸ਼ ਸੀਗੀ, ਪੋਇਟਰੀ ਸੀਗੀ, ਉਹ ਇਸ ਰਸਾਲੇ ਦੇ ਵਿੱਚ ਕਵੀ ਨਾਮ ਦਾ ਕਲਕੱਤੇ ਤੋਂ ਛਪਦਾ ਸੀ, ਉਸ 'ਚ ਛਪੀ। ਗੁਰਦੁਆਰੇ ਵਿੱਚ ਪੰਜਾਬੀ ਸ਼ੁਰੂ ਉਹਨਾਂ ਨੇ ਕੀਤੀ। ਉਹਦੇ ਬਾਅਦ ਬੱਚਿਆਂ ਦੀ ਗਿਣਤੀ ਉਸ ਜਿਹੜੀ 200 ਦੇ ਕਰੀਬ ਹੋ ਗਈ। ਇੱਦਾਂ ਦੀ ਕਈ ਚੀਜ਼ਾਂ ਨੇ ਜਿਹੜੀਆਂ ਉਹ ਲਗਾਤਾਰ ਗਤੀਸ਼ੀਲ ਰਹੇ, ਐਕਟਿਵ ਰਹਿਣ ਵਾਲੇ ਵਿਅਕਤੀ ਸੀਗੇ। ਇਹ ਤਸਵੀਰਾਂ ਨੇ ਰੰਗੂਨ ਦੀਆਂ ਦਿਖਾਈਆਂ ਹੋਈਆਂ ਨੇ। ਇਹ ਉਹਨਾਂ ਨੇ ਰੰਗੂਨ ਦਾ ਪੂਰੇ ਆਪਣੇ ਜਾਪਾਨ ਦਾ ਤੇ ਉਸ ਰੰਗੂਨ ਦਾ ਖਾਸ ਕਰਕੇ ਨਕਸ਼ਾ ਦਿਖਾਇਆ ਹੋਇਆ ਹੈ। ਇੱਧਰ ਸੀਰੀਆ ਉਸ ਟਾਈਮ ਦਾ ਕਿਵੇਂ ਦਾ ਨਕਸ਼ਾ ਹੁੰਦਾ ਸੀਗਾ। ਉਹਦੇ ਬਾਅਦ ਹੀ ਤੁਸੀਂ ਦੇਖ ਸਕਦੇ ਹੋ ਇਹ ਕੁਝ ਤਸਵੀਰਾਂ ਨੇ ਜਿਹੜੀਆਂ ਡਿਸਪਲੇ 'ਤੇ ਲੱਗੀਆਂ ਹੋਈਆਂ ਨੇ। ਉਹਦੇ ਬਾਅਦ ਇਹਦੇ 'ਚ ਖਾਸ ਕਰਕੇ ਦਿਖਾਇਆ ਗਿਆ ਕਿ 1926 ਦੇ ਵਿੱਚ ਦੀਵਾਨ ਸਿੰਘ ਕਾਲੇ ਪਾਣੀ ਜਿਹੜੇ ਹੈਗੇ ਆ ਉਹ SS ਮਹਾਰਾਜਾ ਦੇ ਤੌਰ 'ਤੇ ਐਜ਼ ਸਿਵਲ ਡਾਕਟਰ ਐਟ ਦੁਨਾਸ ਪੁਆਇੰਟ ਅੰਡੇਮਾਨ ਦੇ ਵਿੱਚ ਪਹੁੰਚ ਜਾਂਦੇ ਆ। ਇੱਥੋਂ ਜਿਹੜੀ ਇਹ ਚੀਜ਼ਾਂ ਥੋੜ੍ਹੀਆਂ ਡਿਫਰੈਂਟ ਹੋਣ ਲੱਗਦੀਆਂ। ਅਤੇ ਉਹਦੇ ਬਾਅਦ ਹਰੇ ਨੀਲੇ ਚਮਕਦੇ ਪਾਣੀ, ਤੰਗ ਖਾੜੀਆਂ ਅਤੇ ਸ਼ਾਨਦਾਰ ਉੱਚੇ ਰੁੱਖਾਂ ਵਾਲੀ ਇਹ ਸੁੰਦਰ ਜਗ੍ਹਾ ਮਨ ਨੂੰ ਮੋਹ ਲੈਂਦੀ। ਵੱਖੋ ਵੱਖ ਸੰਸਕ੍ਰਿਤੀ ਵਾਲੇ ਭਾਰਤ, ਬਰਮਾ ਅਤੇ ਸ਼੍ਰੀਲੰਕਾ ਤੋਂ ਆਏ ਮੁਲਜ਼ਮਾਂ ਦੀ ਇਹ ਆਬਾਦੀ ਸੀ। ਮੁਲਜ਼ਮ ਸੀ ਉੱਥੇ ਅੰਡੇਮਾਨ ਨਿਕੋਬਾਰ ਦੇ ਵਿੱਚ। ਇਹ ਉਦੋਂ ਦਿਖਾਇਆ ਜਦੋਂ ਉਹਨਾਂ ਨੂੰ ਅੰਡੇਮਾਨ ਨਿਕੋਬਾਰ ਭੇਜ ਦਿੱਤਾ ਗਿਆ ਸੀਗਾ। ਅਤੇ ਉਹਦੇ ਵਿੱਚ ਮੁਲਜ਼ਮਾਂ ਦੀ ਇਹ ਆਬਾਦੀ ਸੀਗੀ। ਉੱਥੇ ਸਿਰਫ ਮੁਲਜ਼ਮ ਸੀਗੇ, ਐਕਿਊਜ਼ਡ ਸੀਗੇ, ਕੈਦੀ ਸੀਗੇ। ਜਦ ਕਿ ਇੰਨੀ ਸੋਹਣੀ ਧਰਤੀ ਸੀਗੀ, ਉਹਦੇ ਬਾਵਜੂਦ ਵੀ ਇਸ ਤਰੀਕੇ ਦਾ ਸੀ। ਉੱਥੇ ਪਾਣੀ ਦਾ ਉਹਨਾਂ ਨੇ ਰੰਗ ਦੱਸਿਆ ਕਿਸ ਤਰੀਕੇ ਦਾ, ਉੱਥੇ ਕਿੰਨੀ ਪਿਆਰੀ ਇੱਕ ਜਗ੍ਹਾ ਸੀਗੀ, ਟਾਪੂ ਬਹੁਤ ਸੋਹਣਾ ਹੈਗਾ। ਅਤੇ ਉੱਥੇ ਸੈਟਲ ਹੋ ਗਏ। ਉਹਦੇ ਬਾਅਦ ਉਹਨਾਂ ਦੀ ਕਹਾਣੀ ਜਿਹੜੀ ਆ ਹੋਰ ਅੱਗੇ ਚੱਲਦੀ ਹੈ। ਨਾਲ ਨਾਲ ਹੀ ਇੱਥੇ ਨੀਚੇ ਫਿਰ ਦੁਬਾਰਾ ਤੋਂ ਦਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਚੀਜ਼ਾਂ ਚੱਲ ਰਹੀਆਂ ਸੀ, ਜਿਹਦੇ ਵਿੱਚ ਉਹਨਾਂ ਨੇ ਬਿਲੀਅਨਸ ਲੋਸਟ ਐਜ਼ ਸਟਾਕਸ ਕ੍ਰੈਸ਼, ਉਸ ਟਾਈਮ ਵੀ ਸ਼ੇਅਰ ਮਾਰਕੀਟ ਕ੍ਰੈਸ਼ ਕੀਤੀ। ਇਹ 1929 ਦੀ ਗੱਲ ਹੋ ਰਹੀ ਹੈ। 1934 ਦੇ ਵਿੱਚ ਹਿਟਲਰ ਦੀ ਇੱਥੇ ਗੱਲ ਕੀਤੀ ਗਈ ਹੈ। ਉਹਦੇ ਬਾਅਦ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗੇ ਅੱਗੇ ਵੱਧ ਰਿਹਾ ਔਰ ਵਿਸ਼ਵ ਯੁੱਧ ਦਾ ਆਰੰਭ, ਦੂਜੇ ਵਰਲਡ ਵਾਰ ਸੈਕਿੰਡ ਦਾ ਆਰੰਭ, ਉਸ ਚੀਜ਼ ਨੂੰ ਇੱਥੇ ਡਿਸਪਲੇ ਕੀਤਾ ਗਿਆ। ਇਸੇ ਤਰੀਕੇ ਦੇ ਨਾਲ ਫਿਰ ਇੱਥੇ ਟਾਪੂ ਦੀ ਗੱਲ ਕੀਤੀ ਗਈ ਹੈ ਕਿ ਉਸ ਟਾਪੂ ਦੇ 'ਤੇ ਜਿੱਥੇ ਤੈਨਾਤ ਹੋ ਗਏ ਸੀਗੇ ਕਾਲੇ ਪਾਣੀ, ਉੱਥੇ ਫਿਰ ਮਲੇਰੀਆ, ਬੇਰੀ ਅਤੇ ਹੋਰ ਟ੍ਰੋਪੀਕਲ ਕਈ ਤਰ੍ਹਾਂ ਦੀਆਂ ਐਸੀਆਂ ਬਿਮਾਰੀਆਂ ਸੀਗੀਆਂ ਜਿਹੜੀਆਂ ਕਿ ਉਹ ਬਿਮਾਰੀਆਂ ਜਿਹੜੀਆਂ ਸੀ ਉਹ ਟਾਪੂ 'ਤੇ ਆ ਗਈਆਂ ਸਨ। ਇਹ ਟਾਪੂ ਮਲੇਰੀਆ, ਬੇਰੀ ਅਤੇ ਕਈ ਹੋਰ ਬਿਮਾਰੀਆਂ ਨਾਲ ਗ੍ਰਸਤ ਹੋ ਗਿਆ ਸੀ। ਫਿਰ ਦੀਵਾਨ ਸਿੰਘ ਕਈ ਵਾਰ ਆਪਣੇ ਪਰਿਵਾਰ ਨੂੰ ਲੈ ਕੇ ਇਹਨਾਂ ਬਸਤੀਆਂ ਵਿੱਚ ਜਾਂਦਾ, ਉਹਨਾਂ ਸਾਰੀਆਂ ਬਸਤੀਆਂ ਜਿੱਥੇ ਕਿ ਇੱਦਾਂ ਦੀਆਂ ਬਿਮਾਰੀਆਂ ਜਿਹੜੀਆਂ ਫੈਲੀਆਂ ਹੋਈਆਂ ਸੀ, ਅਤੇ ਲੋਕਾਂ ਦਾ ਇਲਾਜ ਵੀ ਕਰਦਾ।
ਕਿਉਂਕਿ ਇੱਥੇ ਦੇ ਲੋਕਾਂ ਦੇ ਮਨ ਵਿੱਚ ਡਰ ਵਸਿਆ ਹੋਇਆ ਸੀ। ਪਰ ਕੁਝ ਸਮੇਂ ਵਿੱਚ ਹੀ ਦੀਵਾਨ ਸਿੰਘ ਕਾਲੇ ਪਾਣੀ ਨੇ ਉਹਨਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਜਿਹੜਾ ਸੀ ਉਹ ਜਿੱਤ ਲਿਆ ਸੀ। ਇਹ ਉਹਨਾਂ ਦੀ ਕਹਾਣੀ ਚੱਲ ਰਹੀ ਹੈ ਅਤੇ ਉੱਥੇ ਜਿਹੜੀ ਸੀਗੀ ਉਹਨਾਂ ਦੀ ਡਿਸਪੈਂਸਰੀ ਦੇ ਵਿੱਚੋਂ ਸਾਰੇ ਲੋਕ ਆਉਣ ਲੱਗ ਪਏ ਸਨ। ਫਿਰ ਉਹਨਾਂ ਲੋਕਾਂ ਨੇ ਅੰਦਰ ਛਿਪੇ ਗੁਣਾਂ ਦਾ ਉਸ ਨੂੰ ਅਨੁਮਾਨ ਲੱਗ ਗਿਆ ਸੀ। ਉਹ ਦੇਖਦੇ ਰਹਿੰਦੇ ਸੀ ਕਿ ਕਿਸ ਤਰੀਕੇ ਦੇ ਉਹਨਾਂ ਲੋਕਾਂ ਦੇ ਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਦੇ ਅੰਦਰ ਕੋਈ ਹੋਰ ਵੀ ਗੁਣ ਨੇ, ਬਹੁਤ ਡਿਫਰੈਂਟ ਵੱਖ ਤਰੀਕੇ ਦਾ ਕੋਈ ਇਨਸਾਨ ਉਹਨਾਂ ਦੇ ਕੋਲ ਆਇਆ, ਕਿਉਂਕਿ ਬਹੁਤ ਕੇਅਰਿੰਗ ਸੀਗੇ, ਡਾਕਟਰ ਸੀ, ਹਿਊਮੇਨ ਸੀਗੇ, ਬਹੁਤ ਜ਼ਿਆਦਾ ਮਨੁੱਖਤਾਵਾਦੀ ਬਹੁਤ ਸੀਗੇ। ਉਸ ਨੇ ਮਰੀਜ਼ਾਂ ਦੀਆਂ ਬਿਮਾਰੀਆਂ ਦਾ ਇਲਾਜ ਹੀ ਨਹੀਂ ਕੀਤਾ, ਉਹਨਾਂ ਦੇ ਮਨ ਵਿੱਚ ਵੀ ਜਿਹੜਾ ਆਪਣੀ ਜਗ੍ਹਾ ਬਣਾ ਲਈ ਅਤੇ ਬਹੁਤ ਹੀ ਢਾਂਢਸ ਦਿੱਤਾ। ਇਹ ਸਾਰੀ ਦੀ ਸਾਰੀ ਚੀਜ਼ਾਂ ਨੇ ਹੌਲੀ ਹੌਲੀ ਜਿਹੜੀਆਂ ਇੱਥੇ ਪੂਰੇ ਮਿਊਜ਼ੀਅਮ ਦੇ ਵਿੱਚ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ, ਬਹੁਤ ਹੀ ਚੰਗੇ ਤਰੀਕੇ ਦੇ ਨਾਲ, ਡਿਟੇਲ ਦੇ ਵਿੱਚ ਉੱਥੇ ਪੂਰੀ ਤਰ੍ਹਾਂ ਐਸਟੈਬਲਿਸ਼ ਕੀਤੀਆਂ ਗਈਆਂ ਨੇ, ਤਸਦੀਕ ਕੀਤੀਆਂ ਗਈਆਂ ਨੇ। ਤੁਹਾਨੂੰ ਖੁਦ ਆਉਣਾ ਚਾਹੀਦਾ, ਆ ਕੇ ਬਹੁਤ ਹੀ ਵਧੀਆ ਲੱਗੇਗਾ ਉਹਨਾਂ ਪੰਨਿਆਂ ਦੇ ਵਿੱਚ। ਉਹਨਾਂ ਪੰਨਿਆਂ ਨੂੰ ਜਦੋਂ ਤੁਸੀਂ ਪਲਟੋਗੇ ਤਾਂ ਤੁਹਾਨੂੰ ਆਪਣੇ ਇਤਿਹਾਸ ਬਾਰੇ, ਆਪਣੇ ਦੇਸ਼ ਦੇ ਔਰ ਖਾਸ ਕਰਕੇ ਵੱਖ-ਵੱਖ ਸ਼ਖਸੀਅਤਾਂ ਨੂੰ ਜਾਣਨ ਦਾ ਇਹ ਸਭ ਤੋਂ ਚੰਗਾ ਤਰੀਕਾ ਹੁੰਦਾ ਹੈ ਕਿ ਅਸੀਂ ਕਿਸੇ ਜਗ੍ਹਾ ਆਇਆ ਜਾਏ ਔਰ ਉਹਨਾਂ ਦੇ ਨਾਮ 'ਤੇ ਬਣੀਆਂ ਜਿਹੜੀਆਂ ਇਕੱਠੀ ਕੀਤੀ ਸਮੱਗਰੀ ਹੈ ਉਹਨੂੰ ਫਰੋਲਿਆ ਜਾਵੇ। ਇਹਦੇ ਇਤਿਹਾਸ ਦੇ ਉਹਨਾਂ ਪੰਨਿਆਂ ਦੇ ਵਿੱਚ ਜਾ ਕੇ ਇੱਕ ਵਾਰੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ। ਅੱਗੇ ਲੈ ਚੱਲਦੇ ਹਾਂ। ਇੱਥੇ ਸੈਲੂਲਰ ਜੇਲ ਮਿਊਜ਼ੀਅਮ ਦੇ ਇਸ ਹਿੱਸੇ ਦੇ ਵਿੱਚ ਜਿਹੜਾ ਡਿਸਪਲੇ ਕੀਤਾ ਗਿਆ, ਇਹ ਸੈਲੂਲਰ ਜੇਲ ਜਿਹੜੀਆਂ ਕਾਲ ਕੋਠੜੀਆਂ ਦੇ ਨਾਮ ਤੋਂ ਜਾਣੀਆਂ ਜਾਂਦੀਆਂ, ਕਾਲੇ ਪਾਣੀ ਦੀਆਂ ਕਾਲ ਕੋਠੜੀਆਂ, ਉਹਨਾਂ ਦਾ ਡਿਸਪਲੇ, ਉਹਨਾਂ ਦਾ ਜ਼ਿਕਰ ਇੱਥੇ ਕੀਤਾ ਗਿਆ। ਇਸ ਦੇ ਵਿੱਚ ਕਿੱਦਾਂ ਕੈਦੀ ਰਹਿੰਦੇ ਸੀਗੇ, ਕਿਵੇਂ ਦੀਆਂ ਕਾਲ ਕੋਠੜੀਆਂ ਹੁੰਦੀਆਂ ਸੀਗੀਆਂ, ਤੁਸੀਂ ਦੇਖ ਸਕਦੇ ਹੋ ਕਿ ਇਹਦੇ ਜਿਹੜੀਆਂ ਤਸਵੀਰਾਂ ਹੀ ਆਪ ਬੋਲਦੀਆਂ, ਕਿੰਨੇ ਹਨੇਰੀਆਂ ਕੋਠੜੀਆਂ ਆਪ ਇਹਦੇ ਵਿੱਚ ਸੀਗੀਆਂ। ਜਦੋਂ ਰਾਤਾਂ ਪੈ ਜਾਂਦੀਆਂ ਹੋਣਗੀਆਂ, ਕਹਿੰਦੇ ਹੁੰਦੇ ਸੀ ਉਹਨਾਂ ਕਾਲ ਕੋਠੜੀਆਂ ਦੇ ਵਿੱਚ ਸੂਰਜ ਨਹੀਂ ਦਿਖਾਈ ਦਿੰਦਾ, ਕਿਸੇ ਪਾਸਿਓਂ ਰੋਸ਼ਨੀ ਨਹੀਂ ਆਉਂਦੀ, ਅਤੇ ਉਹ ਕਿਸ ਤਰੀਕੇ ਦੀਆਂ ਕਾਲ ਕੋਠੜੀਆਂ ਹੁੰਦੀਆਂ ਹੋਣਗੀਆਂ, ਕਿੰਨੀਆਂ ਦਮ ਘੋਟੂ ਹੁੰਦੀਆਂ ਹੋਣਗੀਆਂ, ਜਿੱਥੇ ਉਹ ਸਾਰੇ ਦੇ ਸਾਰੇ ਕੈਦੀ ਔਰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਵੀ ਉੱਥੇ ਆਪਣੇ ਸਮਾਂ ਕੱਟਿਆ। ਉਹਦੇ ਵਿੱਚ ਜੇ ਤੁਹਾਨੂੰ ਦੱਸ ਦਈਏ ਤਾਂ ਇਸ ਕਾਲ ਕੋਠੜੀ ਦਾ ਜਿਹੜਾ ਡਿਸਪਲੇ ਹੈਗਾ, ਉਹਦੇ 'ਚ ਦੱਸਿਆ ਗਿਆ ਕਿਵੇਂ ਤਸੀਹੇ ਦਿੱਤੇ ਜਾਂਦੇ ਸੀਗੇ, ਕਿਵੇਂ ਜੰਜੀਰਾਂ ਦੇ ਵਿੱਚ ਪਾ ਕੇ ਰੱਖਿਆ ਜਾਂਦਾ ਸੀਗਾ। ਇਹ ਕਿਸ ਤਰੀਕੇ ਦੇ ਨਾਲ ਉੱਥੇ ਗਲੇ ਦੇ ਵਿੱਚ ਵੀ ਉਹਨਾਂ ਦੇ ਟੈਗ ਲਾਏ ਹੋਏ ਨੇ, ਕੈਦੀਆਂ ਦੇ ਟੈਗ ਔਰ ਜੰਜੀਰਾਂ ਲਾਈਆਂ ਹੋਈਆਂ ਨੇ, ਉਹਨਾਂ ਨੂੰ ਜਕੜਿਆ ਹੋਇਆ। ਉਸ ਦੇ ਬਾਵਜੂਦ ਉਹ ਕੰਮ ਵੀ ਉੱਥੇ ਉਹਨਾਂ ਨੂੰ ਕਰਾਇਆ ਜਾਂਦਾ ਸੀ, ਕਿਸ ਤਰੀਕੇ ਦੇ ਨਾਲ ਤਸ਼ੱਦਦ ਉਹਨਾਂ ਨੂੰ ਦਿੱਤਾ ਜਾਂਦਾ ਸੀ। ਔਰ ਇਹ ਪਨਿਸ਼ਮੈਂਟ ਡਰੈਸ ਸੀਗੀ। ਪਨਿਸ਼ਮੈਂਟ ਡਰੈਸ ਦੇਖੋ ਤੁਸੀਂ ਕਿਸ ਤਰੀਕੇ ਦੀ ਪਨਿਸ਼ਮੈਂਟ ਡਰੈਸ ਸੀਗੀ। ਬੇਸਿਕਲੀ ਇਹ ਡਰੈਸ ਵੀ ਪੂਰੀ ਤਰੀਕੇ ਦੇ ਨਾਲ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਜਕੜ ਦਿੱਤਾ ਜਾਂਦਾ ਸੀਗਾ, ਪੂਰਾ ਦਾ ਪੂਰਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਸੀ ਪੂਰੇ। ਅੱਜ ਵੀ ਇਸ ਤਰ੍ਹਾਂ ਕਈ ਵਾਰੀ ਤੁਸੀਂ ਦੇਖੋਗੇ ਤਾਂ ਦਿਲ ਦਹਿਲਾਉਣ ਵਾਲੀਆਂ ਚੀਜ਼ਾਂ ਨੇ। ਇਹਦੇ ਬਾਅਦ ਇਹਦੇ ਵਿੱਚ ਖਾਸ ਕਰਕੇ ਉਹਨਾਂ ਨੇ ਜਿਹੜੀ ਕਾਲ ਕੋਠੜੀ ਸੀਗੀ ਉਸ ਦੇ ਬਾਰੇ 'ਚ ਦੱਸਿਆ ਹੋਇਆ ਕਿ ਉਹਦਾ ਸਾਈਜ਼, ਕਾਲ ਕੋਠੜੀ ਕੀ ਹੁੰਦੀ ਸੀ, ਉਹ ਵੀ ਇਹਦੇ ਵਿੱਚ ਰਜਿਸਟਰ ਕੀਤੀ ਗਈ ਹੈ। ਹਰ ਕਾਲ ਕੋਠੜੀ ਜਿਹੜੀ ਸੀ ਉਹਦੇ 'ਚ ਇੱਕੋ ਰੱਖਿਆ ਜਾਂਦਾ ਸੀ, ਕਨਵਿਕਟ ਸਜ਼ਾ ਯਾਫਤਾ ਕੈਦੀ ਇੱਕ ਰੱਖਿਆ ਜਾਂਦਾ ਸੀ, ਜਿਹਦਾ ਨਾਮ ਸੈਲੂਲਰ ਜੇਲ੍ਹ ਹੁੰਦਾ ਸੀ। 14 ਫੁੱਟ ਉਹਦੀ ਲੰਬਾਈ ਹੁੰਦੀ ਸੀ, 14x7 ਦੀ ਉਹ ਹੁੰਦੀ ਸੀਗੀ। ਹਾਈਟ ਉਹਦੀ 10 ਫੁੱਟ ਹੁੰਦੀ ਸੀਗੀ। ਅਮੂਮਨ ਜਿਹੜੇ ਲੋਕ ਨੇ 6 ਜਾਂ 7 ਫੁੱਟ ਦੇ ਹੁੰਦੇ ਆ, 6 ਸਾਢੇ 6 ਫੁੱਟ ਦਾ ਬੰਦਾ ਹੁੰਦਾ, 6.25 ਫੁੱਟ ਦਾ ਹੁੰਦਾ, ਅਤੇ ਉਹਦੇ 10 ਕੁ ਫੁੱਟ ਉਹਦੀ ਉਚਾਈ ਹੁੰਦੀ ਸੀਗੀ, ਹਾਈਟ ਜਿਹੜੀ ਰੂਫ ਤੱਕ ਹੁੰਦੀ ਸੀ, ਛੱਤ ਤੱਕ। ਬਾਕੀ ਉਹਦੇ ਵਿੱਚ ਇੱਕੋ ਵੈਂਟੀਲੇਟਰ ਹੁੰਦਾ ਸੀ, ਮੀਨਸ ਕਿ ਇੱਕ ਹੀ ਉਹਦੀ ਜਿਹਨੂੰ ਕਹਿੰਦੇ ਨਾ ਆਰ ਪਾਰ ਦੀ ਖਿੜਕੀ ਹੁੰਦੀ ਸੀਗੀ ਵੈਂਟੀਲੇਸ਼ਨ ਵਾਸਤੇ। ਉਹ 3 ਫੁੱਟ ਬਾਏ 1.5 ਫੁੱਟ ਦੀ ਹੁੰਦੀ ਸੀਗੀ। ਉਹਦੇ ਵਿੱਚ ਵੀ ਜਿਹੜੀਆਂ ਸੀਖਾਂ ਲੱਗੀਆਂ ਹੁੰਦੀਆਂ ਸੀਗੀਆਂ ਲੋਹੇ ਦੀਆਂ, ਤਾਂ ਕਿ ਉਹਨੂੰ ਤੋੜ ਕੇ ਕੋਈ ਬਾਹਰ ਨਾ ਜਾ ਸਕੇ। ਬਹੁਤ ਹੀ ਮਜ਼ਬੂਤ ਸੀਖਾਂ ਲੱਗੀਆਂ ਹੁੰਦੀਆਂ ਸੀ। ਅਤੇ ਦਰਵਾਜ਼ਾ 4 ਫੁੱਟ ਬਾਏ 2 ਫੁੱਟ ਹੁੰਦਾ ਸੀ, 4.5 ਫੁੱਟ ਬਾਏ 2 ਫੁੱਟ। ਲਾਂਘਾ ਜਿਹੜਾ ਸੀਗਾ 4.5 ਫੁੱਟ ਦੀ ਉਚਾਈ ਅਤੇ 2 ਫੁੱਟ ਦੀ ਉਹਦੀ ਜਿਹੜੀ ਹੁੰਦੀ ਸੀ ਚੌੜਾਈ ਹੁੰਦੀ ਸੀ। ਬਸ 2 ਫੁੱਟ 'ਚੋਂ ਨਿਕਲ ਕੇ ਜਾਣਾ ਪੈਂਦਾ ਸੀ, ਤਾਂ ਕਿ ਕੋਈ ਛੇਤੀ ਛੇਤੀ ਉਸ 'ਚ ਭੱਜ ਕੇ ਵੀ ਨਾ ਜਾ ਸਕੇ। ਜੇ ਕੋਈ ਕੋਸ਼ਿਸ਼ ਵੀ ਕਰੇ ਤਾਂ ਉਸ 'ਚ ਘੱਟੋ ਘੱਟ ਫਸੇ, ਉਹਨੂੰ ਟਾਈਮ ਲੱਗੇ ਨਿਕਲਣ 'ਚ, ਤਾਂ ਕਿ ਉਹ ਦੁਬਾਰਾ ਤੋਂ ਫੜਿਆ ਜਾ ਸਕੇ। ਅਤੇ ਬਹੁਤ ਹੀ ਨੈਰੋ ਜਿਹਾ ਕੋਰੀਡੋਰ, ਜਿਹੜੇ ਕੋਰੀਡੋਰ ਮੀਨਸ ਲਾਂਘੇ ਜਿਹੜੇ ਅੱਗੇ ਵਰਾਮਦੇ ਹੁੰਦੇ ਸੀ, ਉਹ ਵੀ ਬਹੁਤ ਹੀ ਜ਼ਿਆਦਾ ਚੌੜਾਈ ਵਾਲੇ ਨਹੀਂ, ਖੁੱਲ੍ਹੇ ਨਹੀਂ, ਉਹ ਵੀ ਥੋੜ੍ਹੇ ਬਹੁਤ ਸਕੁਈਜ਼ਡ ਰੱਖੇ ਜਾਂਦੇ ਸੀਗੇ। ਐਵਰੀ ਵਿੰਗ ਫੇਸਡ ਬੈਕ ਵਾਲ ਆਫ ਦਾ ਅਦਰ ਵਿੰਗ। ਹਰ ਵਿੰਗ ਜਿਹੜਾ ਸੀ ਉਹਦੇ ਪਿੱਛੇ ਜਿਹੜੀ ਹੈ ਉਹ ਬੈਕ ਵਾਲ ਲੱਗੀ ਦੀਵਾਰ ਹੁੰਦੀ ਸੀਗੀ। ਅਤੇ ਸਟਰਕਚਰ ਜਿਹੜਾ ਸੀ ਉਹ 30 ਫੁੱਟ ਉੱਚੀਆਂ ਜਿਹੜੀਆਂ ਦੀਵਾਰਾਂ ਨੇ ਉਹਨਾਂ ਦੇ ਨਾਲ ਉਹ ਪ੍ਰੋਟੈਕਟ ਕੀਤਾ ਜਾਂਦਾ ਸੀ, ਤਾਂ ਕਿ ਲੰਘ ਕੇ ਕੋਈ ਬਾਹਰ ਨਾ ਜਾ ਸਕੇ, ਭੱਜ ਨਾ ਸਕੇ ਛੇਤੀ। ਹਜੇ ਕਿ ਉਹ ਟਾਪੂ ਆਲਰੇਡੀ ਬਹੁਤ ਆਈਸੋਲੇਟਿਡ ਹੈਗਾ, ਬਹੁਤ ਹੀ ਉਹ ਅਲੱਗ। ਅਤੇ ਉਹਦੇ ਬਾਹਰ ਜੇ ਉਹ ਟਾਪੂ ਦਾ ਮਤਲਬ ਇਹੀ ਹੁੰਦਾ ਕਿ ਵਿੱਚ ਜ਼ਮੀਨ ਔਰ ਆਸ ਪਾਸ ਪਾਣੀ,
ਸਾਰੇ ਪਾਣੀ ਦੇ ਵਿੱਚ ਟਾਪੂ, ਜਦ ਕਿ ਜੇ ਟਾਪੂ ਤੱਕ ਆ ਵੀ ਜਾਵੇ ਉਸ ਸੈਲੂਲਰ ਜੇਲ੍ਹ 'ਚੋਂ ਕਾਲੇ ਪਾਣੀ ਦੀ ਉਸ ਗੁਮਨਾਮੀ ਜਿਹੜੀਆਂ ਸੀਗੀਆਂ ਜੇਲ੍ਹਾਂ ਉਹਨਾਂ ਦੀ ਯੂਨਿਟ ਦੇ ਵਿੱਚੋਂ ਨਿਕਲ ਕੇ ਜੇ ਆ ਵੀ ਜਾਏ ਬਾਹਰ, ਤਾਂ ਅੱਗੇ ਇੰਨਾ ਕੁ ਪਾਣੀ ਹੈ ਕਿ ਪਾਣੀ ਦੇ ਵਿੱਚੋਂ ਉਹਨੂੰ ਬਾਹਰ ਜਾਣਾ ਪਏਗਾ। ਪਾਣੀ ਦੇ ਵਿੱਚ ਛਾਲ ਮਾਰੇਗਾ, ਬਚਣ ਦੇ ਫਿਰ ਵੀ ਕੋਈ ਚਾਂਸਸ ਨਹੀਂ ਹੈ, ਕਿਉਂਕਿ ਉੱਥੇ ਕਿਹੜੀਆਂ ਕਿਸ਼ਤੀਆਂ ਚੱਲਦੀਆਂ ਸੀਗੀਆਂ ਜਾਂ ਕੋਈ ਅੱਗੇ ਉਹਨਾਂ ਦਾ ਇੰਤਜ਼ਾਰ ਹੀ ਕਰ ਰਿਹਾ। ਪਰ ਫਿਰ ਵੀ ਇਸ ਤਰੀਕੇ ਦੀ ਬਹੁਤ ਹੀ ਜ਼ਿਆਦਾ ਤਸ਼ੱਦਦ ਅਤੇ ਬਹੁਤ ਹੀ ਹਾਰਡ ਪਨਿਸ਼ਮੈਂਟ ਵਾਲੀਆਂ ਉਹ ਜਿਹੜੀਆਂ ਕੈਦਾਂ ਸੀਗੀਆਂ, ਉਸ ਦੇ ਬਾਰੇ 'ਚ ਵੀ ਇੱਥੇ ਪੂਰੇ ਤਰੀਕੇ ਦੇ ਨਾਲ ਜਿਹੜਾ ਉਹ ਤਸਦੀਕ ਕੀਤਾ ਗਿਆ। ਇਸ ਦੇ ਵਿੱਚ ਸਾਰਾ ਉਹਨਾਂ ਦੇ ਬਾਰੇ ਦੱਸਿਆ ਗਿਆ। ਇਹ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਖਤਰਨਾਕ ਕੈਦੀਆਂ ਨੂੰ ਬੇੜੀਆਂ 'ਚ ਪਾ ਕੇ ਰੱਖਿਆ ਜਾਂਦਾ ਸੀ, ਜਕੜਬੰਦੀ ਕਰਕੇ ਰੱਖਿਆ ਜਾਂਦਾ ਸੀ, ਅਤੇ ਉਹਨਾਂ ਨੂੰ ਕੱਪੜੇ ਵੀ ਜਿਹੜੇ ਸਣ ਦੇ ਕੱਪੜੇ ਦਿੱਤੇ ਜਾਂਦੇ ਸੀਗੇ, ਕੱਪੜੇ ਵੀ ਸਣ ਦੇ ਪਵਾਏ ਜਾਂਦੇ ਸੀਗੇ। ਅਤੇ ਜੇ ਨਾ ਪਾਏ ਜਾਂਦੇ ਸੀ ਤਾਂ ਉਹਨਾਂ ਨੂੰ ਉਸ ਦੇ ਵਿੱਚ ਜਿਹੜਾ ਹੈਗਾ ਉਸ ਨਾਲੋਂ ਤਾਂ ਜ਼ਿਆਦਾ ਉਹ ਫਿਰ ਬਿਨਾਂ ਕੱਪੜਿਆਂ ਦੇ ਰਹਿਣਾ ਹੀ ਪਸੰਦ ਕਰਦੇ ਸੀ। ਸਣ ਦੇ ਕੱਪੜੇ ਚੁੱਭਦੇ ਸੀਗੇ, ਖਰਾਬ ਕਰਦੇ ਸੀ, ਬਹੁਤ ਔਖੇ ਹੋਣੇ ਆ ਕਿਸ ਤਰੀਕੇ ਦੇ ਨਾਲ ਉਹ ਪਾਉਂਦੇ ਹੋਣੇ। ਪੀਣ ਵਾਲਾ ਪਾਣੀ ਵੀ ਜਿਹੜਾ ਮਿਲਣਾ ਉਹ ਵੀ ਤੁਲਿਆ ਮਿਲਿਆ ਜਿਹਾ ਮਿਲਣਾ, ਅਤੇ ਨਹਾਉਣ ਵਾਲੇ ਦੀ ਵੀ ਜਿਹੜੀ ਆ ਉਹ ਵੀ ਬੜੀ ਉਹਨਾਂ ਨੂੰ, ਮਤਲਬ ਸਾਰੀਆਂ ਚੀਜ਼ਾਂ ਦੇ ਵਿੱਚ ਤਸ਼ੱਦਦ ਬਹੁਤ, ਭੁੱਖ ਨਾਲ ਮਰ ਜਾਂਦੇ ਸੀ, ਖੁਦਕੁਸ਼ੀਆਂ ਕਰ ਲੈਂਦੇ ਸੀ, ਸੁਸਾਈਡਸ ਬਹੁਤ ਕਰਦੇ ਸੀਗੇ। ਇਸ ਤਰੀਕੇ ਦੇ ਤਸੀਹੇ ਦਿੱਤੇ ਜਾਂਦੇ ਸੀ ਕਿ ਆਪ ਮੁਹਾਰੇ ਹੀ ਇਨਸਾਨ ਬਿਨਾਂ ਕੱਪੜਿਆਂ ਦੇ ਰਹਿਣਾ, ਗਰਮੀ ਸਰਦੀ ਆਪਣੇ ਉੱਪਰ ਹੰਢਾ ਲੈਣਾ, ਖੁਦਕੁਸ਼ੀ ਕਰ ਲੈਣਾ, ਭੁੱਖਾਂ 'ਚ ਕੱਟ ਲੈਣਾ ਔਰ ਮਰ ਜਾਣਾ ਪਸੰਦ ਕਰਦਾ ਸੀ ਉਸ ਸੈਲੂਲਰ ਜੇਲ੍ਹ ਤੋਂ। ਇੰਨੇ ਤਸ਼ੱਦਦ ਵਾਲੀਆਂ ਜੇਲ੍ਹਾਂ ਸੀ ਜਿੱਥੇ ਇਸ ਸ਼ਹੀਦ ਨੇ ਆਪਣਾ ਜੀਵਨ ਬਿਤਾਇਆ ਔਰ ਉੱਥੋਂ ਦੇ ਲੋਕਾਂ ਦੀ ਸੇਵਾ ਵੀ ਕੀਤੀ, ਕੈਦੀਆਂ ਨੂੰ ਢਾਂਡਸ ਵੀ ਦਿੰਦੇ ਰਹੇ ਔਰ ਉਹਦੇ ਬਾਅਦ ਉਹਨਾਂ ਨੇ ਸੇਵਾ ਵੀ ਕੀਤੀ। ਦ ਫਲੋਇੰਗ ਵਾਟਰ, ਵਗਦੇ ਪਾਣੀ, ਇਹ ਇੱਕ ਕਵਿਤਾ ਹੈਗੀ ਹੈ ਦੀਵਾਨ ਸਿੰਘ ਕਾਲੇ ਪਾਣੀ ਦੀ, ਬਹੁਤ ਹੀ ਵਧੀਆ ਕਵਿਤਾ ਹੈਗੀ ਹੈ, ਅਤੇ ਮਿਊਜ਼ੀਅਮ ਦੇ ਇਸ ਹਿੱਸੇ 'ਚ ਆਓ ਤਾਂ ਜ਼ਰੂਰ ਪੜ੍ਹ ਕੇ ਜਾਣਾ। ਫਿਲਹਾਲ ਮੈਂ ਤੁਹਾਨੂੰ ਇਹ ਪੜ੍ਹ ਕੇ ਦੱਸਦੀ ਹਾਂ। ਪਾਣੀ ਵਗਦੇ ਹੀ ਰਹਿਣ, ਕੀ ਵਗਦੇ ਸੌਂਦੇ ਨੇ, ਕੀ ਵਗਦੇ ਸੌਂਦੇ ਨੇ, ਖੜੋਤੇ ਬੁਝਦੇ ਨੇ, ਕੀ ਪਾਣੀ ਵਗਦੇ ਹੀ ਰਹਿਣ। ਜ਼ਿੰਦਾ ਮਿਲੀਆਂ ਹੀ ਰਹਿਣ, ਕੀ ਮਿਲੀਆਂ ਜਿੰਦੀਆਂ ਨੇ, ਵਿਛੜੀਆਂ ਮਰਦੀਆਂ ਨੇ, ਕਿ ਜ਼ਿੰਦਾ ਮਿਲੀਆਂ ਹੀ ਰਹਿਣ। ਰੂਹਾਂ ਉੜਦੀਆਂ ਹੀ ਰਹਿਣ, ਕਿ ਉੜਦੀਆਂ ਚੜ੍ਹਦੀਆਂ ਨੇ, ਅਟਕੀਆਂ ਡਿੱਗਦੀਆਂ ਨੇ, ਕਿ ਰੂਹਾਂ ਉੜਦੀਆਂ ਹੀ ਰਹਿਣ। ਅਤੇ ਮੈਂ ਟੁਰਦਾ ਹੀ ਰਹਾਂ, ਕਿ ਟੁਰਦੀਆਂ ਵੱਧਦਾ ਹਾਂ, ਖਲੋਇਆ ਘਟਦਾ ਹਾਂ, ਕਿ ਮੈਂ ਟੁਰਦਾ ਹੀ ਰਹਾਂ। ਅਤੇ ਮੈਂ ਟੁਰਦਾ ਹੀ ਰਹਾਂ ਕਿ ਮੀਨਸ ਉਹਨਾਂ ਦਾ ਕਹਿਣਾ ਕਿ ਫਲੋਇੰਗ ਵਾਟਰ ਦੀ ਤਰ੍ਹਾਂ ਇਨਸਾਨ ਨੂੰ ਹਮੇਸ਼ਾ ਟੁਰਦੇ ਰਹਿਣਾ ਚਾਹੀਦਾ ਹੈ, ਰੁਕਣਾ ਨਹੀਂ ਚਾਹੀਦਾ, ਕਿਉਂਕਿ ਖੜੇ ਪਾਣੀ ਨੂੰ ਵੀ ਜਿਹੜਾ ਹੈ ਉਹ ਕਾਈ ਲੱਗ ਜਾਂਦੀ ਹੈ, ਖਰਾਬ ਹੋ ਜਾਂਦਾ, ਉਸ 'ਚੋਂ ਬਦਬੂ ਆ ਜਾਂਦੀ ਹੈ। ਇੱਦਾਂ ਇਨਸਾਨ ਨੂੰ ਵੀ ਸਿਰਫ ਹਮੇਸ਼ਾ ਲਾਈਫ ਦੇ ਵਿੱਚ ਤੁਰਦੇ ਹੀ ਰਹਿਣਾ ਚਾਹੀਦਾ, ਕਿਤੇ ਵੀ ਖੜਨਾ ਨਹੀਂ ਚਾਹੀਦਾ, ਆਪਣੀ ਜ਼ਿੰਦਗੀ ਨੂੰ ਚਲਾਇਮਾਨ ਰੱਖਣਾ ਚਾਹੀਦਾ। ਕਿ ਟੁਰਿਆ ਵੱਧਦਾ ਹਾਂ, ਉਹ ਕਹਿੰਦੇ ਕਿ ਟੁਰਨ ਦੇ ਨਾਲ ਜਿਹੜਾ ਹੈ ਹਮੇਸ਼ਾ ਵਾਧਾ ਹੀ ਹੁੰਦਾ, ਖਲੋਇਆ ਜਿਹੜਾ ਉਹ ਘਟ ਜਾਂਦਾ, ਅਤੇ ਕਿ ਹਾਂ ਮੈਂ ਟੁਰਦਾ ਹੀ ਰਹਾਂ, ਕਿ ਮੈਨੂੰ ਟੁਰਨਾ ਹੀ ਚਾਹੀਦਾ। ਮਤਲਬ ਉਹਨਾਂ ਦੀ ਇੰਨੀ ਕੁ ਸੂਝਵਾਨ ਤਰੀਕੇ ਦੇ ਨਾਲ ਕਹੀਆਂ ਹੋਈਆਂ ਗੱਲਾਂ ਨੇ। ਉਹਨਾਂ ਨੇ ਜੀਵਨ ਨੂੰ ਜਿਹੜਾ ਫਲੋਇੰਗ ਵਾਟਰ, ਵਹਿੰਦੇ ਪਾਣੀ ਦੀ ਤਰ੍ਹਾਂ ਲੈ ਕੇ ਦੇਖਿਆ। ਉਹਨਾਂ ਨੇ ਕਿਹਾ ਕਿ ਹਮੇਸ਼ਾ ਪਾਣੀ ਜਿਸ ਤਰੀਕੇ ਦੇ ਨਾਲ ਜਦੋਂ ਵਗਦਾ ਰਹਿੰਦਾ ਅਤੇ ਉਹ ਸਾਫ਼ ਰਹਿੰਦਾ, ਜੋ ਖੜ ਜਾਵੇ ਬਦਬੂ ਮਾਰਦਾ ਜਾਂ ਫਿਰ ਉਹ ਘਟ ਜਾਂਦਾ। ਜਦੋਂ ਤੁਰਦਾ ਰਹੇਗਾ ਅੱਗੇ ਵੀ ਪਾਣੀ ਮਿਲੇਗਾ ਤਾਂ ਹਮੇਸ਼ਾ ਉਹਦਾ ਵਾਧਾ ਹੀ ਹੋਏਗਾ। ਇਸੇ ਤਰੀਕੇ ਦੇ ਨਾਲ ਜੀਵਨ ਜਾਂਚ ਵੀ ਸਿਖਾਉਂਦੇ ਸੀਗੇ ਦੀਵਾਨ ਸਿੰਘ ਕਾਲੇ ਪਾਣੀ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਲਿਖਤਾਂ ਬਹੁਤ ਕੁਝ ਬੋਲਦੀਆਂ ਨੇ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਜੇ ਪਰਿਵਾਰ ਦੀ ਗੱਲ ਕਰੀਏ ਤਾਂ ਇਹ ਬਹੁਤ ਵੱਡੀ ਤਸਵੀਰ ਜਿਹੜੀ ਹੈ ਉਹ ਆਪਣੇ ਆਪ ਵਿੱਚ ਬੋਲਦੀ ਹੈ। ਇਹ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਆਪਣੀ ਫੋਟੋ ਹੈ, ਅਤੇ ਇਹ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੀ ਅਰਧਾਂਗਨੀ ਜਾਂ ਉਹਨਾਂ ਦੇ ਵਾਈਫ, ਉਹਨਾਂ ਦੀ ਪਤਨੀ ਇੰਦਰ ਕੌਰ, ਉਹਨਾਂ ਦੀ ਇਹ ਤਸਵੀਰ ਹੈਗੀ ਹੈ। ਇੰਦਰ ਕੌਰ ਜਿਹੜੇ ਨੇ ਉਹਨਾਂ ਦੇ ਵੱਲੋਂ ਲਿਖੀ ਗਈ ਇੱਥੇ ਕੁਝ ਲਾਈਨਾਂ ਜਿਹੜੀਆਂ ਨੇ ਉਹ ਪੜ੍ਹ ਕੇ ਜ਼ਰੂਰ ਸੁਣਾਉਂਗੀ ਮੈਂ ਤੁਹਾਨੂੰ, ਜਿਹਦੇ ਵਿੱਚ ਉਹਨਾਂ ਨੇ ਇਹ ਚੀਜ਼ ਲਿਖੀ ਹੈ ਕਿ ਈਵਨ ਔਨ ਹੌਲੀਡੇ ਐਜ਼ ਔਨ ਅ ਵਰਕਿੰਗ ਡੇ, ਉਹ ਕੰਮ ਕਰਦੇ ਰਹਿੰਦੇ ਸੀ ਹਮੇਸ਼ਾ, ਛੁੱਟੀ ਵਾਲੇ ਦਿਨ ਵੀ ਉਹ ਕੰਮ 'ਤੇ ਲੱਗੇ ਰਹਿੰਦੇ ਸੀ। ਹੀ ਵੁੱਡ ਲੀਵ ਹਿਜ਼ ਬੈਡ ਇਨ ਦ ਮੋਰਨਿੰਗ, अर्ਲੀ ਮੋਰਨਿੰਗ ਆਵਰਸ ਆਫ ਮੋਰਨਿੰਗ, ਸਵੇਰੇ ਹੀ ਸਵੇਰੇ ਆਪਣਾ ਉੱਠ ਜਾਂਦੇ ਸੀਗੇ ਅਤੇ ਆਪਣੇ ਕੰਮ ਕਾਜ 'ਚ ਲੱਗ ਜਾਂਦੇ ਸੀਗੇ, ਔਰ ਪ੍ਰੈਫਰ ਕਰਦੇ ਸੀਗੇ ਕਿ ਹੌਸਪੀਟਲ ਦੇ ਵਿੱਚ ਜਾ ਕੇ ਉਹ ਆਪਣਾ ਖਾਣਾ ਖਾਣ। ਦੁਪਹਿਰ ਦਾ ਖਾਣਾ ਹੌਸਪੀਟਲ 'ਚ ਜਾ ਕੇ ਹੀ ਖਾਂਦੇ ਸੀ। ਉਹ ਕੰਮ 'ਚ ਉਹਨਾਂ ਨੇ ਇਹ 'ਚ ਲਿਖਿਆ ਕਿ ਇੰਨੇ ਕੁ ਜ਼ਿਆਦਾ ਆਪਣੇ ਕੰਮ ਨੂੰ ਉਹ ਤਰਜੀਹ ਦਿੰਦੇ ਸੀ, ਆਪਣੇ ਕੰਮ 'ਚ ਇੰਨੇ ਡੁੱਬੇ ਰਹਿੰਦੇ ਸੀਗੇ ਕਿ ਉਹ ਸਵੇਰੇ ਛੇਤੀ ਉੱਠ ਕੇ ਹੌਸਪੀਟਲ ਚਲੇ ਜਾਣਾ, ਔਰ ਆਪਣੇ ਕੰਮ ਦੇ ਨਾਲ ਹੀ ਉਹਨਾਂ ਨੂੰ ਇੰਨਾ ਪਿਆਰ ਸੀ ਜਾਂ ਇੰਨੇ ਉਹਨੂੰ ਸਮਰਪਿਤ ਸੀਗੇ ਕਿ ਉਹ ਰੋਟੀ ਪਾਣੀ ਵੀ ਭੁੱਲ ਜਾਂਦੇ ਸੀ ਅਤੇ ਦੁਪਹਿਰ ਦਾ ਭੋਜਨ ਵੀ ਜੇ ਕਰਦੇ ਸੀ ਅਤੇ ਹਸਪਤਾਲ ਦੇ ਵਿੱਚ ਆਪਣੇ ਮਰੀਜ਼ਾਂ ਨੂੰ, ਆਪਣੇ ਕੰਮ ਨੂੰ ਪੂਰੀ ਤਰੀਕੇ ਦੇ ਨਾਲ ਸਮਰਪਿਤ ਹੋ ਕੇ ਹੀ ਕਰਦੇ ਸੀਗੇ।
ਉਹਦੇ ਬਾਅਦ ਉਹਨਾਂ ਨੇ ਅੱਗੇ ਵੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਆਪਣੇ ਪੇਸ਼ੈਂਟਸ ਦੇ ਹੀ ਡਾਕਟਰ ਬਣ ਕੇ ਰਹੇ ਹਮੇਸ਼ਾ। ਤੇ ਹੀ ਫੈਲਟ ਦੈਟ ਯੂਥ ਵਾਜ਼ ਅ ਟਾਈਮ ਟੂ ਸਰਵ ਫॉर ਦ ਨੀਡੀ ਐਂਡ ਦੈਟ ਅ ਲਿਟਲ ਐਫਰਟ ਔਨ ਹਿਸ ਪਾਰਟ ਵੁੱਡ ਸੇਵ ਅ ਲਾਈਫ ਔਰ ਕਿਉਰ ਅ ਸਿਕ ਪਰਸਨ। ਉਹ ਕਹਿੰਦੇ ਕਿ ਉਹਨਾਂ ਦੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਬਾਰੇ ਉਹਨਾਂ ਦੀ ਪਤਨੀ ਇੰਦਰ ਕੌਰ ਲਿਖਦੇ ਨੇ ਕਿ ਉਹ ਸੋਚਦੇ ਸੀ ਕਿ ਜਦੋਂ ਬੰਦਾ ਜਵਾਨ ਹੁੰਦਾ, ਜਦੋਂ ਬੰਦਾ ਠੀਕ ਠਾਕ ਹੁੰਦਾ, ਜਦੋਂ ਉਹ ਜ਼ਿੰਦਗੀ ਦੇ ਇਹੋ ਜਿਹੇ ਸਫ਼ਰ ਦੇ ਵਿੱਚ ਹੁੰਦਾ ਕਿ ਜਦੋਂ ਉਹਦੇ 'ਚ ਪੂਰੀ ਐਨਰਜੀ ਹੁੰਦੀ ਹੈ, ਉਦੋਂ ਵੱਧ ਤੋਂ ਵੱਧ ਕੰਮ ਕਰ ਸਕਦਾ ਹੈ, ਆਪਣੇ ਸਰੀਰ ਦਾ, ਆਪਣੇ ਹੁਨਰ ਦਾ ਲਾਹਾ ਲੈ ਸਕਦਾ ਹੈ। ਔਰ ਉਦੋਂ ਹੀ ਪੂਰੀ ਤਰੀਕੇ ਦੇ ਨਾਲ ਪ੍ਰੋਫੈਸ਼ਨ ਨੂੰ ਪੂਰੀ ਤਰ੍ਹਾਂ ਸਮਰਪਿਤ ਸੀਗੇ ਔਰ ਉਹ ਪੂਰੀ ਤਰੀਕੇ ਦੇ ਨਾਲ ਮਰੀਜ਼ਾਂ ਦੀ ਸੇਵਾ ਕਰਨਾ, ਉਹਨਾਂ ਨੂੰ ਠੀਕ ਕਰਨਾ, ਉਹਨਾਂ ਨੂੰ ਕਿਉਰ ਕਰਨਾ, ਉਹਨਾਂ ਦਾ ਇਲਾਜ ਕਰਨਾ, ਉਹਦੇ ਵਿੱਚ ਹੀ ਦਿਨ ਰਾਤ ਲੱਗੇ ਰਹਿੰਦੇ ਸੀ। ਇਹ ਉਹਨਾਂ ਦੇ ਪਰਿਵਾਰ ਵੱਲੋਂ ਲਿਖਿਆ ਗਿਆ। ਇਹਦੇ ਬਾਅਦ ਇੱਕ ਤਸਵੀਰ ਹੋਰ ਅਸੀਂ ਦੇਖ ਸਕਦੇ ਹਾਂ ਜਿਹਦੇ ਵਿੱਚ ਕਿ ਖਾਸ ਕਰਕੇ ਉਹਨਾਂ ਨੇ ਦਿਖਾਇਆ, ਇਸ ਤਸਵੀਰ ਦੇ ਵਿੱਚ ਡਿਸਪਲੇ ਹੋਇਆ ਜਿਸ 'ਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਉਹਨਾਂ ਦੇ ਜਿਹੜੇ ਵਾਈਫ ਨੇ ਉਹ ਦਿਖਾਈ ਦੇ ਰਹੇ ਨੇ, ਇੰਦਰ ਕੌਰ। ਉਹਦੇ ਬਾਅਦ ਉਹਨਾਂ ਦੀ ਬੇਟੀ ਦਿਖਾਈ ਦੇ ਰਹੀ ਹੈ ਤੇ ਉਹਨਾਂ ਦੀ ਇਹ ਦੂਸਰੀ ਬੇਟੀ ਦਿਖਾਈ ਦੇ ਰਹੀ ਹੈ। ਬਾਕੀ ਉਹਨਾਂ ਦੇ 4 ਜਿਹੜੇ ਨੇ ਉਹ ਬੇਟੇ ਨੇ, ਸਨਸ ਨੇ, ਉਹਨਾਂ ਦੇ 4 ਪੁੱਤਰ ਨੇ, 4 ਬੇਟੇ ਤੇ 2 ਬੇਟੀਆਂ ਦੇ ਪਿਤਾ ਸੀਗੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਹਜੇ ਵੀ ਉਹਨਾਂ ਦੇ ਜਿਹੜਾ ਛੋਟੇ ਬੇਟੇ ਨੇ ਉਹ ਦਿੱਲੀ ਦੇ ਵਿੱਚ ਰਹਿੰਦੇ ਨੇ ਆਪਣੇ ਪਰਿਵਾਰ ਦੇ ਨਾਲ। ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਉਹਨਾਂ ਦੇ ਚਾਚਾ ਜੀ ਦੀ ਤਸਵੀਰ ਵੀ ਲੱਗੀ ਹੈ, ਉਹਨਾਂ ਦੀ ਭੈਣ ਦੀ ਤਸਵੀਰ ਵੀ ਲੱਗੀ ਹੈ। ਪੂਰੇ ਪਰਿਵਾਰ ਦੀ ਜਿਹੜੀ ਇੱਥੇ ਹਿਸਟਰੀ ਤੇ ਡਿਸਪਲੇ ਇੱਥੇ ਜਿਹੜਾ ਇਸ ਹਿੱਸੇ ਦੇ ਵਿੱਚ ਮਿਊਜ਼ੀਅਮ ਦੇ ਤੁਹਾਨੂੰ ਦਿਖਾਈ ਦੇ ਸਕਦਾ ਹੈ। ਇਸ ਟਾਈਮ ਅਸੀਂ ਮਿਊਜ਼ੀਅਮ ਦੇ ਦੂਸਰੇ ਹਿੱਸੇ ਵਿੱਚ ਖੜ੍ਹੇ ਹਾਂ ਜਿੱਥੇ ਕਿ ਦੀਵਾਨ ਸਿੰਘ ਦੇ ਨਾਲ ਜੁੜੀਆਂ ਹੋਈ ਪੋਇਟਰੀ, ਉਹਨਾਂ ਦੀ ਲਿਖਤਾਂ, ਉਹਨਾਂ ਨੇ ਜਿਹੜਾ ਰਾਈਟਿੰਗਸ ਦਾ ਕੰਮ ਕੀਤਾ ਉਹਦੇ ਬਾਰੇ ਇਸ ਸੈਕਿੰਡ ਹਿੱਸੇ ਦੇ ਵਿੱਚ, ਦੂਸਰੇ ਹਿੱਸੇ ਦੇ ਵਿੱਚ ਇੱਥੇ ਦੱਸਿਆ ਗਿਆ। ਜਿਵੇਂ ਕਿ ਪਹਿਲੇ ਵੀ ਅਸੀਂ ਦੱਸ ਚੁੱਕੇ ਹਾਂ ਜਾਂ ਅਸੀਂ ਇਸ ਗੱਲ ਨੂੰ ਅੱਗੇ ਰੱਖ ਚੁੱਕੇ ਹਾਂ ਕਿ ਦੀਵਾਨ ਸਿੰਘ ਕਾਲੇ ਪਾਣੀ ਬਹੁਤ ਛੋਟੇ ਸਨ ਜਦੋਂ ਉਹਨਾਂ ਦੇ ਮਾਂ-ਬਾਪ ਜਿਹੜੇ ਸੀ ਉਹਨਾਂ ਦੇ ਸਿਰ 'ਤੇ ਕੋਈ ਸਾਇਆ ਨਹੀਂ ਰਿਹਾ ਸੀ ਤੇ ਉਹਨਾਂ ਦੀ ਦਾਦੀ ਨੇ ਉਹਨਾਂ ਨੂੰ ਜਿਹੜਾ ਪਾਲ ਪੋਸ ਕੇ ਵੱਡਾ ਕੀਤਾ ਸੀ। ਉਹਦੇ ਵਿੱਚ ਹੀ ਉਹਨਾਂ ਨੇ ਇੱਦਾਂ ਲੱਗਦਾ ਕਿ ਆਪਣੇ ਜਿਹੜੀ ਦਾਦੀ ਮਾਂ ਨੇ ਉਹਨਾਂ ਨੂੰ ਪਾਲਿਆ ਸੀ, ਗ੍ਰੈਂਡ ਮਦਰ ਨੇ, ਉਹਦੇ ਲਈ ਇਹ ਚੀਜ਼ ਲਿਖੀ ਹੈ। ਖਾਸ ਕਰਕੇ ਇਹਦੇ ਵਿੱਚ ਲਿਖਿਆ ਗਿਆ, ਮੈਂ ਉਸਦੇ ਪਿਆਰ ਭਰੇ ਹੱਥਾਂ ਵਿੱਚ ਪਲਿਆ, ਉਸਨੇ ਮੈਨੂੰ ਗੁਰਾਂ ਦਾ ਗੀਤ ਸਿਖਾਇਆ। ਉਹ ਪੜ੍ਹ ਨਹੀਂ ਸੀ ਸਕਦੀ ਪਰ ਉਸਨੇ ਮੈਨੂੰ ਜੀਵਨ ਦੇ ਅਰਥ ਸਿਖਾਏ। ਦੀਵਾਨ ਸਿੰਘ। I grew up like a little child in her loving hands. I learned the song of the Guru from her. She was unlettered. ਪੜ੍ਹ ਨਹੀਂ ਸੀ ਸਕਦੀ, ਉਹ ਸਾਖਰ ਨਹੀਂ ਸੀਗੇ, but she gave me the meaning of life. ਪਰ ਉਹਨਾਂ ਮੈਨੂੰ ਜੀਵਨ ਜਾਚ ਸਿਖਾਈ। ਇਸ ਚੀਜ਼ ਨੂੰ ਇੱਥੇ ਤਸਦੀਕ ਕੀਤਾ ਗਿਆ ਹੈ। ਇਹਦੇ ਨਾਲ ਹੀ ਇੱਥੇ ਤਸਵੀਰ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ ਤੁਹਾਨੂੰ, ਪੰਜਾਬੀਅਤ ਦੀ ਆਹ ਤਸਵੀਰ ਦਿਖਾਈ ਦਿੰਦੀ ਹੈ ਤੇ ਨਾਲ ਹੀ ਇਹ ਡਿਸਪਲੇ ਕੀਤਾ ਗਿਆ ਤੇ ਪਿੱਛੇ ਪੂਰਾ ਪੰਜਾਬ ਦਾ ਜਿਹੜਾ ਇੱਕ ਵੱਡਾ ਪੰਜਾਬ ਹੁੰਦਾ ਸੀ ਡਿਵੀਜ਼ਨ ਹੋਣ ਤੋਂ ਪਹਿਲੇ ਉਸ ਦਾ ਇੱਥੇ ਨਕਸ਼ਾ ਵੀ ਦਿੱਤਾ ਗਿਆ ਜਿਹਦੇ ਵਿੱਚ ਕਿ ਇਹ ਅਲੱਗ-ਅਲੱਗ ਤਰੀਕੇ ਦੇ ਸਾਰੇ ਪ੍ਰੋਪਰ ਤਰੀਕੇ ਨਾਲ ਦੱਸੇ ਗਏ ਹੈ। ਇੱਥੇ ਕਿਤੇ ਤੁਹਾਨੂੰ ਸ਼ਾਇਦ ਹੈ ਬਹੁਤ ਕੁਛ ਲਿਖਿਆ ਹੋਇਆ ਹੈ। ਸਤਲੁਜ ਦਰਿਆ ਵੀ ਇੱਥੇ ਦਿਖਾਇਆ ਗਿਆ ਹੈ, ਇਹ ਮੁਕਤਸਰ ਇੱਥੇ ਦਿਖ ਰਿਹਾ। ਇਸ ਤਰੀਕੇ ਦੇ ਨਾਲ ਇਹ ਪੂਰਾ ਨਕਸ਼ਾ ਜਿਹੜਾ ਹੈ ਇੱਥੇ ਉਹ ਵੀ ਦੱਸਿਆ ਗਿਆ। ਇੱਥੇ ਬੀਕਾਨੇਰ ਤੱਕ ਦਾ ਪੂਰਾ ਮਤਲਬ ਕਿ ਇੱਕ ਡਿਸਪਲੇ ਇੱਥੇ ਪ੍ਰੋਪਰ ਤਰੀਕੇ ਨਾਲ ਇੱਥੇ ਦਿੱਤਾ ਗਿਆ। ਇਸ ਦੇ ਅੱਗੇ ਹੀ ਅਸੀਂ ਜੇ ਘੁੰਮ ਕੇ ਦੇਖਦੇ ਹਾਂ, ਇੱਥੇ ਕੋਸ਼ਿਸ਼ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਡਿਫਰੈਂਟ ਤਰੀਕੇ ਦੀਆਂ ਪੂਰੀਆਂ ਲਿਖਤਾਂ ਜਿਹੜੀਆਂ ਨੇ ਉਹ ਦੀਵਾਨ ਸਿੰਘ ਕਾਲੇ ਪਾਣੀ ਨੂੰ ਜਿਹੜੀਆਂ ਸਮਰਪਿਤ ਨੇ ਜਾਂ ਉਹਨਾਂ ਦੀਆਂ ਆਪਣੀਆਂ ਲਿਖਤਾਂ ਨੇ ਉਹ ਇੱਥੇ ਦੱਸੀਆਂ ਗਈਆਂ ਨੇ। ਖਾਸ ਕਰਕੇ ਇਹ ਵੀ ਲਿਖਤ ਜਿਹੜੀ ਹੈਗੀ ਹੈ ਦੀਵਾਨ ਸਿੰਘ ਕਾਲੇ ਪਾਣੀ ਦੀ ਹੈਗੀ ਹੈ, ਉੱਠ ਜੀਵਨ ਰਾਗਨੀ ਛੇੜ। ਉੱਠ ਜੀਵਨ ਰਾਗਨੀ ਛੇੜ, ਇਹ ਦੀਵਾਨ ਸਿੰਘ ਕਾਲੇ ਪਾਣੀ ਦਾ ਟਾਈਟਲ ਉੱਪਰ ਹੈਗਾ ਉਹਨਾਂ ਦੀ ਲਿਖਤ ਦਾ। ਇਸਤਰੀ ਨੂੰ, ਔਰਤ ਲਈ ਇਹ ਕਿਹਾ ਗਿਆ, ਟੂ ਅ ਵਮਨ, ਅੰਗਰੇਜ਼ੀ ਵੀ ਇਹਦੀ ਨੀਚੇ ਕੀਤੀ ਗਈ ਹੈ, ਟੂ ਅ ਵਮਨ, ਇਸਤਰੀ ਨੂੰ ਇਹ ਕਿਹਾ ਗਿਆ, ਉੱਠ ਜੀਵਨ ਰਾਗਨੀ ਛੇੜ, ਕੀ ਮੁਰਦਾ ਮਰਦ ਸੰਸਾਰ ਤੇਰੇ ਆਸਰੇ ਜੀਵੇ, ਖੇੜਾ ਖੁਸ਼ਬੂ ਖਿਲਾਰ, ਕੀ ਸੁੱਕਾ ਮੁਰਝਾਇਆ ਸੰਸਾਰ ਤੇਰੇ ਸਦਕਾ ਟਹਿਕੇ, ਟੁਕਰ ਦੀ ਬੁਰਕੀ ਲਈ ਮਰਦ ਦੀ ਮੁਥਾਜੀ ਛੱਡ, ਟੁੱਕਰ ਦੀ ਬੁਰਕੀ ਲਈ ਮਰਦ ਦੀ ਮੁਥਾਜੀ ਛੱਡ। ਇਹਦੇ ਵਿੱਚ ਵੀ ਔਰਤ ਦਾ ਜਿਹੜਾ ਉਹਨੂੰ ਸੈਲਫ ਕੌਨਫੀਡੈਂਟ ਤੇ ਸੈਲਫ ਰਿਲਾਇੰਟ ਹੋਣ ਦੀ ਉਹਨਾਂ ਨੇ ਉਸ ਟਾਈਮ ਵੀ ਗੱਲ ਕੀਤੀ ਸੀ ਕਿ ਟੁੱਕਰ ਦੀ ਬੁਰਕੀ ਲਈ ਮਰਦ ਦੀ ਮੁਥਾਜੀ ਛੱਡ, ਕੀ ਮਰਦ ਤੀਵੀਂ ਦੋਵੇਂ ਜੀਵਨ, ਸੰਸਾਰ ਦਾ ਜੀਵਨ ਤੇਰੇ ਅੰਦਰ ਹੈ, ਕਾਇਨਾਤ ਤੇਰੇ ਸੀਨੇ,
ਹਨੇਰੀ ਆ ਰਹੀ ਹੈ, ਭੁਚਾਲ ਆ ਰਿਹਾ ਹੈ, ਉੱਠ ਮਤੇ ਮੁਰਦਾ ਮਰਦ ਤੈਨੂੰ ਵੀ ਨਾਲ ਲੈ ਮਰੇ, ਉੱਠ ਚਿਰ ਪਿਆ ਹੁੰਦਾ ਵੇਲਾ ਲੰਘਦਾ ਜਾਂਦਾ। ਇਹ ਦੀਵਾਨ ਸਿੰਘ ਕਾਲੇ ਪਾਣੀ ਨੇ ਔਰਤ ਨੂੰ ਆਪਣੇ ਤਰੀਕੇ ਦੇ ਨਾਲ ਕਿਹਾ। ਬੇਸਿਕਲੀ ਉਹਨੂੰ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਤੂੰ ਕਾਇਨਾਤ ਹੈ, ਤੂੰ ਹੀ ਅਸਲ ਦੇ ਵਿੱਚ ਹਰ ਚੀਜ਼ ਨੂੰ ਸੀਨੇ ਲਾਉਣੀ ਹੈ, ਤੇਰਾ ਹੀ ਇੰਨਾ ਜਿਗਰਾ ਹੋ ਸਕਦਾ ਹੈ, ਤੂੰ ਜਿਹੜਾ ਮਰਦ ਹੈਗਾ ਉਹਦੀ ਵੀ ਪੂਰਕ ਤੂੰ ਹੀ ਹੈ। ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਔਰਤ ਨੂੰ ਇਸ ਐਡਰੈਸ ਕੀਤਾ, ਔਰ ਖਾਸ ਕਰਕੇ ਔਰਤ ਨੂੰ ਸੈਲਫ ਰਿਲਾਇੰਟ ਹੋਣ ਦੀ ਇਹਦੇ ਵਿੱਚ ਉਹਨਾਂ ਨੇ ਮੈਸੇਜ ਦਿੱਤਾ, ਸੰਦੇਸ਼ ਦਿੱਤਾ। ਇਹ ਜਿਹੜਾ ਪਿਲਰ ਹੈਗਾ ਇੱਥੇ ਦੀਵਾਨ ਸਿੰਘ ਕਾਲੇ ਪਾਣੀ ਦੇ ਬਾਹਰ ਬਰਾਮਦੇ 'ਚ ਬਣਿਆ ਹੋਇਆ ਹੈ, ਬਿਲਕੁਲ ਮਿਡਲ ਦੇ ਵਿੱਚ ਬਣਿਆ ਹੈ, ਵਿੱਚੋਂ ਵਿੱਚ ਬਣਿਆ ਹੋਇਆ ਬਰਾਮਦੇ 'ਚ। ਇਸ ਪਿਲਰ ਦਾ ਨਾਮ ਹੈ ਪਿਲਰ ਆਫ ਟਰੁੱਥ, ਸੱਚ ਦਾ ਪਿਲਰ ਜਿਹੜਾ ਹੈਗਾ ਇਹ ਬਣਿਆ ਹੋਇਆ ਇੱਥੇ। ਇਸ ਦਾ ਰੈਲੇਵੈਂਸ ਕੀ ਹੈ, ਕਿਉਂ ਬਣਾਇਆ ਗਿਆ ਹੈ ਪਿਲਰ? ਇਹ 47 ਫੀਟ ਉੱਚਾ ਹੈਗਾ, ਉੱਪਰ ਤੱਕ ਜੇ ਦੇਖਿਆ ਜਾਏ ਤਾਂ 47 ਫੀਟ ਇਹਦੀ ਹਾਈਟ ਉੱਪਰ ਰੱਖੀ ਹੋਈ ਹੈ। ਤੇ ਇਹ ਤਸਦੀਕ ਕਰਦਾ ਹੈ, ਬੇਸਿਕਲੀ ਇਹ ਸਿੰਬਲ ਹੈਗਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਉਮਰ ਦਾ। ਉਹਨਾਂ ਦੀ ਉਮਰ 47 ਸਾਲ ਦੀ ਸੀਗੀ ਤੇ 47 ਸਾਲ ਤੋਂ ਬਾਅਦ ਉਹਨਾਂ ਨੇ ਸ਼ਹਾਦਤ ਜਿਹੜੀ ਸੀਗੀ ਉਹ ਸ਼ਹਾਦਤ ਦਾ ਜਾਮ ਪੀਤਾ, ਸ਼ਹਾਦਤ ਨੂੰ ਗਲੇ ਲਗਾਇਆ। ਇਹ ਪਿਲਰ ਆਫ ਟਰੁੱਥ, ਸੱਚ ਦਾ ਜਿਹੜਾ ਇਹ ਪਿਲਰ ਹੈਗਾ, ਜਿਹੜਾ ਇਹ ਸਤੰਭ ਹੈਗਾ, ਇਹ ਬੇਸਿਕਲੀ 47 ਫੁੱਟ ਬਣਾਇਆ ਗਿਆ ਤੇ ਉਹਨਾਂ ਦੀ ਏਜ ਜਿਹੜੀ ਹੈ ਉਹ ਡਿਟਰਮਿਨ ਕਰਦਾ ਹੈ, ਏਜ ਨੂੰ ਦੱਸਦਾ ਹੈ ਕਿ ਉਹਨਾਂ ਦੀ ਏਜ 47 ਸਾਲ। ਇਹਦੇ ਇੱਧਰ ਵਿੱਚ ਦੱਸਿਆ ਜਾਏ ਤਾਂ ਤੁਕਾਂ ਲਿਖੀਆਂ ਹੋਈਆਂ ਨੇ ਗੁਰਬਾਣੀ ਦੀਆਂ, ਕਰਤਾ ਪੁਰਖ ਨਿਰਭਉ ਨਿਰਭੈ, ਸਾਰੀ ਇੱਕ ਤੁਕਾਂ ਲਿਖੀਆਂ ਹੋਈਆਂ ਨੇ। ਇੱਧਰ ਉਹਨਾਂ ਦੀ ਖਾਸ ਕਰਕੇ ਜਿਹੜਾ ਪਿਲਰ ਆਫ ਟਰੁੱਥ, ਸੱਚ ਦਾ ਬੁਰਜ, ਇਸ ਨੂੰ ਨਾਮ ਦਿੱਤਾ ਗਿਆ। 47 ਫੁੱਟ ਇਹਦੀ ਹਾਈਟ ਰੱਖੀ ਗਈ ਹੈ ਤੇ ਖਾਸ ਕਰਕੇ ਇੱਧਰ ਸੱਚ ਨਾਮ ਦੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਆਪਣੀ ਲਿਖੀ ਹੋਈ ਲਿਖਤ ਜਿਹੜੀ ਹੈਗੀ ਉਹਨਾਂ ਦੀ ਪੋਇਮ ਹੈਗੀ ਹੈ, ਉਹ ਲਿਖੀ ਹੋਈ ਹੈ। ਪੂਰਾ ਦਾ ਪੂਰਾ ਇਹਦੇ ਵਿੱਚ ਉਹਨਾਂ ਨੇ ਵੇਰਵਾ ਦਿੱਤਾ ਹੈ। ਖਾਸ ਕਰਕੇ ਜੇ ਗੱਲ ਕਰੀਏ, ਮੈਂ ਸਾਰੀ ਤਾਂ ਨਹੀਂ ਪਰ ਉੱਪਰਲੀਆਂ 4 ਸਤਰਾਂ ਤੁਹਾਨੂੰ ਪੜ੍ਹ ਕੇ ਦੱਸਦੀ ਹਾਂ। ਸੱਚ ਚੰਨਣ ਹੈ, ਸੱਚ ਚਾਨਣ ਹੈ, ਚੰਨਣ ਵੀ ਹੈ ਤੇ ਚਾਨਣ ਵੀ ਹੈ। ਕਈ ਇਸ ਨੂੰ ਨਹੀਂ ਛੁਪਾ ਸਕਦਾ, ਕੋਈ ਇਸ ਨੂੰ ਨਹੀਂ ਛੁਪਾ ਸਕਦਾ, ਨਾ ਮਿੱਟੀ ਇਸ ਤੇ ਪਾ ਸਕਦਾ ਹੈ। ਸੱਚ ਸੂਰਜ ਹੈ, ਨੂਰ ਚਮਕਦਾ ਹੈ, ਜੋ ਇਸ ਤੇ ਧਿਆਨ ਜਮਾ ਸਕਦਾ ਉਹ ਜ਼ੁਲਮਤ ਦੂਰ ਹਟਾ ਸਕਦਾ। ਇਸ ਤਰੀਕੇ ਦੀ ਉਹਨਾਂ ਨੇ ਆਪਣੀ ਇੱਕ ਮਨ ਦੇ ਜਿਹੜੇ ਵਲਵਲੇ ਸੀਗੇ ਉਹਨਾਂ ਦੇ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ, ਡੈਫੀਨੇਟਲੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਲਿਖਤ ਉਹਨਾਂ ਨੇ ਉਦੋਂ ਲਿਖੀ ਹੋਏਗੀ ਜਦੋਂ ਉਹਨਾਂ ਨੂੰ ਆਪਣਾ ਕਾਫੀ ਜਿਹੜਾ ਸ਼ਹਾਦਤ ਉਹ ਕੋਲ ਆਂਦੀ ਦਿਖਾਈ ਦੇ ਰਹੀ ਹੋਏਗੀ, ਜਾਂ ਉਹਨਾਂ ਨੂੰ ਪਤਾ ਹੋਏਗਾ ਕਿ ਹੁਣ ਮੈਨੂੰ ਜਿਹੜਾ ਇਸ ਦੁਨੀਆ ਤੋਂ ਰੁਖਸਤ ਹੋਣਾ ਪੈਣਾ। ਉਸ ਦੇ ਨਾਲ ਨਾਲ ਇਹ ਸੱਚ ਦਾ ਬੁਰਜ ਉਹਨਾਂ ਦੀ ਉਮਰ 47 ਸਾਲ ਨੂੰ ਜਿਹੜਾ ਉਹ ਤਸਦੀਕ ਕਰਦਾ ਹੈ। 47 ਫੁੱਟ ਉੱਚਾ ਇਹਨੂੰ ਬਣਾਇਆ ਗਿਆ ਤਾਂ ਕਿ ਹਮੇਸ਼ਾ ਇਹ ਯਾਦਗਾਰ ਰਹਿ ਸਕੇ ਔਰ ਲੋਕ ਇਸ ਚੀਜ਼ ਨੂੰ ਸਮਝ ਸਕਣ ਕਿ ਇਹ ਸੱਚ ਦਾ ਬੁਰਜ, ਪਿਲਰ ਆਫ ਟਰੁੱਥ ਜਿਹੜਾ ਹੈਗਾ, 47 ਸਾਲ ਸਿਰਫ ਜੀਏ ਸੀਗੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਔਰ 47 ਸਾਲਾਂ ਦੇ ਵਿੱਚ ਮਨੁੱਖਤਾ ਨੂੰ ਲੈ ਕੇ ਉਹਨਾਂ ਨੇ ਕੀ ਕੁਝ ਦਿੱਤਾ। ਇੱਕ ਡਾਕਟਰ ਦੇ ਤਰੀਕੇ ਦੇ ਨਾਲ ਉੱਥੇ ਕੈਦੀਆਂ ਦੀ ਪਹਿਲੇ ਸੇਵਾ ਕੀਤੀ, ਫਿਰ ਉਹਨਾਂ ਨੇ ਬਿਮਾਰਾਂ ਨੂੰ ਠੀਕ ਕੀਤਾ। ਐਸੇ ਟਾਪੂ 'ਤੇ ਉਹਨਾਂ ਨੂੰ ਭੇਜਿਆ ਗਿਆ, ਉੱਥੇ ਉਹਨਾਂ ਨੇ ਬਹੁਤ ਸੇਵਾ ਕੀਤੀ, ਮਨੁੱਖਤਾ ਦੀ ਸੇਵਾ ਕੀਤੀ। ਉਸ ਦੇ ਨਾਲ ਹੀ ਲਿਖਤਾਂ ਲਿਖੀਆਂ। ਇੱਕ ਸੂਝਵਾਨ ਸੀਗੇ, ਸਮਾਜ ਸੁਧਾਰਕ ਤਾਂ ਸੀਗੇ ਪਰ ਵਿਦਵਾਨ ਵੀ ਸੀਗੇ। ਇਹਨਾਂ ਸਾਰਿਆਂ ਦੇ ਵਿੱਚ ਇਹ ਜਿਹੜਾ ਬੁਰਜ ਹੈਗਾ ਉਹਨਾਂ ਨੂੰ ਹਮੇਸ਼ਾ ਯਾਦ ਰੱਖਣ ਲਈ, ਉਹਨਾਂ ਦੀ ਉਮਰ ਨੂੰ ਯਾਦ ਰੱਖਣ ਦੀ ਔਰ ਸਜਦਾ ਕਰਨ ਲਈ ਇਹ ਹਮੇਸ਼ਾ ਇੱਥੇ ਖੜਾ ਰਹੇਗਾ ਔਰ ਦਿਖਦਾ ਰਹੇਗਾ। ਦੀਵਾਨ ਸਿੰਘ ਕਾਲੇ ਪਾਣੀ, ਜਿਹੜੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਸੀਗੇ, ਉਹਨਾਂ ਨੇ ਇੱਕ ਹੋਰ ਬਹੁਤ ਵਧੀਆ ਚੀਜ਼, ਬਹੁਤ ਵੱਡੀ ਚੀਜ਼ ਕਹੀ ਹੈਗੀ। ਖਾਸ ਕਰਕੇ ਉਹਨਾਂ ਨੇ ਪੰਜਾਬੀ ਬੋਲੀ ਨੂੰ ਲੈ ਕੇ ਆਪਣੀ ਜਿਹੜਾ ਉਹਨਾਂ ਦੇ ਵਿਚਾਰਾਂ ਸੀਗੀਆਂ ਉਹ ਰੱਖੀਆਂ। ਉਹਨਾਂ ਨੇ ਲਿਖਿਆ ਕਿ ਹਿੰਦੁਸਤਾਨ ਦੀਆਂ ਸਾਰੀਆਂ ਸੁਬਕ ਬੋਲੀਆਂ ਵਿੱਚੋਂ ਪੰਜਾਬੀ ਹੀ ਐਸੀ ਬੋਲੀ ਹੈ ਜਿਸ ਨੂੰ ਆਪਣੇ ਪੁੱਤਰ ਹੀ ਮਾਰਨ ਤੇ ਤੁਲੇ ਬੈਠੇ ਹਨ। Amongst all the regional language of Hindustan, Punjabi is the only language which is being assassinated by its own people. ਇਸ 'ਚ ਖਾਸ ਕਰਕੇ ਉਹਨਾਂ ਨੇ ਇਹ ਲਿਖਿਆ ਹੈ ਕਿ ਪੰਜਾਬੀ ਨੂੰ ਕਿਸੇ ਦੂਜੇ ਲੋਕਾਂ ਨੇ ਨਹੀਂ ਮਾਰਿਆ, ਇੱਥੇ ਖੁਦ ਦੇ ਲੋਕ ਹੀ ਇਹਦੇ ਮਾਰੂ ਬਣੇ ਹੋਏ ਨੇ, ਉਹੀ ਇਹਨੂੰ ਮਾਰਨ ਲੱਗੇ ਨੇ। ਇਹਦਾ ਬਹੁਤ ਵੱਡੇ ਆਪਣੇ ਅਰਥ ਨੇ। ਔਰ ਉਹਨਾਂ ਨੇ ਮਤਲਬ ਕਿ ਅੱਜ ਵੀ ਪੰਜਾਬੀ ਬੋਲੀ ਦੀ ਗੱਲ ਹੁੰਦੀ ਹੈ
ਪੰਜਾਬੀ ਬੋਲੀ ਦੇ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ, ਨਾਅਰੇਬਾਜ਼ੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਵਿਧਾਨ ਸਭਾ ਦੇ ਵਿੱਚ ਪੰਜਾਬੀ ਬੋਲੀ ਨੂੰ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਖਾਸ ਕਰਕੇ ਪੰਜਾਬ ਦੇ ਵਿੱਚ। ਪੰਜਾਬ ਦੀ ਬੋਲੀ ਪੰਜਾਬੀ ਹੈ, ਮਾਂ ਬੋਲੀ ਪੰਜਾਬ ਦੇ ਲੋਕਾਂ ਦੀ ਪੰਜਾਬੀ ਹੈ। ਤਾਂ ਵੀ ਜਿਹੜੀਆਂ ਹੈਗੀਆਂ ਗੱਲਾਂ ਇਹ ਕਦੋਂ ਦੀਆਂ 1924 25 26 27 ਦੀਆਂ ਗੱਲਾਂ ਸੀਗੀਆਂ, ਜਦੋਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜ਼ਿੰਦਾ ਸੀਗੇ ਔਰ ਉਹ ਸੋਚਦੇ ਸੀਗੇ, ਵਿਚਾਰਦੇ ਸੀ। ਉਦੋਂ ਦੀ ਹੀ ਇਹ ਗੱਲ ਚੱਲੀ ਆ ਰਹੀ ਹੈ ਕਿ ਪੰਜਾਬੀ ਨੂੰ ਮਾਰਨ ਵਾਲਾ ਕੋਈ ਹੋਰ ਨਹੀਂ, ਉਹਦੇ ਆਪਣੇ ਹੀ ਲੋਕ ਨੇ। ਕਿਉਂਕਿ ਅਸੀਂ ਖਾਸ ਕਰਕੇ ਪੰਜਾਬੀ ਜਿਹੜੇ ਪੰਜਾਬੀ ਨਹੀਂ ਬੋਲਣਾ ਚਾਹੁੰਦੇ, ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣਾ ਚਾਹੁੰਦੇ ਨੇ, ਅੰਗਰੇਜ਼ੀ 'ਚ ਗੱਲ ਕਰਨਾ ਚਾਹੁੰਦੇ ਨੇ ਜਾਂ ਹੋਰ ਲੈਂਗੁਏਜਿਸ ਦੇ ਵਿੱਚ ਗੱਲ ਕਰਨਾ ਚਾਹੁੰਦੇ। ਖਾਸ ਕਰਕੇ ਭਾਸ਼ਾਵਾਂ ਜਿਹੜੀਆਂ ਨੇ ਉਹ ਅੰਗਰੇਜ਼ੀ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਜਦੋਂ ਤੱਕ ਪੰਜਾਬੀ ਜਿਹੜਾ ਖੁਦ ਪੰਜਾਬੀ ਹੈ ਉਹਨੂੰ ਪੰਜਾਬੀ 'ਤੇ ਮਾਣ ਨਹੀਂ ਹੋਏਗਾ, ਤਾਂ ਤੱਕ ਪੰਜਾਬੀ ਪ੍ਰਫੁੱਲਿਤ ਕਿਵੇਂ ਹੋ ਸਕੇਗੀ। ਉਸੇ ਦਾ ਇੱਕ ਬਹੁਤ ਵੱਡਾ ਇੱਕ ਸ਼ੀਸ਼ਾ ਦਿਖਾਇਆ ਦੀਵਾਨ ਸਿੰਘ ਕਾਲੇ ਪਾਣੀ ਨੇ ਕਿ ਪੰਜਾਬੀ ਨੂੰ ਕਿਸ ਤਰੀਕੇ ਦੇ ਨਾਲ ਉਹਦੇ ਆਪਣੇ ਹੀ ਲੋਕ ਜਿਹੜੇ ਨੇ ਉਹਨੂੰ ਉਡਾਰੀ ਨਹੀਂ ਦੇਣਾ ਚਾਹੁੰਦੇ ਤੇ ਮਾਰਨ 'ਤੇ ਲੱਗੇ ਹੋਏ ਨੇ। ਦੀਵਾਨ ਸਿੰਘ ਕਾਲੇ ਪਾਣੀ ਮਿਊਜ਼ੀਅਮ ਦੇ ਅਸੀਂ ਤੀਸਰੇ ਪੜਾਅ ਦੇ ਵਿੱਚ, ਤੀਸਰੇ ਹਿੱਸੇ ਦੇ ਵਿੱਚ ਖੜ੍ਹੇ ਹਾਂ, ਜਿੱਥੇ ਦੀਵਾਨ ਸਿੰਘ ਤੇ ਉਹਨਾਂ ਦਾ ਜਿਹੜਾ ਫੇਥ ਹੈਗਾ, ਜਿਹੜੀ ਉਹਨਾਂ ਦੀ ਧਰਮ ਦੇ ਪ੍ਰਤੀ ਆਪਣੀਆਂ ਉਹਨਾਂ ਦੀਆਂ ਵਿਚਾਰਾਂ ਸੀਗੀਆਂ ਜਾਂ ਉਹ ਕੀ ਸੋਚਦੇ ਸੀਗੇ ਜਾਂ ਉਹਨਾਂ ਦੇ ਰਿਲੇਟਡ ਉਹਨਾਂ ਦੇ ਜੀਵਨ ਦੇ ਵਿੱਚ ਧਰਮ ਦਾ ਕਿੱਥੇ ਤੱਕ ਔਰ ਕਿੰਨਾ ਜਿਹੜੀ ਪਹੁੰਚ ਸੀਗੀ ਜਾਂ ਉਹਨਾਂ ਦਾ ਉਹਦੇ ਨਾਲ ਕਿੰਨਾ ਰਾਬਤਾ ਸੀਗਾ, ਉਹਦੇ ਬਾਰੇ ਦੇ ਵਿੱਚ ਇਸ ਹਿੱਸੇ ਦੇ ਵਿੱਚ ਦੱਸਿਆ ਗਿਆ। ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਇੱਥੇ ਇਹ ਦਿਖਾਇਆ ਗਿਆ, ਪੂਰੇ ਤਰੀਕੇ ਦੇ ਨਾਲ ਇੱਥੇ ਸਾਰੇ ਧਰਮਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਦੀ ਵੀ ਗੱਲ ਇੱਥੇ ਤਸਦੀਕ ਕੀਤੀ ਗਈ ਹੈ। ਉਸ ਦੇ ਨਾਲ ਨਾਲ ਇੱਥੇ ਬਹੁਤ ਕੁਝ ਲਿਖਿਆ ਹੋਇਆ, ਇਹ ਵੀ ਸਭ ਉਹਨਾਂ ਦਾ ਆਪਣਾ ਹੀ ਲਿਖਿਆ ਹੋਇਆ, ਉਹਨਾਂ ਦੇ ਦੁਆਰਾ ਹੀ ਧਰਮ ਨੂੰ ਵਿਚਾਰਾਂ ਉਹਨਾਂ ਦੀਆਂ ਕੀ ਨੇ ਜਾਂ ਕਿਸ ਤਰੀਕੇ ਦੇ ਨਾਲ ਉਹ ਧਰਮ ਦੇ ਲਈ ਸੋਚਦੇ ਸੀਗੇ, ਵਿਚਾਰਦੇ ਸੀਗੇ, ਉਹਦੇ ਬਾਰੇ ਇੱਥੇ ਲਿਖਿਆ ਗਿਆ। ਈਸਾ ਮਸੀਹ ਦੀ ਫੋਟੋ ਵੀ ਲਾਈ ਗਈ ਹੈ ਇੱਥੇ। ਜੇ ਗੱਲ ਕਰੀਏ ਤਾਂ ਬੁੱਧ ਦੀ ਫੋਟੋ ਵੀ ਇੱਥੇ ਲਾਈ ਗਈ ਹੈ, ਉਸ ਦੇ ਨਾਲ ਨਾਲ ਬਾਬੇ ਨਾਨਕ ਦੀ ਤਾਂ ਲਾਈ ਹੀ ਗਈ ਹੈ। ਇਸ ਦੇ ਨਾਲ ਨਾਲ ਹੀ ਤੁਸੀਂ ਦੇਖਿਆ ਜਾਏ ਤਾਂ ਇਹਦੇ ਦੂਸਰੇ ਸੈਕਸ਼ਨ ਦੇ ਵਿੱਚ ਜੇ ਅਸੀਂ ਇਹਦਾ ਬਿਲਕੁਲ ਆਪੋਜ਼ਿਟ ਸੈਕਸ਼ਨ 'ਚ ਦੇਖੀਏ ਤਾਂ ਉੱਥੇ ਵੀ ਦੀਵਾਨ ਸਿੰਘ ਕਾਲੇ ਪਾਣੀ ਦੀ ਜਿਸ ਤਰੀਕੇ ਦੇ ਨਾਲ ਧਰਮ ਨੂੰ ਲੈ ਕੇ ਆਪਣੀ ਸੋਚ ਵਿਚਾਰਾਂ ਨੇ, ਉਸ ਚੀਜ਼ ਨੂੰ ਪੂਰੇ ਤਰੀਕੇ ਦੇ ਨਾਲ ਲਿਖਿਆ ਗਿਆ। ਔਰ ਖਾਸ ਕਰਕੇ ਜੇ ਗੱਲ ਕਰੀਏ ਇਸ ਗੁਰਦੁਆਰੇ ਦੀ, ਇਹ ਗੁਰਦੁਆਰਾ ਡਾਕਟਰ ਦੀਵਾਨ ਸਿੰਘ ਇਹ ਉੱਥੇ ਬਣਾਇਆ ਗਿਆ, ਅੰਡੇਮਾਨ ਦੇ ਵਿੱਚ ਇਹ ਗੁਰਦੁਆਰਾ ਬਣਿਆ ਹੋਇਆ। ਜਦੋਂ ਕਦੀ ਅੰਡੇਮਾਨ ਉੱਥੇ ਜਾਓ ਤਾਂ ਤੁਸੀਂ ਇਸ ਗੁਰਦੁਆਰੇ ਵਿੱਚ ਜਾ ਸਕਦੇ ਹੋ। ਇਹਦਾ ਰੱਖ ਰਖਾਵ ਵੀ ਇਹਨਾਂ ਦਾ ਆਪਣਾ ਪਰਿਵਾਰ ਜਿਹੜਾ ਇਸ ਦਾ ਰੱਖ ਰਖਾਵ ਇਹਦਾ ਕਰ ਰਿਹਾ, ਦੇਖ ਰੇਖ ਕਰ ਰਿਹਾ ਇਸ ਦੀ ਪੂਰੇ ਤਰੀਕੇ ਦੇ ਨਾਲ। ਔਰ ਇਹਨੂੰ ਵੀ ਇੱਥੇ ਪੂਰੀ ਤਰ੍ਹਾਂ ਡਿਸਪਲੇ ਕੀਤਾ ਗਿਆ। ਇੱਥੇ ਬਹੁਤ ਪ੍ਰੋਪਰ ਤਰੀਕੇ ਦੇ ਨਾਲ ਹਰ ਇੱਕ ਗੱਲ ਦੀ ਡਿਸਪਲੇ ਇੱਥੇ ਕੀਤੀ ਗਈ ਹੈ। ਪੂਰਾ ਦਾ ਪੂਰਾ ਇਹਦਾ ਦੂਸਰਾ ਹਿੱਸਾ ਵੀ ਗੁਰਦੁਆਰੇ ਦਾ ਜਿਸ ਤਰੀਕੇ ਨਾਲ ਦਿਖਾਇਆ ਗਿਆ ਹੈ। ਸਾਰੀ ਫੋਟੋਗ੍ਰਾਫਸ ਤੁਹਾਨੂੰ ਅੰਦਰ ਦੇ ਦਰਸ਼ਨ ਇੱਥੋਂ ਵੀ ਦਿਖ ਜਾਣਗੇ। ਪਰ ਡੈਫੀਨੇਟਲੀ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਇੱਕਮਿਕ ਹੋਣਾ ਹੈ ਔਰ ਦੇਖਣਾ ਹੈ ਵੀ ਕਿਸ ਤਰੀਕੇ ਦੇ ਨਾਲ ਉੱਥੇ ਉਹਨਾਂ ਦੀ ਛਾਪ ਕੀ ਸੀਗੀ, ਇੱਥੇ ਤਾਂ ਉਹਨਾਂ ਦਾ ਡਿਸਪਲੇ ਦਿਖਾਇਆ ਗਿਆ, ਪਰ ਉੱਥੇ ਕੀ ਛਾਪ ਸੀ, ਕਿੰਨਾ ਔਖਾ ਜੀਵਨ ਜਿਹੜਾ ਉਹਨਾਂ ਦੇ ਪਰਿਵਾਰ ਨੇ ਉੱਥੇ ਜੀਆ ਹੋਏਗਾ, ਕਿਸ ਤਰੀਕੇ ਦੇ ਉੱਥੇ ਹਾਲਾਤ ਹੋਣਗੇ। ਅੱਜ ਵੀ ਉਹ ਕਾਫੀ ਸਿਮਿਲੈਰਿਟੀਜ਼ ਉੱਥੇ ਮਿਲ ਜਾਣਗੀਆਂ। ਤਾਂ ਤੁਸੀਂ ਉੱਥੇ ਇੱਕ ਵਾਰੀ ਜ਼ਰੂਰ ਜਾਓ ਔਰ ਇੱਥੇ ਜਾ ਕੇ ਦੇਖ ਕੇ ਆਓ ਕਿ ਇਸ ਸ਼ਖਸੀਅਤ, ਇਸ ਸ਼ਹੀਦ ਨੇ ਆਪਣਾ ਜੀਵਨ ਇੰਨੇ ਵਰੇ ਪਹਿਲੇ ਕਿਸ ਤਰੀਕੇ ਦੇ ਨਾਲ ਉੱਥੇ ਬਿਤਾਇਆ ਹੋਏਗਾ। ਔਰ ਉਹਨਾਂ ਦੀਆਂ ਉੱਥੇ ਜਿਹੜੀਆਂ ਛਾਪਾਂ ਅਤੇ ਉਹਨਾਂ ਦੀਆਂ ਜਿਹੜੇ ਫੁੱਟਪ੍ਰਿੰਟਸ ਨੇ ਤੁਹਾਨੂੰ ਉੱਥੇ ਵੀ ਜ਼ਰੂਰ ਦਿਖਾਈ ਦੇਣਗੇ। ਖਾਸ ਕਰਕੇ ਜੇ ਇਸ ਹਿੱਸੇ ਦੀ ਗੱਲ ਕਰੀਏ ਤਾਂ ਮਿਊਜ਼ੀਅਮ ਦੇ ਇਸ ਹਿੱਸੇ 'ਚ ਵੀ ਬਹੁਤ ਹੀ ਇੱਕ ਪਿਆਰੀ ਚੀਜ਼ ਦੱਸੀ ਗਈ ਹੈ, ਜਿਹੜੀ ਕਿ ਹਮੇਸ਼ਾ ਕਈ ਵਾਰੀ ਜਿਹੜੇ ਖਦਸ਼ੇ ਰਹਿੰਦੇ ਨੇ, ਖਾਸ ਕਰਕੇ ਸਿੱਖਾਂ ਨੂੰ ਲੈ ਕੇ, ਜਿਹੜੀ ਸਿੱਖ ਧਰਮ ਨੂੰ ਲੈ ਕੇ ਕਈ ਵਾਰੀ ਖਦਸ਼ੇ ਪੈਦਾ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ। ਉਸ ਨੂੰ ਲੈ ਕੇ ਇਹਦੇ ਵਿੱਚ ਬੜੀ ਇੱਕ ਵਧੀਆ ਚੀਜ਼ ਇੱਥੇ ਦੱਸੀ ਗਈ ਹੈ ਕਿ ਉਸ ਵੇਲੇ ਵੀ ਜਦੋਂ ਇੱਦਾਂ ਦੀ ਕੋਈ ਕਨਫਿਊਜ਼ਨ ਪੈਦਾ ਹੋਈ ਸੀ ਤੇ ਡਾਕਟਰ ਦੀਵਾਨ ਸਿੰਘ ਨੇ ਇੱਕ ਉਪਰਾਲਾ ਕੀਤਾ ਸੀਗਾ। ਵਿਸਾਖੀ ਜਿਹੜਾ ਸੀਗਾ ਉਸ ਉਜੜੇ ਹੋਏ ਟਾਪੂ 'ਤੇ ਵਿਸਾਖੀ ਮਨਾਈ ਗਈ ਔਰ ਉਹਦੀ ਇਹ ਪੂਰੀ ਬੋਲਦੀ ਤਸਵੀਰ ਹੈਗੀ ਹੈ। ਔਰ ਇਹਦੇ ਵਿੱਚ ਖਾਸ ਕਰਕੇ ਸੁਰਜੀਤ ਜਿਹੜੇ ਹੈਗੇ ਨੇ ਖੁਰਸ਼ੀਦੀ ਨੇ, ਉਹਨਾਂ ਨੇ ਕੁਝ ਲਾਈਨਾਂ ਇਹਦੇ ਬਾਰੇ 'ਚ ਲਿਖੀਆਂ ਕਿ ਜਿਹੜਾ ਟਾਪੂ ਸੀਗਾ ਉਹ ਪੂਰੇ ਤਰੀਕੇ ਦੇ ਨਾਲ ਕਿਵੇਂ ਖਾਲੀ ਉਜੜਿਆ ਹੋਇਆ ਸੀਗਾ, ਤਾਂ ਉਹਦੇ ਬਾਅਦ ਹੌਲੀ ਹੌਲੀ ਕਰਕੇ ਉਹਨਾਂ ਭੁਲੇਖਿਆਂ ਨੂੰ ਦੂਰ ਕਰਨ ਵਾਸਤੇ ਕਿਵੇਂ ਉੱਥੇ ਸੰਗਤ ਮਿਲ ਬੈਠੀ ਸੀਗੀ, ਕਿਸ ਤਰੀਕੇ ਦੇ ਨਾਲ ਉੱਥੇ ਲੰਗਰ ਵਰਤਾਏ ਗਏ, ਕਿਸ ਤਰੀਕੇ ਦੇ ਨਾਲ ਉੱਥੇ ਪੂਰਾ ਸੰਗਤ ਭਰੀ ਸੀਗੀ। ਔਰ ਪੂਰਾ ਦਾ ਪੂਰਾ ਉੱਥੇ ਉਸ ਗੁਰਦੁਆਰੇ ਦੇ ਵਿੱਚ ਉਹਦੇ ਆਸ-ਪਾਸ ਇੱਥੇ ਖਾਸ ਕਰਕੇ ਇਹ ਦਿਖਾਇਆ ਗਿਆ ਕਿ ਯਾਤਰੂ ਨਿਵਾਸ ਵੀ ਉੱਥੇ ਬਣਿਆ ਹੋਇਆ, ਗੁਰਦੁਆਰੇ ਦੇ ਸਰਾਂ ਬਣੀ ਹੋਈ ਉਹਦੇ ਅੰਦਰ, ਕੰਪਲੈਕਸ ਦੇ ਅੰਦਰ। ਅਤੇ ਉਹ ਕਿਵੇਂ ਭਰਿਆ ਸੀ ਅਤੇ ਕਿਵੇਂ ਲੋਕ ਮਿਲ ਬੈਠੇ ਸੀ ਅਤੇ ਉਹਨਾਂ ਨੇ ਲੰਗਰ ਪ੍ਰਸ਼ਾਦੇ ਉਹਦੇ ਛਕੇ ਸੀ ਅਤੇ ਕਿਸ ਤਰੀਕੇ ਨਾਲ ਵਿਸਾਖੀ ਉੱਥੇ ਮਨਾਈ ਗਈ ਸੀਗੀ। ਉਹਦੇ ਵਿੱਚ ਬੜੀ ਖੂਬਸੂਰਤ
ਕਵਿਤਾ ਜਾਂ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਬੁਲਾਇਆ ਜਾਂ ਉਹਨਾਂ ਨੂੰ ਆਵਾਜ਼ ਮਾਰੀ ਤੇ ਕੀ ਕਹਿੰਦੇ ਨੇ ਉੱਥੇ ਦੀਵਾਨ ਸਿੰਘ ਕਾਲੇ ਪਾਣੀ ਉਹਨਾਂ ਦੀ ਲਿਖੀ ਹੋਈ ਚੀਜ਼ ਹੈਗੀ ਹੈ। ਕੱਪੜੇ ਲਾ ਕੇ ਸੰਗਾ ਲਾ ਕੇ ਆਓ ਨਹਾਓ ਰੀਝਾਂ ਲਾਓ ਟੁੱਬੀਆਂ ਲਾਓ ਗੋਤੇ ਖਾਓ ਪਾਣੀ ਦੇ ਗਲ ਪਾਗਲ ਵਕੜੀ ਭਿੱਜਦੇ ਆਓ ਜਿਉਂਦੇ ਜਾਓ ਰਲ ਮਿਲ ਜਾਓ ਹਿਲ ਮਿਲ ਜਾਓ ਮੇਰੇ ਅੰਦਰ ਘੁਲ ਮਿਲ ਜਾਓ ਮੈਂ ਦਰਿਆ ਹਾਂ ਪ੍ਰੀਤਾਂ ਦਾ 100 ਸਾਗਰ ਹਾਂ ਪਿਆਰਿਆਂ ਦਾ। ਬਹੁਤ ਹੀ ਪਿਆਰੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਲਿਖੀਆਂ, ਲੋਕਾਂ ਨੂੰ ਆਵਾਜ਼ਾਂ ਮਾਰੀਆਂ, ਸੰਗਤ ਨੂੰ ਆਵਾਜ਼ ਮਾਰੀ ਔਰ ਕਿਸ ਤਰੀਕੇ ਦੇ ਨਾਲ ਉਸ ਟਾਈਮ ਦੇ ਵਿੱਚ ਉਜੜੇ ਟਾਪੂ ਨੂੰ ਵੀ ਉਹਨਾਂ ਨੇ ਸਜੀਵ ਕਰ ਦਿੱਤਾ, ਕਿਸ ਤਰੀਕੇ ਦੇ ਨਾਲ ਉੱਥੇ ਸੰਗਤ ਮਿਲ ਬੈਠੀ ਤੇ ਵਿਸਾਖੀ ਦੇ ਮੇਲੇ ਉੱਥੇ ਮਨਾਏ ਗਏ। ਇਹ ਸੈਕਸ਼ਨ ਜਿਹੜਾ ਅਗਲਾ ਹੈਗਾ ਮਿਊਜ਼ੀਅਮ ਦੇ ਵਿੱਚ ਖਾਸ ਕਰ ਦੀਵਾਨ ਸਿੰਘ ਕਾਲੇ ਪਾਣੀ ਦੇ ਨਾਲ ਜੁੜਿਆ ਹੋਇਆ ਤੇ ਉਹਨਾਂ ਨੇ ਹਿਊਮੈਨਿਟੇਰੀਅਨ ਜਿਹੜਾ ਇੱਕ ਉਹਨਾਂ ਦਾ ਹਿੱਸਾ ਹੈਗਾ, ਉਹਨਾਂ ਦੀ ਸ਼ਖਸੀਅਤ ਦਾ ਇੱਕ ਹਿੱਸਾ ਸੀਗਾ, ਮਾਨਵਤਾਵਾਦੀ ਮਨੁੱਖਤਾ ਨੂੰ ਉਹ ਕਿਸ ਤਰੀਕੇ ਦੇ ਨਾਲ ਸਮਰਪਿਤ ਸੀਗੇ ਉਸ ਨੂੰ ਲੈ ਕੇ ਇਹਦੇ ਵਿੱਚ ਦੱਸਿਆ ਗਿਆ ਸਾਰਾ ਦਾ ਸਾਰਾ। ਖਾਸ ਕਰਕੇ ਇਹਦੇ 'ਚ ਬੱਚੇ ਦਿਖਾਏ ਗਏ ਨੇ ਜਾਂ ਕਿਸ ਜੋ ਵੀ ਉਹਨਾਂ ਨੇ ਕੰਮ ਕੀਤੇ ਹੋਣਗੇ ਹਿਊਮੈਨਿਟੇਰੀਅਨ ਗਰਾਊਂਡਸ 'ਤੇ, ਕਿਉਂਕਿ ਡਾਕਟਰ ਵੀ ਸੀ, ਮਨੁੱਖ ਬਹੁਤ ਅੱਛੇ ਸੀਗੇ ਔਰ ਸਮਾਜ ਸੁਧਾਰਕ ਸੀਗੇ, ਉਸ ਚੀਜ਼ ਨੂੰ ਡਿਸਪਲੇ ਕਰਨ ਦੀ ਇੱਥੇ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਖਾਸ ਕਰਕੇ ਇੱਥੇ ਤਾਂ ਇੱਕ ਡਾਕਟਰ ਦੇ ਤੌਰ 'ਤੇ ਤਾਂ ਉਹਨਾਂ ਨੂੰ ਤਸਦੀਕ ਕੀਤਾ ਹੀ ਗਿਆ ਕਿਸ ਤਰੀਕੇ ਦੇ ਨਾਲ ਉਹ ਉੱਥੇ ਗਏ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਜਿਹੜੇ ਲੋਕ ਸੀਗੇ, ਖਾਸ ਕਰਕੇ ਉੱਥੇ ਬੇਸਿਕਲੀ ਤਾਂ ਉੱਥੇ ਸਾਰੇ ਦੇ ਸਾਰੇ ਐਕਿਊਜ਼ਡ ਜਾਂ ਫਿਰ ਕੈਦੀ ਹੀ ਲੈ ਕੇ ਆਏ ਜਾਂਦੇ ਸੀਗੇ ਅਤੇ ਉਹਨਾਂ ਲੋਕਾਂ ਦੀ ਕਿਵੇਂ ਉਹਨਾਂ ਨੇ ਸੇਵਾ ਕੀਤੀ, ਉੱਥੇ ਜਿਹੜੀ ਥੋੜ੍ਹੀ ਬਹੁਤੀ ਵਸੋਂ ਸੀਗੀ ਉਹ ਸਾਰੀ ਵਸੋਂ ਦੀ ਕਿਵੇਂ ਟੇਕ ਕੇਅਰ ਕਰਦੇ ਸੀ, ਕਿਵੇਂ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਹੈ ਛਾਪ ਛੱਡੀ ਉਸ ਹਿਊਮੈਨਿਟੇਰੀਅਨ ਗਰਾਊਂਡਸ ਨੂੰ ਜਾਂ ਉਸ ਹਿਊਮੈਨਿਟੀ ਨੂੰ ਸਮਰਪਿਤ ਜਿਹੜਾ ਉਹਨਾਂ ਦਾ ਹਿੱਸਾ ਸੀ ਸ਼ਖਸੀਅਤ ਦਾ, ਉਹਨੂੰ ਇੱਥੇ ਡਿਸਪਲੇ ਬਹੁਤ ਪਿਆਰੀ ਤਰੀਕੇ ਦੇ ਨਾਲ ਬਹੁਤ ਚੰਗੀ ਤਰ੍ਹਾਂ ਮਿਊਜ਼ੀਅਮ ਦੇ ਇਸ ਹਿੱਸੇ ਵਿੱਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਇਸ ਹਿੱਸੇ ਵਿੱਚ ਤੁਸੀਂ ਦੇਖੋਗੇ ਜਿਹੜਾ ਮਿਊਜ਼ੀਅਮ ਦਾ ਇਹ ਵਾਲਾ ਹਿੱਸਾ ਹੈ, ਇਸ ਦੇ ਵਿੱਚ ਦੀਵਾਨ ਸਿੰਘ ਤੇ ਉਹਨਾਂ ਦਾ ਜਿਹੜਾ ਦੇਸ਼ ਪ੍ਰੇਮ ਹੈਗਾ ਉਸ ਨੂੰ ਲੈ ਕੇ ਇੱਥੇ ਕੁਝ ਪ੍ਰੈਜੈਂਟੇਸ਼ਨਸ ਦਿੱਤੀਆਂ ਗਈਆਂ, ਪੇਸ਼ਕਾਰੀ ਕੀਤੀ ਗਈ ਹੈ। ਇਸ ਦੇ ਵਿੱਚ ਉੱਪਰ ਤੁਸੀਂ ਦੇਖੋ 1923 ਨੂੰ ਲੈ ਕੇ ਉੱਪਰ ਡਿਸਪਲੇ ਦਿੱਤਾ ਗਿਆ ਜੈਤੋ ਦਾ ਮੋਰਚਾ, ਪਰ ਉਹਦੇ ਨੀਚੇ ਜਿਹੜੀ ਕੁਝ ਲਾਈਨਾਂ ਲਿਖੀਆਂ ਹੋਈਆਂ ਉਹਨੇ ਮੈਨੂੰ ਖਿੱਚ ਜ਼ਰੂਰ ਪਾਈ ਹੈ। ਉਹਦੇ ਵਿੱਚ ਖਾਸ ਕਰਕੇ ਸਵਰਾਜ ਦੀ ਗੱਲ ਕੀਤੀ ਗਈ ਹੈ। ਅੱਜ ਦੇ ਜੇ ਹਾਲਾਤਾਂ ਦੀ ਗੱਲ ਕਰੀਏ ਤੇ ਅੱਜ ਦੇ ਪੋਲੀਟੀਕਲ ਪਾਰਟੀਜ਼ ਜਾਂ ਅੱਜ ਦਾ ਜਿਹੜਾ ਪੋਲੀਟੀਕਲ ਧਿਰਾਂ ਨੇ, ਜਿਹੜੀਆਂ ਸਿਆਸੀ ਧਿਰਾਂ ਨੇ, ਉਹ ਸਵਰਾਜ ਦੀ ਸੋਵਰੈਨਿਟੀ ਦੀ ਬਹੁਤ ਗੱਲ ਕਰਦੀਆਂ ਨੇ, ਪਰ ਉਹ ਗੱਲ ਅਜੇ ਤੱਕ ਸਿਰਫ ਗੱਲਾਂ 'ਚ ਹੀ ਪੂਰੀ ਨਹੀਂ ਹੋ ਸਕੀ, ਜਦਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਵਰਗੇ ਫਰੀडम ਫਾਈਟਰਸ ਜਿਹੜੇ ਸੀ, ਸ਼ਖਸੀਅਤਾਂ ਜਿਹੜੀਆਂ ਸੀ, ਜਿਹੜੇ ਕਿ ਗੁਲਾਟੀਏ ਸੀ, ਉਹਨਾਂ ਨੇ ਬਹੁਤ ਪਹਿਲੇ ਇਸ ਦੀ ਨੀਡ ਨੂੰ, ਇਹਦੀ ਜ਼ਰੂਰਤ ਨੂੰ ਆਵਾਜ਼ ਲਾ ਦਿੱਤੀ ਸੀ, ਨਾਅਰਾ ਦੇ ਦਿੱਤਾ ਸੀ। ਇਸ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਲਿਖਿਆ, ਦੇਸ਼ ਵਿੱਚੋਂ ਗਰੀਬੀ ਹਟਾਓ, ਲੋਕਾਂ ਦੀ ਤਰੱਕੀ ਅਤੇ ਤਸੱਲੀ ਲਈ ਸਵਰਾਜ ਹਾਸਲ ਕਰਨਾ ਜ਼ਰੂਰੀ ਹੈ। ਵਿਦੇਸ਼ੀ ਹਕੂਮਤ ਕਦੀ ਆਪਣੀ ਹਕੂਮਤ ਦਾ ਸਥਾਨ ਨਹੀਂ ਲੈ ਸਕਦੀ। ਉਸ ਟਾਈਮ ਜਿਹੜਾ ਸੀਗਾ, ਕਿਉਂਕਿ 1927 1928 1933 34 ਦੀਆਂ ਗੱਲਾਂ ਨੇ, ਉਦੋਂ 1947 ਦੇ ਵਿੱਚ ਜਾ ਕੇ ਭਾਰਤ ਆਜ਼ਾਦ ਹੋਇਆ, ਸਾਡਾ ਦੇਸ਼ ਆਜ਼ਾਦ ਹੋਇਆ ਔਰ ਇੱਥੋਂ ਗੋਰੇ ਚਲੇ ਗਏ ਸੀਗੇ। ਇੱਥੇ ਤਾਂ ਟਾਪੂ ਦੀ ਗੱਲ ਕਰੀਏ ਤਾਂ ਉਦੋਂ ਜਾਪਾਨੀਆਂ ਦੀ ਹਕੂਮਤ ਸੀ, ਉੱਥੇ ਉਹਨਾਂ ਦੇ ਕਬਜ਼ੇ 'ਚ ਸੀਗਾ ਉਹ ਟਾਪੂ। ਜੇ ਭਾਰਤ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਜਿਹੜੇ ਕਿ ਇੰਗਲੈਂਡ ਤੋਂ ਬਰਤਾਨੀਆ ਤੋਂ ਆਏ ਸੀਗੇ, ਉਹਨਾਂ ਦੇ ਕਬਜ਼ੇ ਦੇ ਵਿੱਚ ਸਾਰਾ ਦੇਸ਼ ਸੀਗਾ। ਉਦੋਂ ਵੀ ਸਵਰਾਜ ਦੀ ਤੇ ਉਸ ਦੇ ਨਾਲ ਨਾਲ ਸੋਵਰੈਨਿਟੀ ਦੀ ਗੱਲ ਕਰਦੇ ਸੀਗੇ। ਖਾਸ ਕਰਕੇ ਦੀਵਾਨ ਸਿੰਘ ਕਾਲੇ ਪਾਣੀ ਦੀ ਜੇ ਗੱਲ ਕਰੀਏ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਇੰਨੇ ਸਾਲ ਬੀਤ ਗਏ, ਇੰਨਾ ਲੰਬਾ ਸਫ਼ਰ ਤੈਅ ਹੋ ਗਿਆ, ਪਰ ਅੱਜ ਵੀ ਗੱਲਾਂ ਉਹੀ ਨੇ। ਅੱਜ ਵੀ ਗਰੀਬੀ ਹਟਾਉਣ ਦੀ ਗੱਲ ਕੀਤੀ ਜਾਂਦੀ ਹੈ। ਅੱਜ ਦੇ ਜਿਹੜੇ ਸਿਆਸਤਦਾਨ ਨੇ ਉਹ ਵੀ ਗਰੀਬੀ ਹਟਾਓ ਦਾ ਨਾਅਰਾ ਦਿੰਦੇ ਨੇ। ਜੇ ਗੱਲ ਕਰੀਏ ਤਾਂ ਉਹਦੇ ਬਾਅਦ ਉਹ ਵੀ ਹਜੇ ਵੀ ਜਿਹੜੇ ਲੋਕਾਂ ਦੀ ਤਰੱਕੀਆਂ ਦੀ ਗੱਲ ਕਰਦੇ ਨੇ, ਉਹ ਵੀ ਜਿਹੜੇ ਲੋਕਾਂ ਨੂੰ ਜਿਹੜਾ ਉਹਨਾਂ ਦੀ ਤਸੱਲੀ ਦੇ ਲਈ ਕਹਿੰਦੇ ਨੇ ਕਿ ਸਵਰਾਜ ਆਉਣਾ ਚਾਹੀਦਾ, ਸੋਵਰੈਨਿਟੀ ਆਉਣੀ ਚਾਹੀਦੀ, ਇਹਨਾਂ ਸਾਰੀਆਂ ਗੱਲਾਂ ਹਜੇ ਵੀ ਤੁਰ ਰਹੀਆਂ, ਪਰ ਅਜੇ ਵੀ ਸੰਜੀਦਾ ਕੋਈ ਵੀ ਨਹੀਂ ਹੈਗਾ, ਸੀਰੀਅਸਲੀ ਇਹਨਾਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਦ ਕਿ ਜਦੋਂ ਵਾਕਈ ਹੀ ਦੂਜੇ ਰਾਜਾਂ ਦੇ ਜਾਂ ਦੂਜੇ ਲੋਕਾਂ ਦੇ ਜਾਂ ਵਿਦੇਸ਼ੀਆਂ ਦੇ ਹੱਥ ਵਿੱਚ ਸਾਡਾ ਦੇਸ਼ ਸੀਗਾ, ਸਾਡੇ ਲੋਕ ਸੀਗੇ, ਉਦੋਂ ਹੀ ਅਗਾਹ ਕਰ ਦਿੱਤਾ ਸੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਵਰਗੀਆਂ ਸ਼ਖਸੀਅਤਾਂ ਨੇ। ਸੈਲੂਲਰ ਜੇਲ੍ਹ ਦੀ ਇਹ ਤਸਵੀਰ ਬਹੁਤ ਹੀ ਭਿਆਨਕ ਤੇ ਭਿਅੰਕਰ ਹੈ, ਲੂ ਕੰਡੇ ਖੜੇ ਕਰ ਦੇਣ ਵਾਲੀ। ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਇਹ ਰਾਹ ਹੁੰਦਾ ਸੀਗਾ, ਜਿਹਨੂੰ ਅਸੀਂ ਕੋਰੀਡੋਰ ਬਰਾਮਦਾ ਕਹਿੰਦੇ, ਉਹ ਵੀ ਕਿੰਨਾ ਜ਼ਿਆਦਾ ਜਿਹੜਾ ਸੀ ਨੈਰੋ ਸੀਗਾ, ਕਿੰਨਾ ਜ਼ਿਆਦਾ ਸੌੜਾ ਸੀਗਾ। ਉਸ ਦੇ ਨਾਲ ਨਾਲ ਹੀ ਉਹਦੇ ਬਾਹਰ, ਸੈਲੂਲਰ ਜੇਲ੍ਹ ਦੇ ਬਾਹਰ ਇੱਦਾਂ ਸਿਰਫ ਪਾਣੀ ਹੀ ਪਾਣੀ ਦਿਖਦਾ ਸੀ ਔਰ ਪਾਣੀ ਦੇ ਬਾਅਦ ਕੋਈ ਇੱਦਾਂ ਜਹਾਜ਼ ਕਦੀ ਕਦੀ ਲੰਘ ਜਾਂਦਾ ਸੀ। ਇਹ ਵੀ ਫੌਜੀ ਬੇੜੇ ਹੁੰਦੇ ਸੀ ਜਾਂ ਫਿਰ ਜਿਹੜੇ ਉੱਥੇ ਤੱਕ ਉਹਨਾਂ ਕੈਦੀਆਂ ਦੇ ਹੀ ਸੁਰੱਖਿਆ ਕਰਨ ਲਈ ਵੀ ਜਿਹੜੇ ਬੇੜੇ ਛੱਡੇ ਹੁੰਦੇ ਸੀ ਉਹੀ ਹੋ ਸਕਦੇ ਸੀ, ਹੋਰ ਤਾਂ ਬਹੁਤ ਘੱਟ ਸੀ ਕਿ ਉੱਧਰ ਕੋਈ ਆਮ ਜਨ ਜਾਂਦਾ ਹੋਵੇ।
ਪਰ ਉਸ ਦੇ ਨਾਲ ਹੀ ਤੁਸੀਂ ਇੱਥੇ ਉਹਦੇ ਬਾਰੇ ਦੱਸਿਆ ਗਿਆ ਖਾਸ ਕਰਕੇ ਕਿ 23 ਮਾਰਚ 1942 ਨੂੰ ਜਾਪਾਨੀ ਫੌਜ ਨੇ ਅੰਡੇਮਾਨ ਦੀਪ ਸਮੂਹ ਤੇ ਕਬਜ਼ਾ ਕਰ ਲਿਆ। ਸਥਾਨਕ ਵਸੋਂ ਵੱਲੋਂ ਕੋਈ ਜਵਾਬੀ ਕਾਰਵਾਈ ਨਾ ਹੋਈ। ਜਾਪਾਨੀਆਂ ਵੱਲੋਂ ਜ਼ੁਲਮ ਦਾ ਰਾਜ ਸ਼ੁਰੂ ਹੋ ਗਿਆ। 3.5 ਸਾਲਾਂ ਦੇ ਜਾਪਾਨੀ ਰਾਜ ਵਿੱਚ ਅੰਡੇਮਾਨ ਦੀ 40,000 ਵਸੋਂ ਵਿੱਚੋਂ 30,000 ਮੌਤ ਦੇ ਘਾਟ ਉਤਾਰ ਦਿੱਤੇ ਗਏ। 40,000 ਦੇ ਵਿੱਚੋਂ 30,000 ਜਿਹੜੇ ਸੀ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ। ਅੰਗਰੇਜ਼ਾਂ ਦੇ ਮੁੜ ਕਬਜ਼ਾ ਕਰਨ ਵੇਲੇ ਅੰਡੇਮਾਨ ਦੀ ਪੂਰੀ ਤਰ੍ਹਾਂ ਉਜੜ ਚੁੱਕਿਆ ਸੀ। ਇੱਦਾਂ ਦੇ ਹਾਲਾਤ ਸੀਗੇ ਉਦੋਂ। ਇਹ 23 ਮਾਰਚ 1942 ਦੀ ਗੱਲ ਹੋ ਰਹੀ ਹੈ। ਉਸ ਦੇ ਨਾਲ ਹੀ ਇੱਥੇ ਵੀ ਇੱਕ ਚੀਜ਼ ਜਿਹੜੀ ਲਿਖੀ ਹੋਈ ਹੈ, ਉਹ ਲਿਖੀ ਹੈ ਕਿ ਅਸੀਂ ਗੁਲਾਮ ਹਾਂ, ਸਿਰਫ ਸਾਡੇ ਮਾਲਕ ਬਦਲ ਗਏ ਹਨ। ਅਫਸੋਸ ਦੀ ਕੋਈ ਗੱਲ ਨਹੀਂ, ਅਫਸੋਸ ਦੀ ਕੋਈ ਗੱਲ ਨਹੀਂ। ਗੁਲਾਮਾਂ ਨਾਲ ਹਰ ਥਾਂ ਇਹੋ ਜਿਹਾ ਸਲੂਕ ਹੁੰਦਾ ਹੈ। ਮਹਾਤਮਾ ਗਾਂਧੀ ਜਦੋਂ ਦੱਖਣੀ ਅਫਰੀਕਾ ਵਿੱਚ ਰੇਲ ਦੇ ਪਹਿਲੇ ਦਰਜੇ ਵਿੱਚ ਸਫ਼ਰ ਕਰ ਰਿਹਾ ਸੀ, ਅੰਗਰੇਜ਼ ਸਿਪਾਹੀਆਂ ਨੇ ਇਸੇ ਤਰ੍ਹਾਂ ਖਿੱਚ ਧੂ ਕੀਤੀ ਸੀ। ਮੈਂ ਇਸ ਅਪਮਾਨ ਨੂੰ ਆਪਣੇ ਦੇਸ਼ ਤੇ ਉਸ ਦੇ ਲੋਕਾਂ ਦਾ ਅਪਮਾਨ ਸਮਝ ਕੇ ਸਵੀਕਾਰ ਕਰਦਾ ਹਾਂ। ਤੁਹਾਡਾ ਲੋਕ ਵਿਖਾਵੇ ਦਾ ਵਤੀਰਾ ਕੇਵਲ ਸਾਨੂੰ ਗੁੰਮਰਾਹ ਕਰਨ ਲਈ ਹੀ ਹੈ। ਇਹ ਚੀਜ਼ਾਂ ਜਿਹੜੀਆਂ ਨੇ ਇੱਥੇ ਬਹੁਤ ਕੁਝ ਬੋਲਦੀਆਂ ਨੇ ਆਪਣੇ ਆਪ ਦੇ ਵਿੱਚ। ਕਿਸ ਤਰੀਕੇ ਦੇ ਨਾਲ ਉਹ ਸੰਘਰਸ਼ ਦੀਆਂ ਕਹਾਣੀਆਂ, ਉਹਦੀਆਂ ਛਾਪਾਂ, ਉਹਦੇ ਚਿੰਨ੍ਹ ਜਿਹੜੇ ਨੇ ਉਹ ਦੱਸਦੀਆਂ ਨੇ। ਇੱਕ ਇੱਕ ਫਿਕਰਾ, ਇੱਕ ਇੱਕ ਲਾਈਨ ਆਪਣੇ ਆਪ ਦੇ ਵਿੱਚ ਬੋਲਦੀ ਹੈ। ਪਰ ਇਸ ਸਭ ਦੇ ਬਾਅਦ ਹੁਣ ਜਿਹੜੀ ਇਸ ਪੂਰੇ ਮਿਊਜ਼ੀਅਮ ਦੀ ਔਰ ਦੀਵਾਨ ਸਿੰਘ ਕਾਲੇ ਪਾਣੀ ਦੀ ਜਿਹੜੀ ਅਸਲ ਦੇ ਵਿੱਚ ਯਾਤਨਾਵਾਂ ਦੀ ਜਾਂ ਇਹ ਮਿਊਜ਼ੀਅਮ ਬਣਾਉਣ ਦੀ ਨੌਬਤ ਕਿਉਂ ਆਈ, ਉਹ ਸ਼ਹੀਦ ਕਿਸ ਦਰਜੇ ਤੇ ਔਰ ਕਿਵੇਂ ਕੁਹਾਏ ਔਰ ਉਹਨਾਂ ਨੂੰ ਯਾਦ ਕਰਨਾ ਕਿਉਂ ਜ਼ਰੂਰੀ ਹੈ, ਕੀ ਤਸੀਹੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸਹੇ, ਜਾਂ ਉੱਥੇ ਕਾਲੇ ਪਾਣੀ ਟਾਪੂ ਦੀ ਸੈਲੂਲਰ ਜੇਲ੍ਹ ਜੇ ਗੱਲ ਕਰੀਏ, ਕਾਲੇ ਪਾਣੀ ਨਾਮ ਉਹਨਾਂ ਦੇ ਨਾਲ ਕਿਉਂ ਲੱਗਿਆ, ਉਹਦੀ ਬੋਲਦੀ ਤਸਵੀਰ ਤੁਹਾਨੂੰ ਇੱਥੇ ਦਿਖਾਵਾਂਗੇ। ਸੈਲੂਲਰ ਜੇਲ੍ਹ ਦੀ ਵੀ ਇੱਥੇ ਉਹਨਾਂ ਨੇ ਇੱਕ ਪੂਰੇ ਤਰੀਕੇ ਦੇ ਨਾਲ ਇੱਕ ਬਣਾ ਰੱਖੀ ਹੈ, ਇੱਕ ਨਮੂਨਾ ਬਣਾ ਰੱਖਿਆ। ਦੇਖੋ ਕਿਸ ਤਰੀਕੇ ਦੇ ਨਾਲ ਇੱਥੇ ਇਹ ਦਿਖਾ ਰੱਖਿਆ ਕਿ ਕਿੱਦਾਂ ਉੱਥੇ ਇੱਕ ਵੱਡਾ ਹੁੰਦਾ ਸੀਗਾ, ਖਾਸ ਕਰਕੇ ਇੱਥੋਂ ਹੀ ਲੱਗ ਜਾਂਦਾ ਸੀ ਤਾਂ ਕਿ ਆਪਣੇ ਹੱਥ ਨਾਲ ਵੀ ਖੋਲ ਨਾ ਸਕੇ ਕੋਈ ਕੈਦੀ ਜਿਹੜਾ ਉਹ ਹੱਥ ਪਾ ਕੇ ਬਾਹਰੋਂ ਨਾ ਖੋਲ ਲਵੇ। ਅਤੇ ਇਸ ਤਰੀਕੇ ਨਾਲ ਪ੍ਰੋਟੈਕਸ਼ਨ ਲਈ ਇਹਨੂੰ ਬਾਹਰ ਹੀ ਰੱਖਿਆ ਜਾਂਦਾ ਸੀ। ਜਿਹੜੇ ਉੱਥੇ ਸਿਪਾਹੀ ਜਾਂ ਫਿਰ ਜੇਲ੍ਹ ਦੇ ਅਧਿਕਾਰੀ ਹੋਣਗੇ ਉਹ ਬਾਹਰੋਂ ਬੰਦ ਕਰਦੇ ਸੀ ਤਾਂ ਕਿ ਇਹਨਾਂ ਕੜੀਆਂ ਦੇ ਵਿੱਚੋਂ ਵੀ ਖੁਦ ਆਪਣਾ ਹੱਥ ਪਾ ਕੇ ਦੀਵਾਰ ਦੇ ਵਿੱਚ ਜਿਹੜਾ ਇਹ ਕੁੰਡਾ ਲਾਇਆ ਹੋਇਆ ਸੀਗਾ। ਕਿਸ ਤਰੀਕੇ ਦੇ ਨਾਲ ਜਿਵੇਂ ਤੁਹਾਨੂੰ ਪੜ੍ਹ ਕੇ ਅਸੀਂ ਦੱਸਿਆ ਹੀ ਹੈ ਕਿ ਸਿਰਫ 2 ਫੁੱਟ ਦੀ ਜਗ੍ਹਾ ਸੀ, 4.5 ਫੁੱਟ, ਇਹ 4.5 ਫੁੱਟ ਹੈਗਾ, 4.5 ਫੁੱਟ ਦੀ ਇਹਦੀ ਉਚਾਈ ਔਰ 2 ਫੁੱਟ। ਜੇ ਕੋਈ 6 ਫੁੱਟ ਦਾ ਹੋਏਗਾ ਜਾਂ ਉਸ ਤਰੀਕੇ ਦੇ ਨਾਲ ਹੋਏਗਾ ਤਾਂ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਕੀਤਾ ਜਾਏਗਾ। ਇਹ ਜਦ ਕਿ ਮੈਨੂੰ ਹਜੇ ਵੱਡਾ ਲੱਗ ਰਿਹਾ ਕਿਉਂਕਿ ਸ਼ਾਇਦ 5.4 ਤਾਂ ਮੇਰੀ ਆਪਣੀ ਹਾਈਟ ਹੈ, ਇਸ ਕਰਕੇ ਇਹ ਮੈਨੂੰ ਵੱਡਾ ਹੀ ਲੱਗ ਰਿਹਾ। ਖੈਰ, ਪਰ ਉੱਥੇ ਲਿਖਿਆ ਗਿਆ ਕਿ 2.5 ਫੁੱਟ ਔਰ 4 ਫੁੱਟ ਦੇ ਕਰੀਬ ਜਿਹੜਾ ਹੈਗਾ ਇਹ ਇਹਦੀ ਉਚਾਈ ਔਰ ਉਹ ਹੁੰਦੀ ਸੀਗੀ। ਔਰ ਅੰਦਰ ਆ ਕੇ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹੈ ਇੰਨੀ ਕੁ ਜੇਲ੍ਹ ਹੁੰਦੀ ਸੀਗੀ ਜਿੱਥੇ ਇੱਕ ਹੀ ਖਿੜਕੀ ਵੈਂਟੀਲੇਸ਼ਨ ਵਾਸਤੇ, ਔਰ ਉਹਦੇ ਬਾਅਦ ਵੀ ਇਹਦੇ ਅੰਦਰ ਵੀ ਇਹਨਾਂ ਨੇ ਪੂਰੇ ਤਰੀਕੇ ਦੇ ਨਾਲ ਇੱਥੇ ਜਗ੍ਹਾ ਜਗ੍ਹਾ 'ਤੇ ਇਹਨੂੰ ਵੀ ਪੇਸ਼ਕਾਰੀਆਂ ਕੀਤੀਆਂ ਹੋਈਆਂ ਜਿਸ ਦੇ ਨਾਲ ਕਿ ਪਤਾ ਲੱਗ ਸਕੇ ਕਿ ਇਹ ਸੈਲੂਲਰ ਜੇਲ੍ਹ ਸੀਗੀ। ਕਿਸ ਤਰੀਕੇ ਦੇ ਨਾਲ ਉੱਥੇ ਕਾਲੀ ਪਾਣੀ ਦੇ ਵਿੱਚ ਜੇਲ੍ਹ ਉੱਥੇ ਬਣਾਈ ਗਈ ਸੀ। ਉਹਦੇ ਨਾਲ ਹੀ ਉੱਥੇ ਇੱਕ ਹੋਰ ਪੂਰੀ ਲਿਸਟ ਦਿੱਤੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਉੱਥੇ ਇੱਕ ਲਿਸਟ ਜਿਹੜੀ ਹੈਗੀ ਹੈ ਦਿੱਤੀ ਹੋਈ ਹੈ ਜਿਹਦੇ ਵਿੱਚ ਖਾਸ ਕਰਕੇ ਦੱਸਿਆ ਹੋਇਆ ਹੈ ਕਿ ਇਹਨਾਂ ਲੋਕਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਸੀ। ਵਾਰ ਕ੍ਰਾਈਮਸ ਕੋਰਟ ਐਟ ਸਿੰਗਾਪੁਰ, ਇਹ 43 ਲੋਕ ਪ੍ਰੇਮ ਸ਼ੰਕਰ ਤੋਂ ਲੈ ਕੇ ਆਖਰੀ ਨਾਮ ਤੇਜਾ ਸਿੰਘ, ਇਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਗਈ ਸੀ। ਸੈਕਿੰਡ ਸਪਾਈ ਕੇਸ, ਜਾਸੂਸੀ ਦੇ ਕੇਸ ਦੇ ਵਿੱਚ 30/1/1944 ਨੂੰ ਸਜ਼ਾਏ ਮੌਤ ਦਿੱਤੀ ਗਈ ਸੀਗੀ। ਇਸ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਸਾਰੇ ਨਾਮ ਇਹਦੇ ਵਿੱਚ ਜਿਹੜੇ ਨੇ ਤਸਦੀਕ ਕੀਤੇ ਗਏ ਨੇ, ਔਰ ਇਹ ਸਾਰੇ ਦੇ ਸਾਰੇ ਨਾਮਾਂ ਦਾ ਉੱਥੇ ਸਜ਼ਾਏ ਇਹ ਸਾਰਾ ਵੀ ਇਹਨਾਂ ਨੇ ਇੱਥੇ ਦਰਜ ਕੀਤਾ। ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਉੱਥੇ ਯਾਤਨਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ, ਤਸਵੀਰ ਬੋਲਦੀ ਹੈ। ਕੜਿੱਕੀ ਜਿਸ ਵਿੱਚ ਜਕੜ ਕੇ ਰੋਜ਼ ਦੀਵਾਨ ਸਿੰਘ ਨੂੰ ਮਾਰਿਆ ਜਾਂਦਾ ਸੀਗਾ, ਇੱਦਾਂ ਦੀ ਕੜਿੱਕੀ ਵਿੱਚ ਪਾ ਕੇ ਰੋਜ਼ ਛਾਂਟਾਂ ਦੇ ਨਾਲ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ। ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਸ਼ੱਦਦ ਜੇਲ੍ਹ ਦੇ ਵਿੱਚ ਸਹਿਣਾ ਪਿਆ। ਜੇਲ੍ਹ ਵਿੱਚ ਦੀਵਾਨ ਸਿੰਘ ਨੂੰ ਜੋ ਵਹਿਸ਼ਾਨਾ ਤਰੀਕੇ ਦਿੱਤੇ ਗਏ ਉਹਨਾਂ ਦੀ ਬੋਲਦੀਆਂ ਤਸਵੀਰਾਂ ਨੇ। ਉਦਾਹਰਨ ਇਤਿਹਾਸ
ਵਿੱਚ ਘੱਟ ਮਿਲਦੀ ਹੈ, ਪਰ ਉਹ ਇਹਨਾਂ ਨੇ ਦਿਖਾਇਆ ਕਿ ਕਿਸ ਤਰੀਕੇ ਨਾਲ ਉਹਨੂੰ ਪੁੱਠੇ ਲਟਕਾ ਕੇ ਹੱਥ ਪੈਰ ਬੰਨ੍ਹ ਕੇ ਅੰਗਾਂ ਨੂੰ ਸਾੜਿਆ ਤੱਕ ਜਾਂਦਾ ਰਿਹਾ। ਹੱਥਾਂ ਪੈਰਾਂ ਨਹੁੰ ਤੱਕ ਨੂੰ ਸੂਈਆਂ ਚੁਭਾਈਆਂ ਜਾਂਦੀਆਂ ਸੀ, ਬਿਜਲੀ ਦੇ ਝਟਕੇ ਦਿੱਤੇ ਜਾਂਦੇ ਸੀ। ਹਰ ਤਸੀਹਾ ਜਿਹੜਾ ਕੀਤਾ ਜਾ ਸਕਦਾ ਸੀ, ਕੁੱਟ ਮਾਰ, ਹਰ ਤਰੀਕੇ ਦਾ, ਹੱਡੀਆਂ ਪਸਲੀਆਂ ਤੋੜਨਾ, ਬਹੁਤ ਕੁਛ। ਜਾਪਾਨੀ ਉਹਨਾਂ ਦੇ ਮਨੋਬਲ ਨੂੰ ਤੋੜਨਾ ਚਾਹੁੰਦੇ ਸੀ, ਉਹਨਾਂ ਦੀਆਂ ਹੱਡੀਆਂ ਪਸਲੀਆਂ ਨਹੀਂ ਸੀ ਤੋੜਨਾ ਚਾਹੁੰਦੇ। ਉਸ ਦੇ ਪਿੱਛੇ ਉਹਨਾਂ ਦਾ ਜਿਹੜਾ ਆਪਣਾ ਇੱਕ ਤਰੀਕਾ ਸੀਗਾ, ਉਹਨਾਂ ਦੇ ਮਨੋਬਲ ਨੂੰ ਉਹ ਤੋੜਨਾ ਚਾਹੁੰਦੇ ਸੀਗੇ। ਕਿਸ ਤਰੀਕੇ ਦੇ ਨਾਲ ਇਹ ਸਾਰਾ ਦਾ ਸਾਰਾ ਇੱਥੇ ਦੱਸਿਆ ਗਿਆ ਹੈ, ਉਹ ਤੁਸੀਂ ਦੇਖ ਸਕਦੇ ਹੋ। ਅਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਿਰਫ ਵੈਂਟੀਲੇਸ਼ਨ ਵਾਸਤੇ ਇਸ ਤਰ੍ਹਾਂ ਦੀ ਇੱਕ ਰੱਖੀ ਜਾਂਦੀ, ਅਤੇ ਇੱਥੇ ਤਾਂ ਫਿਰ ਵੀ ਰੌਸ਼ਨੀ ਦਿਖਾਈ ਦੇ ਰਹੀ ਹੈ। ਜੋ ਸੁਣਿਆ, ਜੋ ਪੜ੍ਹਿਆ ਹੈਗਾ ਅਸੀਂ ਵੱਡੇ ਰੂਪ ਦੇ ਵਿੱਚ, ਇਸ ਤਰੀਕੇ ਦੀ ਜਿਹੜੀ ਹੈ ਵੈਂਟੀਲੇਸ਼ਨ ਵਾਸਤੇ ਜਿਹੜੀ ਇੱਕ ਜਿਹਨੂੰ ਕਹਿੰਦੇ ਖਿੜਕੀ ਵੀ ਰੱਖੀ ਜਾਂਦੀ ਸੀ ਜੇ ਦੀਵਾਰ ਦੇ ਵਿੱਚ, ਤਾਂ ਉਹ ਵੀ ਜਿਹੜੀ ਹੈ ਸੀਖਾਂ ਲਾ ਕੇ ਰੱਖੀ ਜਾਂਦੀ ਸੀ, ਪਰ ਰੌਸ਼ਨੀ ਨਹੀਂ ਸੀ ਆਉਂਦੀ ਔਰ ਨਾ ਹੀ ਇਸ 'ਚੋਂ ਹਵਾ ਆਉਂਦੀ ਸੀ, ਕਿਉਂਕਿ ਇਹਦੇ ਪਿੱਛੇ ਵੀ ਪੂਰੀ ਦੀਵਾਰ ਹੁੰਦੀ ਸੀ। ਨਾ ਕੋਈ ਪੱਖਾ, ਨਾ ਕੋਈ ਕੁਛ, ਨਾ ਲਾਈਟ, ਨਾ ਕਿਸੇ ਤਰੀਕੇ ਦੇ ਨਾਲ। ਇਸ ਤਰੀਕੇ ਦੀ ਜ਼ਿੰਦਗੀ ਜਿਹੜੀ ਹੈ ਉਹ ਦੀਵਾਨ ਸਿੰਘ ਕਾਲੇ ਪਾਣੀ ਨੇ ਆਪਣੀ ਕੱਟੀ, ਅਤੇ 47 ਸਾਲ ਦੀ ਉਮਰ ਦੇ ਵਿੱਚ ਉਹ ਜਿਹੜੀ ਸ਼ਹਾਦਤ ਪਾ ਜਾਂਦੇ ਆ। ਇਹ ਮਿਊਜ਼ੀਅਮ ਅੰਡੇਮਾਨ ਨਿਕੋਬਾਰ, ਜਾਪਾਨੀ ਹਕੂਮਤ, ਅੰਗਰੇਜ਼ੀ ਹਕੂਮਤ ਅਤੇ ਉਹਨਾਂ ਸ਼ਹੀਦਾਂ ਨੂੰ ਸਜਦਾ ਹੈਗਾ, ਜਿਹੜਾ ਕਿ ਕਾਲੇ ਪਾਣੀ ਜਾ ਕੇ ਉਹਨਾਂ ਨੇ ਸਜ਼ਾਵਾਂ ਕੱਟੀਆਂ, ਸੰਘਰਸ਼ ਲੜੇ, ਆਜ਼ਾਦੀ ਗੁਲਾਟੀਏ ਸੀਗੇ। ਔਰ ਉਹਦੇ ਬਾਅਦ ਉਹਨਾਂ ਦੇ ਸਥਾਨਾਂ ਨੂੰ ਜਿਹੜੇ ਬਣਾਏ ਨੇ, ਖਾਸ ਕਰਕੇ ਪਰਿਵਾਰ ਨੇ, ਟਰਸਟ ਨੇ ਬਣਾਇਆ, ਉਹਨਾਂ ਨੂੰ ਦੇਖਣ ਆਉਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਵੀ ਜ਼ਰੂਰ ਆਉਣਾ ਚਾਹੀਦਾ ਹੈ। ਇਤਿਹਾਸ ਕਿਹਾ ਜਾਂਦਾ ਹੈ ਕਿ ਜੇ ਇਤਿਹਾਸ ਨੂੰ ਪੜ੍ਹਿਆ ਲਿਖਿਆ ਨਾ ਜਾਏ, ਬਾਰ-ਬਾਰ ਦੁਹਰਾਇਆ ਨਾ ਜਾਏ, ਦੇਖਣ ਆਇਆ ਨਾ ਜਾਏ, ਉਹਨੂੰ ਸਾਂਭਿਆ ਸੰਭਾਲ ਕੀਤਾ ਨਾ ਜਾਏ, ਅਤੇ ਕੌਮਾਂ ਜਾਂ ਫਿਰ ਲੋਕ ਜਿਹੜੇ ਨੇ ਉਹ ਵੀ ਕਿਤੇ ਇਤਿਹਾਸ ਦੇ ਪੰਨਿਆਂ 'ਚ ਉਸੇ ਤਰੀਕੇ ਦੇ ਨਾਲ ਗੁੰਮ ਹੋ ਕੇ ਰਹਿ ਜਾਂਦੇ ਨੇ। ਇਸ ਕਰਕੇ ਇਤਿਹਾਸ ਨੂੰ ਬਾਰ-ਬਾਰ ਜ਼ਿੰਦਾ ਰੱਖਣਾ ਬਹੁਤ ਜ਼ਰੂਰੀ ਹੈ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਮਿਊਜ਼ੀਅਮ ਜਿਹੜਾ ਇੱਥੇ ਹੈਗਾ, ਜਿੱਥੇ ਅੱਜ ਅਸੀਂ ਲੰਬੀ ਚੌੜੀ ਇੱਥੇ ਅੰਦਰ ਹੀ ਅੰਦਰ ਇੱਕ ਯਾਤਰਾ ਕੀਤੀ, ਉਹਨਾਂ ਦੇ ਇਤਿਹਾਸ ਨਾਲ ਰੂਬਰੂ ਹੋਏ ਅਤੇ ਤੁਹਾਨੂੰ ਵੀ ਰੂਬਰੂ ਕਰਵਾਇਆ। ਉਹਦੇ ਆਖਰੀ ਪੜਾਅ ਦੇ ਵਿੱਚ ਇੱਥੇ ਇੱਕ ਲਾਇਬ੍ਰੇਰੀ ਬਣਾਈ ਗਈ ਹੈ, ਜਿੱਥੇ ਕਿ ਦਸਤਾਵੇਜ਼ ਜਿਹੜੇ ਨੇ ਉਹਨਾਂ ਨੂੰ ਸੰਜੋ ਕੇ ਰੱਖਿਆ ਗਿਆ। ਇੱਥੇ ਤੁਸੀਂ ਸ਼ੀਸ਼ੇ ਦੇ ਇੱਕ ਤਰ੍ਹਾਂ ਦੇ ਇੱਥੇ ਸਟਾਲ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ, ਉਹਦੇ ਵਿੱਚ ਖਾਸ ਕਰਕੇ ਤਸਵੀਰਾਂ ਰੱਖੀਆਂ ਗਈਆਂ ਨੇ ਡਿਫਰੈਂਟ। ਜਦੋਂ ਇਹ ਬਣਾਇਆ ਗਿਆ ਸੀ, ਜਦੋਂ ਮਿਊਜ਼ੀਅਮ ਬਣਾਇਆ ਗਿਆ ਸੀ, ਅਤੇ ਕੌਣ ਲੋਕ ਇੱਥੇ ਆਏ, ਉਸ ਦੇ ਨਾਲ ਹੀ ਜਿਹੜੀਆਂ ਅਖਬਾਰਾਂ ਦੇ ਵਿੱਚ, ਵੱਖ-ਵੱਖ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਛਪੀਆਂ, ਉਹਨਾਂ ਦਾ ਵੀ ਜ਼ਿਕਰ ਇਹਦੇ ਵਿੱਚ ਡਿਸਪਲੇ ਕੀਤਾ ਗਿਆ। ਉਹਦੇ ਨਾਲ ਇੱਥੇ ਉਸ ਟਾਈਮ ਦੀ ਸਰਕਾਰ ਜਿਹੜੀ ਸੀ ਉਹ ਅਕਾਲੀ ਸਰਕਾਰ ਸੀਗੀ। ਉਸ ਵੇਲੇ ਮੁੱਖ ਮੰਤਰੀ ਜਿਹੜੇ ਸੀਗੇ ਉਹ ਪ੍ਰਕਾਸ਼ ਸਿੰਘ ਬਾਦਲ ਸੀ, ਜਿਨ੍ਹਾਂ ਨੇ ਇਨਾਗੂਰੇਸ਼ਨ ਕੀਤਾ ਸੀਗਾ, ਉਦਘਾਟਨ ਕੀਤਾ ਸੀ ਇਸ ਮਿਊਜ਼ੀਅਮ ਦਾ। ਅਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ, ਉਹਨਾਂ ਨੇ 28 ਲੱਖ ਰੁਪਏ ਦੀ ਇਸ ਨੂੰ ਗ੍ਰਾਂਟ ਦੀ ਗੱਲ ਵੀ ਕੀਤੀ ਸੀਗੀ। ਖਾਸ ਕਰਕੇ ਜਦੋਂ ਮੁੱਖ ਮੰਤਰੀ ਸੀਗੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ 28 ਲੱਖ ਰੁਪਏ ਦੀ ਗ੍ਰਾਂਟ ਦੇਣ ਦੀ ਇਹਦੀ ਗੱਲ ਕੀਤੀ ਸੀਗੀ। ਪਰ ਜਿੱਥੋਂ ਤੱਕ ਸੂਤਰਾਂ ਦੇ ਹਵਾਲੇ ਤੋਂ ਜਾਂ ਸਾਨੂੰ ਜਾਣਕਾਰੀ ਪਤਾ ਲੱਗੀ ਹੈ ਕਿ ਅਜੇ ਤੱਕ ਉਹ ਜਿਹੜੀ ਗ੍ਰਾਂਟ ਉਹਨਾਂ ਨੇ ਪ੍ਰਵਾਨ ਕੀਤੀ ਸੀ, ਉਹ ਅਜੇ ਤੱਕ ਵੀ ਮਿਊਜ਼ੀਅਮ ਨੂੰ ਨਹੀਂ ਦਿੱਤੀ ਗਈ ਹੈ। ਉਸ ਦੇ ਨਾਲ ਹੀ ਤੁਹਾਨੂੰ ਦਿਖਾ ਦਈਏ ਕਿ ਇਹਦੇ ਵਿੱਚ ਹੋਰ ਵੀ ਕਾਫੀ ਸਾਰੇ ਦਸਤਾਵੇਜ਼ ਜਿਹੜੇ ਨੇ ਉਹ ਪਏ ਨੇ। ਕੁਛ ਚਿੱਠੀਆਂ ਨੇ, ਪੱਤਰੀਆਂ ਨੇ, ਕੋਈ ਆਫੀਸ਼ੀਅਲਸ ਲੈਟਰ, ਕੋਈ ਆਦਾਨ ਪ੍ਰਦਾਨ ਸਰਕਾਰਾਂ ਦੇ ਨਾਲ ਜਿਹੜੀਆਂ ਚਿੱਠੀਆਂ ਨੇ ਉਹਨਾਂ ਦਾ ਆਦਾਨ ਪ੍ਰਦਾਨ ਹੋਇਆ ਹੋਏਗਾ, ਉਹ ਨੇ। ਪ੍ਰੈਸ ਟੈਲੀਗ੍ਰਾਫਸ ਜਿਹੜੀਆਂ ਨੇ ਉਹ ਨੇ, ਜਿਹੜੀਆਂ ਖਾਸ ਕਰਕੇ ਪੋਰਟ ਬਲੇਅਰ ਤੋਂ ਟਾਪੂ ਤੋਂ ਸੀਗੀਆਂ, ਦੀਵਾਨ ਸਿੰਘ ਕਾਲੇ ਪਾਣੀ ਨਾਲ ਰਿਲੇਟਡ ਸਾਰੇ ਦਸਤਾਵੇਜ਼ ਇੱਥੇ ਨੇ। ਔਰ ਖਾਸ ਕਰਕੇ ਜੇ ਜ਼ਿਕਰ ਕਰੀਏ ਤਾਂ ਇਸ ਪਰਟੀਕੂਲਰ ਰਜਿਸਟਰ ਦਾ, ਇਹ ਰਜਿਸਟਰ ਉਹ ਹੈਗਾ ਜਿਹੜਾ ਕਿ ਪੋਰਟ ਬਲੇਅਰ, ਉੱਥੇ ਜਿਹੜਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਨਾਮ 'ਤੇ ਜਿਹੜਾ ਗੁਰਦੁਆਰਾ ਬਣਿਆ ਹੋਇਆ, ਉਹਦੇ ਵਿੱਚ ਖਰਚਾ ਜਾਂ ਜਿਹੜੀ ਸੰਗਤਾਂ ਨੇ ਉੱਥੇ ਜੋ ਫੰਡਸ ਦਿੱਤੇ, ਜੋ ਉਹਨਾਂ ਨੇ ਆਪਣਾ ਦਸਵੰਧ ਕੱਢਿਆ, ਜੋ ਹਿੱਸਾ ਪਾਇਆ, ਉਹਦਾ ਸਾਰਾ ਦਾ ਸਾਰਾ ਜਿਹੜਾ ਵੇਰਵਾ ਹੈਗਾ, ਇਹ ਓਰੀਜਨਲ ਰਜਿਸਟਰ ਹੈਗਾ, ਇਹਦੇ ਵਿੱਚ ਦਰਜ ਹੈਗਾ। ਇਸ ਦੇ ਨਾਲ ਗੁਰਦੁਆਰੇ ਨਾਲ ਰਿਲੇਟਡ ਸਾਰੇ ਦੇ ਸਾਰੇ ਇੱਥੇ ਜਿਹੜੇ ਨੇ ਦਸਤਾਵੇਜ਼ ਨੇ। ਉਹਦੇ ਬਾਅਦ ਉਹਨਾਂ ਦੀਆਂ ਕਿਤਾਬਾਂ, ਜਿਹੜਾ ਉਹਨਾਂ ਦਾ ਸਾਹਿਤ ਹੈਗਾ, ਉਹ ਇੱਥੇ ਰੱਖਿਆ ਹੋਇਆ। ਮੇਰਾ ਜੀਵਨ ਮੇਰੇ ਗੀਤ ਮੇਰਾ ਗੀਤ, ਉਸ ਦੇ ਨਾਲ ਹੀ ਬਾਕੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਰਚਨਾਵਲੀ, ਸਮ੍ਰਿਤੀ ਗ੍ਰੰਥ, ਦੀਵਾਨ ਸਿੰਘ ਕਾਲੇ ਪਾਣੀ ਦੀ ਜਿਹੜੀ ਹੈ ਲਾਸਾਨੀ ਸ਼ਹਾਦਤ, ਅਨਨੋਨ ਮਾਰਟੀਅਰ, ਸਾਰੀਆਂ ਜਿਹੜੀਆਂ ਕਿਤਾਬਾਂ ਨੇ ਉਹ ਇੱਥੇ ਰੱਖੀਆਂ ਹੋਈਆਂ, ਜਿਹੜੀਆਂ ਕਿ ਉਹਨਾਂ ਦੇ ਦੁਆਰਾ ਲਿਖੀਆਂ ਜਾਂ ਉਹਨਾਂ ਵਾਸਤੇ ਦੂਸਰਿਆਂ ਨੇ ਲਿਖੀਆਂ ਨੇ। ਜਿਵੇਂ ਇਹ ਅਨਨੋਨ ਮਾਰਟੀਅਰ ਜਿਹੜਾ ਹੈਗਾ ਉਹ
ਇਕਬਾਲ ਸਿੰਘ ਹੋਰਾਂ ਨੇ ਲਿਖੀ ਹੈ, ਪਰ ਉਹ ਇੱਥੇ ਦਸਤਾਵੇਜ਼ੀ ਤਰੀਕੇ ਦੇ ਨਾਲ ਦਰਜ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੀਵਾਨ ਸਿੰਘ ਕਾਲੇ ਪਾਣੀ ਦੀ ਜ਼ਿੰਦਗੀ ਦੇ ਨਾਲ ਕਿਸ ਕਿਸ ਤਰੀਕੇ ਦੀਆਂ ਜਿਹੜੀਆਂ ਨੇ ਉਹ ਇੱਥੇ ਕਿਤਾਬਾਂ ਜਾਂ ਇੱਥੇ ਲਿਟਰੇਚਰ ਮਿਲਦਾ ਹੈ। ਇੱਥੇ ਜ਼ਰੂਰ ਆਓ ਔਰ ਦੇਖੋ, ਖਾਸ ਕਰਕੇ ਖਬਰਾਂ ਵੱਖ-ਵੱਖ ਅਖਬਾਰਾਂ ਦੇ ਵਿੱਚ ਖਬਰਾਂ ਵੀ ਲੱਗੀਆਂ ਨੇ ਔਰ ਹਾਈਲਾਈਟਸ ਦੇਖੋ ਬਹੁਤ ਵਧੀਆ ਨੇ। ਇੰਡੀਆ ਸਟਰਗਲ ਇਨ ਅੰਡੇਮਾਨ, ਲਾਸਟ ਡੇਜ਼ ਆਫ ਐਨ ਅਨਨੋਨ ਮਾਰਟੀਅਰ, ਉਹਦੇ ਬਾਅਦ ਟ੍ਰਿਬਿਊਟ ਪੇਡ ਟੂ ਫਰੀडम ਫਾਈਟਰ ਡਾਕਟਰ ਮਨਮੋਹਨ ਸਿੰਘ ਦੀ ਵੀ ਜ਼ਿਕਰ ਆਇਆ, ਮਾਰਟੀਅਰ ਪੋਇਟ ਆਫ ਕਾਲੇ ਪਾਣੀ, ਬਹੁਤ ਸੋਹਣੀ ਹੈਡਲਾਈਨ ਹੈਗੀ ਹੈ। ਉਸ ਟਾਈਮ ਦੀ ਅਖਬਾਰਾਂ ਦੇ ਵਿੱਚ ਇਹੋ ਜਿਹੀਆਂ ਸੁਰਖੀਆਂ ਲੱਗਦੀਆਂ ਸੀਗੀਆਂ। ਉਸ ਦੇ ਬਾਅਦ ਉਹ ਇੱਕ ਬੜਾ ਬਿਹਤਰੀਨ ਜਿਹਾ ਇੱਥੇ ਮੋਨੂਮੈਂਟ ਲਾ ਰੱਖਿਆ ਅੰਡੇਮਾਨ ਐਂਡ ਨਿਕੋਬਾਰ ਆਈਲੈਂਡਸ ਮਦਰ ਐਂਡ ਚਾਈਲਡ ਕਰਕੇ। ਬਹੁਤ ਸਾਰੀਆਂ ਇੱਥੇ ਚੀਜ਼ਾਂ ਤੁਹਾਨੂੰ ਮਿਲਣਗੀਆਂ ਉਹਨਾਂ ਦੇ ਰਿਲੇਟਡ, ਜਿਹੜੀਆਂ ਕਿ ਖਾਸ ਕਰਕੇ ਉਹਨਾਂ ਨੂੰ ਬਾਰ-ਬਾਰ ਦਰਜ ਕਰਦੀਆਂ ਨੇ। ਦਸਤਾਵੇਜ਼ ਨੇ, ਪੁਰਾਣੇ ਆਰਕਾਈਵ ਕੀਤੇ ਹੋਏ ਨੇ ਇੱਥੇ ਦਸਤਾਵੇਜ਼, ਉਹ ਵੀ ਇੱਥੇ ਪਏ ਨੇ। ਕੁਝ ਫੋਟੋਗ੍ਰਾਫਸ ਨੇ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਕੁਝ ਰਾਈਟਿੰਗਸ ਨੇ ਜਿਨ੍ਹਾਂ ਨੇ ਲੋਕਾਂ ਨੇ ਉਹਨਾਂ ਬਾਰੇ ਲਿਖਿਆ ਹੋ ਸਕਦਾ ਹੈ ਜਾਂ ਅਖਬਾਰਾਂ ਵਿੱਚ ਛਪੀਆਂ ਹੋ ਸਕਦੀਆਂ ਹੈ। ਆਰਟੀਕਲਸ ਨੇ ਇਹਦੇ ਵਿੱਚ ਦਿੱਤੇ ਹੋਏ। ਹੀ ਸਰਵਡ ਐਂਡ ਡਾਈਡ ਇਨ ਕਾਲੇ ਪਾਣੀ, ਜਾਪਾਨ ਮਸਟ ਟੈਂਡਰ ਐਨ ਅਪੋਲੋਜੀ। ਕਈ ਚੀਜ਼ਾਂ ਨੇ ਇਹਦੇ ਵਿੱਚ ਜਿਹੜੀਆਂ ਤੁਹਾਨੂੰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨਾਲ ਰਿਲੇਟਡ ਜਿਹੜੀਆਂ ਨੇ ਉਹਨਾਂ ਦੇ ਨਾਲ ਸੰਬੰਧਿਤ ਮਿਲਣਗੀਆਂ। ਇਸ ਤਰੀਕੇ ਦੇ ਨਾਲ ਇਹ ਲਾਇਬ੍ਰੇਰੀ ਜਿਹੜੀ ਹੈ ਸਜੋਈ ਗਈ ਹੈ ਔਰ ਇਸ ਦੇ ਵਿੱਚ ਪੂਰੇ ਦਸਤਾਵੇਜ਼ ਜਿਹੜੇ ਨੇ ਉਹ ਰੱਖੇ ਗਏ ਨੇ, ਡਾਕੂਮੈਂਟ ਕੀਤੇ ਗਏ ਨੇ ਤਾਂ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਨਾਲ ਜਿੰਨੀ ਵੀ ਸੰਬੰਧਿਤ ਕੋਈ ਵੀ ਲਿਟਰੇਚਰ ਸਾਹਿਤ ਹੈਗਾ ਜਾਂ ਉਹਨਾਂ ਦੇ ਕੋਈ ਦਸਤਾਵੇਜ਼ ਡਾਕੂਮੈਂਟਸ ਨੇ ਉਹ ਤੁਹਾਨੂੰ ਇੱਥੇ ਮਿਲ ਜਾਣਗੇ ਔਰ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਤੁਸੀਂ ਇੱਥੋਂ ਲੈ ਸਕਦੇ ਹੋ। ਇਹ ਇੱਕ ਪੂਰਾ ਦਾ ਪੂਰਾ ਜਿੰਦਾ ਜਾਗਦਾ ਜੀਵਨ, ਚੱਲਦਾ ਫਿਰਦਾ ਜੀਵਨ ਤੁਸੀਂ ਉਸ ਸਮੇਂ ਦੇ ਵਿੱਚ ਕਿਵੇਂ ਹੰਡਾਇਆ ਹੋਏਗਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ, ਜਿਹੜੇ ਕਿ ਅਨਨੋਨ ਮਾਰਟੀਅਰ, ਇੱਕ ਅਗਿਆਤ ਸ਼ਹੀਦ ਦੇ ਰੂਪ ਦੇ ਵਿੱਚ ਮੰਨੇ ਜਾਂਦੇ ਹੈ, ਜਾਣੇ ਜਾਂਦੇ ਹੈ। ਪਰ ਉਹਨਾਂ ਦੀ ਸ਼ਖਸੀਅਤ ਨੂੰ ਔਰ ਉਹਨਾਂ ਦੇ ਜੀਵਨ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਜਿਨ੍ਹਾਂ ਦੀ ਅਸੀਂ ਪੂਰੀ ਦਾਸਤਾਨ ਸੁਣਾਈ ਉਹਨਾਂ ਦੇ ਮਿਊਜ਼ੀਅਮ ਦੇ ਜ਼ਰੀਏ, ਇੱਕ ਐਸੀ ਸ਼ਖਸੀਅਤ ਜਿਹੜੇ ਅਨਨੋਨ ਮਾਰਟੀਅਰ ਕਹਾਉਂਦੇ ਨੇ ਤੇ ਉਹਨਾਂ ਦੇ ਮਿਊਜ਼ੀਅਮ ਦੇ ਡਿਫਰੈਂਟ ਹਿੱਸੇ ਤੁਹਾਨੂੰ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਜਿਹੜਾ ਉੱਥੇ ਦਸਤਾਵੇਜ਼ ਨੇ ਜਾਂ ਜਿਹੜੇ ਉਹਨਾਂ ਨੇ ਉੱਥੇ ਪੋਰਟਰੇ ਕੀਤਾ ਉਹ ਸਾਰੀਆਂ ਚੀਜ਼ਾਂ ਦਿਖਾਈਆਂ। ਪਰ ਉਸ ਦੇ ਬਾਅਦ ਗੱਲ ਉੱਥੇ ਖਤਮ ਨਹੀਂ ਹੁੰਦੀ ਸੀ, ਗੱਲ ਕਰਨੀ ਪੈਣੀ ਸੀਗੀ ਕਿਸੇ ਐਸੀ ਸ਼ਖਸੀਅਤ ਦੇ ਨਾਲ ਜਿਹੜੇ ਉਹਨਾਂ ਦੇ ਬਹੁਤ ਕਰੀਬੀ ਹੋਣ, ਨੇੜੇ ਹੋਣ। ਉਹਦੇ ਲਈ ਅੱਜ ਅਸੀਂ ਆਏ ਹਾਂ ਸ਼੍ਰੋਮਣੀ ਸਾਹਿਤਕਾਰ ਵੀ ਨੇ, ਮੁਖੀ ਨੇ, ਪੁਆਧੀ ਪੰਜਾਬੀ ਸੱਥ ਮੋਹਾਲੀ ਦੇ ਮਨਮੋਹਨ ਸਿੰਘ ਦਾਊ ਜੀ। ਮਨਮੋਹਨ ਸਿੰਘ ਦਾਊ ਜੀ ਦੇ ਕੋਲ ਆ ਕੇ ਕਿਉਂ ਆਉਣਾ ਪਿਆ ਸਾਨੂੰ ਔਰ ਕਿਉਂ ਗੱਲਬਾਤ ਕਰਾਂਗੇ ਅਸੀਂ ਅੱਜ, ਇਸ ਕਰਕੇ ਕਰਾਂਗੇ ਕਿਉਂਕਿ ਉਹ ਬਹੁਤ ਨੇੜੇ ਨੇ, ਮਿਊਜ਼ੀਅਮ ਨਾਲ ਜੁੜੇ ਰਹੇ ਨੇ ਔਰ ਖਾਸ ਕਰਕੇ ਉਸ ਪਰਿਵਾਰ ਦੇ ਨਾਲ, ਜਿਹੜਾ ਪਰਿਵਾਰ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਣਾ ਦਾ, ਉਹਨਾਂ ਦੇ ਨਾਲ ਵੀ ਜੁੜੇ ਰਹੇ ਨੇ। ਤੁਹਾਡਾ ਬਹੁਤ ਸਵਾਗਤ ਹੈ ਜੀ। ਬਿੰਦੂ ਜੀ, ਮੈਂ ਵੀ ਤੁਹਾਡਾ ਸਵਾਗਤ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਰੂਬਰੂ ਹੋਣ ਦੇ ਵਾਸਤੇ। ਬਹੁਤ ਚੰਗੀ ਗੱਲ ਹੈ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਤੇ ਉਹਨਾਂ ਦੇ ਮਿਊਜ਼ੀਅਮ ਬਾਰੇ ਤਾਂ ਗੱਲ ਕਰਨੀ ਹੀ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਲਈ ਜੀ। ਦਾਊ ਸਾਹਿਬ, ਜਿਹੜੀ ਗੱਲ ਕੀਤੀ ਜਾਏ ਤਾਂ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ, ਕਿਸ ਤਰ੍ਹਾਂ ਦੀ ਸ਼ਖਸੀਅਤ ਦੇਖਦੇ ਹੋ? ਕਿਉਂਕਿ ਜੇ ਗੱਲ ਕਰੀਏ ਤਾਂ ਜਿਸ ਟਾਈਮ ਦੀ ਉਹ ਗੱਲ ਹੋ ਰਹੀ ਹੈ, ਕਾਲੇ ਪਾਣੀ ਦੀ ਗੱਲ ਹੋ ਰਹੀ ਹੈ, ਉਸ ਟਾਈਮ ਜਿਹੜੀ ਸੀਗੀ ਉੱਥੇ ਟਾਪੂ ਤੇ ਜਿਹੜਾ ਸੀ ਉਹ ਜਾਪਾਨੀਆਂ ਦਾ ਜਿਹੜਾ ਸੀ ਉਹ ਕਬਜ਼ਾ ਸੀ ਜਾਂ ਕਹਿ ਸਕਦੇ ਹਾਂ ਉਹਨਾਂ ਦਾ ਰਾਜ ਸੀਗਾ। ਤੁਸੀਂ ਉਹਨਾਂ ਦੀ ਸਾਰੀ ਜੀਵਨੀ ਨੂੰ ਤੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਸ਼ਖਸੀਅਤ ਨੂੰ ਕਿਵੇਂ ਤੁਸੀਂ ਆਪਣੀ ਡੈਫੀਨੇਸ਼ਨ ਦੋਗੇ? ਤੁਸੀਂ ਰਾਈਟਰ ਹੈਗੇ ਹੋ, ਬਹੁਤ ਤੁਹਾਡੇ ਦੇਖਣ ਦਾ ਨਜ਼ਰੀਆ ਸ਼ਖਸੀਅਤਾਂ ਨੂੰ ਜਾਂ ਕਿਸੇ ਵੀ ਇਨਸਾਨ ਨੂੰ ਉਹ ਡਿਫਰੈਂਟ ਹੈ, ਡੈਫੀਨੇਟਲੀ ਇੱਕ ਨਾਰਮਲ ਬੰਦੇ ਨਾਲੋਂ ਡਿਫਰੈਂਟ ਹੈ। ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੋ? ਦੇਖੋ, ਉਹ ਬਤੌਰ ਡਾਕਟਰ ਦੇ ਉਹ ਮਸ਼ਹੂਰ ਹੋਏ ਕਿ ਡਾਕਟਰ ਨੇ, ਉਹਨਾਂ ਨੇ ਉਸ ਸਮੇਂ ਦੇ ਵਿੱਚ ਡਾਕਟਰੀ ਕਰਕੇ ਤੇ ਜੋ ਪੰਜਾਬ ਦੇ ਵਿੱਚ ਸੇਵਾ ਕੀਤੀ ਉਹ ਬਹੁਤ ਲਾਸਾਨੀ ਸੀ। ਉਸ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਨਿਕੋਬਾਰ ਭੇਜ ਦਿੱਤਾ, ਅੰਡੇਮਾਨ ਨਿਕੋਬਾਰ ਭੇਜ ਦਿੱਤਾ ਉੱਥੇ ਡਿਊਟੀ ਤੇ ਦੇਣ ਵਾਸਤੇ। ਉੱਥੇ ਉਹਨਾਂ ਨੇ ਬਤੌਰ ਡਾਕਟਰ ਦੇ ਇੰਨੇ ਸੇਵਾ ਕੀਤੀ ਲੋਕਾਂ ਦੀ, ਕਿਉਂਕਿ ਬਹੁਤ ਪਰਉਪਕਾਰੀ ਸ਼ਖਸੀਅਤ ਸੀ ਉਹ। ਅਸਲ ਮੈਂ ਬਹੁਤ ਦਿਆਨਤਦਾਰ, ਅਜਿਹੇ ਡਾਕਟਰ ਤਾਂ ਰੱਬ ਵਰਗੇ ਹੁੰਦੇ ਨੇ ਜੀ, ਤਦੇ ਕਿਹਾ ਜਾਂਦਾ ਕਿ ਡਾਕਟਰ ਇਜ਼ ਨੈਕਸਟ ਟੂ ਗੋਡ। ਉਹ ਅਜਿਹੀ ਸ਼ਖਸੀਅਤ ਸੀ ਕਿ ਉੱਥੇ ਉਹਨਾਂ ਨੇ ਇੰਨੀ ਹਰਮਨ ਪਿਆਰਤਾ ਹੋਈ, ਜਿਹੜੇ ਮਰੀਜ਼ ਸਨ, ਜਿਹੜੇ ਉਹਨਾਂ ਨੂੰ ਮਿਲਣ ਗਿਲਾਉਂਦੇ ਸੀ, ਉਹ ਉਹਨਾਂ ਨੂੰ ਆਪਣਾ ਮਸੀਹਾ ਸਮਝਦੇ ਸਨ ਜੀ। ਤੇ ਮਾੜੀ ਕਿਸਮਤ ਇਹ ਹੋਈ, ਮਾੜੀ ਗੱਲ ਇਹ ਹੋਈ ਕਿ ਜਾਪਾਨੀਆਂ ਨੇ ਉਹਨਾਂ ਉੱਤੇ ਦੋਸ਼ ਲਾਤਾ ਕਿ ਇਹ ਅੰਗਰੇਜ਼ਾਂ ਦੀ CID ਕਰਦੇ ਨੇ, ਸਾਡੀ CID ਕਰਦੇ ਨੇ, ਸਪਾਈ ਨੇ, ਜਾਸੂਸ ਨੇ। ਤੇ ਜਾਸੂਸ ਦੇ ਤੌਰ ਤੇ, ਹਾਲਾਂਕਿ ਉਹ ਬੜਾ ਦੇਵਤਾ ਪੁਰਸ਼ ਬੰਦਾ ਸੀਗਾ, ਬਹੁਤ ਉੱਚ ਕੋਟੀ ਉਹ
ਵਿਦਵਾਨ ਸਨ। ਪੰਜਾਬੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਂ ਹੈ ਬਤੌਰ ਇੱਕ ਸ਼ਾਇਰ ਦੇ ਤੌਰ 'ਤੇ, ਬਤੌਰ ਇੱਕ ਲੇਖਕ ਦੇ ਤੌਰ 'ਤੇ। ਅਤੇ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਫਿਰ ਜਾਪਾਨੀਆਂ ਨੇ ਉਹਨਾਂ ਨੂੰ 80-82 ਦਿਨ ਉਹਨਾਂ ਉੱਤੇ ਜੋ ਤਸ਼ੱਦਦ ਕੀਤਾ ਅਤੇ ਉਹਨਾਂ ਨੂੰ ਉੱਥੇ ਉਹਨਾਂ ਨੂੰ ਸ਼ਹਾਦਤ ਦੇਣੀ ਪਈ। ਇਹ ਬਹੁਤ ਮੰਦਭਾਗੀ ਗੱਲ ਹੋਈ ਸੀ ਕਿ ਦੋ ਗੱਲਾਂ ਜਿਹੜੇ ਨੇ ਦੀਵਾਨ ਸਿੰਘ ਕਾਲੇ ਪਾਣੀ ਬਾਰੇ ਜਦੋਂ ਮੈਂ ਸੋਚਦਾ ਹੈ, ਇੱਕ ਤਾਂ ਵੱਡੀ ਗੱਲ ਇਹ ਕਿ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਜੇ ਖੁੱਲ੍ਹੀ ਕਵਿਤਾ ਬਲੈਂਕ ਪਰ ਜਿਸਨੂੰ ਕਹਿੰਦੇ, ਜੇ ਉਸ ਨੂੰ ਉੱਚ ਕੋਟੀ 'ਤੇ ਲਿਜਾਇਆ ਤਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਿਤਾਬ ਸੀ 1938 ਵਿੱਚ ਜਿਹੜੀ ਛਪੀ, ਵਗਦੇ ਪਾਣੀ, ਪਾਣੀ ਵਗਦੇ ਹੀ ਰਹਿਣ ਜੀ, ਖੜੋਤਿਆਂ ਬੁੱਸਦੇ ਨੇ। ਬਹੁਤ ਫਿਲਾਸਫੀਕਲ ਔਰ ਬਹੁਤ ਕਮਾਲ ਦੀ ਨਜ਼ਮ ਉਹਨਾਂ ਦੀ ਜਿਹੜੀ ਹੈਗੀ ਉਹ ਪ੍ਰਭਾਵਿਤ ਕੀਤਾ। ਅਤੇ ਉਹ ਜਿਹੜੀ ਉਹਨਾਂ ਦੀ ਪੰਜਾਬੀ ਕਵਿਤਾ ਨੂੰ ਦੇਣ ਹੈ ਨਾ, ਔਰ ਬੜੀ ਚਿੰਤਨ ਵਾਲੀ ਕਵਿਤਾ, ਉਹਨਾਂ ਦੀ ਬੜੀ ਫਿਲਾਸਫੀਕਲ ਕਵਿਤਾ ਔਰ ਬਹੁਤ ਦੇਸ਼ ਪਿਆਰ ਦੀ, ਅਤੇ ਉਹਦੇ ਵਿੱਚ ਇੰਨੀ ਡੂੰਘਾਈ ਸੀ ਕਿ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਜੇ ਕਿਸੇ ਦਾ ਨਾਂ ਲਿਆ ਜਾਂਦਾ ਹੈ ਤਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦਾ। ਉਹਨਾਂ ਦੀ ਮ੍ਰਿਤੂ ਤੋਂ ਬਾਅਦ ਵੀ ਉਹਨਾਂ ਦੀ ਕਿਤਾਬ ਅੰਤਮ ਲਹਿਰਾਂ ਛਪੀ ਸੀ ਜੀ, ਅਤੇ ਦੋ ਕਿਤਾਬਾਂ ਉਹਨਾਂ ਦੇ ਨਿਬੰਧ ਦੀਆਂ ਵੀ ਛਪੀਆਂ ਨੇ। ਇੱਕ ਉਹਨਾਂ ਦੀ ਕਿਤਾਬ ਉਹਨਾਂ ਦੇ ਜੀਵਨ 'ਚ ਮੱਲਿਆਂ ਦੇ ਬੇਰ ਵੀ ਛਪੀ ਹੈ ਜੀ। ਅਤੇ ਮੈਂ ਤੁਹਾਨੂੰ ਇਹ ਗੱਲ ਸਾਂਝੀ ਕਰਨੀ ਚਾਹੁੰਦਾ, ਜਦੋਂ ਮੈਂ BA 'ਚ ਪੜ੍ਹਦਾ ਸੀ ਗੌਰਮੈਂਟ ਕਾਲਜ ਚੰਡੀਗੜ੍ਹ, ਅਤੇ ਮੈਨੂੰ ਉਦੋਂ ਦਾ ਉਹਨਾਂ ਬਾਰੇ ਲਗਾ ਸੀ, ਮੈਂ ਸਿਲੇਬਸ ਵਿੱਚ ਉਹਨਾਂ ਬਾਰੇ ਇੱਕ ਕਵਿਤਾ ਸੀ। ਮੈਂ ਚਾਹੁੰਦਾ ਸੀ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ, ਮੈਂ ਜਦੋਂ ਉਹਨਾਂ ਦੇ ਬਾਰੇ ਮੈਨੂੰ ਮੇਰੇ ਪ੍ਰੋਫੈਸਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਹਾਦਤ ਦੇਣੀ ਪਈ, ਪਰ ਉਹਨਾਂ ਨੇ ਇਹ ਨਹੀਂ ਮੰਨੀ, ਬੜੇ ਦ੍ਰਿੜ ਰਹੇ। ਅਤੇ ਉਹਨਾਂ ਉੱਤੇ ਜੋ ਤਸ਼ੱਦਦ ਹੋਇਆ ਉਹ ਬਹੁਤ ਇੰਨਾ, ਮੈਂ ਕਹਿੰਦਾ ਕਰੁਣਾਮਈ ਹੈ ਕਿ ਬੰਦਾ ਉਸ ਕਿਤਾਬ ਨੂੰ ਪੜ੍ਹ ਕੇ ਹਿੱਲ ਜਾਂਦਾ ਹੈ। ਉਹ ਕਿਤਾਬ ਸੀ ਇੱਕ ਸੁਨਹਿਰੀ ਦਿਲ, ਪ੍ਰੋਫੈਸਰ ਹਰਦਿਆਲ ਸਿੰਘ ਨੇ ਲਿਖੀ ਸੀ। ਜਦੋਂ ਮੈਂ ਉਹ ਕਿਤਾਬ ਪੜ੍ਹੀ, ਬਿੰਦੂ ਜੀ ਮੈਂ ਸੱਚ ਦੱਸਦਾ ਕਿ ਮੈਂ ਕਈ ਦਿਨ ਰੋਂਦਾ ਰਿਹਾ। ਤੁਸੀਂ ਹਜੇ ਵੀ ਇਮੋਸ਼ਨਲ ਹੋ ਗਏ ਇੱਕਦਮ? ਬਹੁਤ ਉਹਨਾਂ ਉੱਤੇ ਜ਼ੁਲਮ ਢਾਇਆ ਗਿਆ ਅਤੇ ਉਹਨਾਂ ਨੇ ਸ਼ਹਾਦਤ ਦਿੱਤੀ, ਅਤੇ ਉਸ ਤੋਂ ਬਾਅਦ ਉਹਨਾਂ ਦੀ ਬੜੀ ਚਰਚਾ ਹੋਈ ਸਾਰੇ। ਇੱਕ ਗੱਲ ਇਹ ਵੀ ਹੈ ਕਿ ਜੇ ਹਿੰਦੁਸਤਾਨ ਦੇ ਜਾਂ ਪੰਜਾਬੀ ਦੇ ਜਿਹੜੇ ਸ਼ਾਇਰ ਹੋਏ ਨੇ ਨਾ ਆਧੁਨਿਕ ਯੁੱਗ ਦੇ, ਉਹਨਾਂ ਵਿੱਚ ਇੱਕ ਤਾਂ ਉਹਨਾਂ ਦਾ ਖੁੱਲ੍ਹੀ ਕਵਿਤਾ ਕਰਕੇ ਯਾਰ ਜਿਹੜੀ ਵਗਦੇ ਪਾਣੀ ਕਿਤਾਬ ਕਰਕੇ ਉਹਨਾਂ ਦੀ ਬਹੁਤ ਮਹੱਤਤਾ ਸਮਝੀ ਗਈ। ਦੂਸਰੀ ਗੱਲ ਇਹ ਸੀ ਕਿ ਜੇ ਦੇਖਿਆ ਜਾਵੇ ਕਿ 1947 ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਉਹ ਇੱਕ ਸ਼ਾਇਰ ਹੈ ਜਿਹਨੂੰ ਸ਼ਹੀਦ ਮੰਨਿਆ ਗਿਆ ਹੈ ਜੀ। ਇਸ ਕਰਕੇ ਵੀ ਉਹਨਾਂ ਦਾ ਬਹੁਤ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬ ਦੇ ਵਿੱਚ ਵੱਡਾ ਨਾਂ ਹੈ। ਔਰ ਮੈਂ ਇਸ ਗੱਲ 'ਤੇ ਮੈਨੂੰ ਬੜੀ ਪ੍ਰਸੰਨਤਾ ਹੋਈ ਜਦੋਂ ਢਿੱਲੋਂ ਪਰਿਵਾਰ ਨੇ, ਉਹਨਾਂ ਦੇ 4 ਬੇਟੇ ਸੀਗੇ, 2 ਬੇਟੀਆਂ ਸੀਗੀਆਂ, ਉਹਨਾਂ ਨੇ ਆਪਣੇ ਪਿਤਾ ਜੀ ਦੀ ਜਿਹੜੀ ਵਿਰਾਸਤ ਸੀ ਨਾ ਉਸ ਨੂੰ ਜਿਸ ਤਰੀਕੇ ਨਾਲ ਇਸ ਮਿਊਜ਼ੀਅਮ ਦੇ ਸਾਂਭਿਆ, ਮੇਰਾ ਖਿਆਲ ਹੈ ਕਿ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਪਰਿਵਾਰ ਨਹੀਂ ਜਿਸ ਨੇ ਆਪਣੇ ਪੁਰਖਿਆਂ ਦੀ, ਆਪਣੇ ਬਜ਼ੁਰਗਾਂ ਦੀ ਜਿਹੜੀ ਕੀਤੀ ਹੋਈ ਕਮਾਈ ਹੈ ਉਸ ਨੂੰ ਇਸ ਤਰ੍ਹਾਂ ਦੇ ਮਿਊਜ਼ੀਅਮ ਦੇ ਵਿੱਚ ਸਾਂਭਿਆ ਹੋਵੇ। ਇਹ ਇੰਨਾ ਕਮਾਲ ਦਾ ਉਹਨਾਂ ਨੇ ਮਿਊਜ਼ੀਅਮ ਬਣਾਇਆ ਹੈਗਾ ਕਿ ਮੈਂ ਕਹਿੰਦਾ ਉਸ ਧਰਤੀ ਨੂੰ ਮੈਂ ਪੂਜਦਾ। ਮੇਰੇ ਲਈ ਉਹ ਜਾਣੀ ਗੁਰਦੁਆਰੇ ਮੰਦਿਰ ਵਰਗੀ ਥਾਂ ਹੈ ਉਹ ਮਿਊਜ਼ੀਅਮ, ਕਿਉਂਕਿ ਉਸ ਵਿੱਚ ਜਿਹੜੀ ਮੁਕੰਮਲ ਉਹਨਾਂ ਦੀ ਸਾਰੀ ਜੀਵਨੀ ਹੈ, ਉਹ ਜਿਸ ਤਰੀਕੇ ਨਾਲ ਉਹ ਮਿਊਜ਼ੀਅਮ ਬਣਾਇਆ ਗਿਆ ਹੈ ਬਹੁਤ ਕਮਾਲ ਦੇ ਢੰਗ ਨਾਲ, ਅਤੇ ਉਸ ਨੂੰ ਦੇਖ ਕੇ ਬੰਦਾ ਜਿਹੜੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਸਿਜਦਾ ਕਰਦਾ ਹੈ। ਅਤੇ ਜਿਹੜੀ ਕਾਲ ਕੋਠੜੀ ਅੰਤਮ ਜਿਹੜਾ ਹਿੱਸਾ ਹੈ ਨਾ, ਜਿਹੜੀ ਉਹ ਫੋਟੋ ਜਿਹੜੀ ਬਣਾਈ ਵੀ ਵਰਾਂਡੇ ਵਿੱਚ, ਉੱਥੇ ਭੁਲੇਖਾ ਪੈਂਦਾ ਹੈ ਕਿ ਇਹ ਤਾਂ ਸੱਚਮੁੱਚ ਦੀ ਇਹ ਇੱਥੇ ਆ ਕੇ ਜਿਹੜੀ ਕਾਲ ਕੋਠੜੀ ਜਿਹਦੇ ਵਿੱਚ ਉਹਨਾਂ ਨੂੰ ਤਸ਼ੱਦਦ ਕੀਤਾ ਗਿਆ ਸੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਉਹ ਬਹੁਤ ਹੀ ਜਿਹੜੀ ਪ੍ਰਭਾਵਿਤ ਕਰਨ ਵਾਲੀ ਹੈ। ਬੰਦਾ ਉੱਥੇ ਜਾ ਕੇ ਸੁੰਨ ਹੋ ਜਾਂਦਾ। ਇਸ ਤੋਂ ਵੱਡਾ ਮਿਊਜ਼ੀਅਮ ਦਾ ਜਿਹੜਾ ਮੈਂ ਕਹਿੰਦਾ ਵੀ ਪ੍ਰਾਪਤੀ ਕੀ ਹੋ ਸਕਦੀ ਹੈ। ਦਾਊ ਸਾਹਿਬ, ਜਿੱਥੇ ਤੱਕ ਤੁਸੀਂ ਗੱਲ ਕੀਤਾ ਕਿ ਉਹਨਾਂ ਨੇ ਸ਼ਹਾਦਤ ਦਿੱਤੀ ਔਰ ਸ਼ਹੀਦ ਵੱਡਾ ਮੰਨਿਆ ਗਿਆ, ਪਰ ਜੇ ਗੱਲ ਕਰੀਏ ਤਾਂ ਜੇ ਅੰਗਰੇਜ਼ਾਂ ਦੀ ਲੜਾਈ ਦੀ ਆਪਾਂ ਗੱਲ ਕਰੀਏ, ਜਿਹੜੀ ਫਰੀडम ਫਾਈਟ ਹੋਈ ਹੈ ਉਹ ਉਸ ਦੇ ਬਾਅਦ ਸ਼ੁਰੂ ਹੁੰਦੀ ਹੈ। 47 ਦੇ ਵਿੱਚ ਜਿਹੜਾ ਹੈਗਾ ਆਜ਼ਾਦੀ ਮਿਲਦੀ ਹੈ ਭਾਰਤ ਨੂੰ ਖਾਸ ਕਰਕੇ, ਅਤੇ ਜਿਹੜਾ ਦੀਵਾਨ ਸਿੰਘ ਕਾਲੇ ਪਾਣੀ ਸੀਗੇ ਉਸ ਤੋਂ ਬਹੁਤ ਪਹਿਲੇ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਅਤੇ ਖਾਸ ਕਰਕੇ ਜੇ ਗੱਲ ਕਰੀਏ ਕਾਲੇ ਪਾਣੀ ਅੰਡੇਮਾਨ ਨਿਕੋਬਾਰ ਟਾਪੂ 'ਤੇ ਉੱਥੇ ਚਲੇ ਜਾਂਦੇ ਆ। ਉਸ ਟਾਈਮ ਜਾਪਾਨੀਆਂ ਦੇ ਕਬਜ਼ੇ ਦੇ ਵਿੱਚ ਉਹ ਟਾਪੂ ਸੀਗਾ, ਤੇ ਅੰਗਰੇਜ਼ਾਂ ਦੀ ਨਹੀਂ ਉਦੋਂ ਮਤਲਬ ਕਿ ਕਹਿ ਸਕਦੇ ਹਾਂ ਕਿ ਉਹਦੇ ਤੇ ਛਾਪ ਨਹੀਂ ਸੀਗੀ, ਤੇ ਸ਼ਹਾਦਤ ਉਹਨਾਂ ਦੀ ਜਾਪਾਨੀ ਕਬਜ਼ੇ ਦੇ ਵਿੱਚ ਹੋ ਜਾਂਦੀ ਹੈ। ਤੇ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਅਨਨੋਨ ਮਾਰਟੀਅਰ ਤਾਂ ਹੀ ਕਿਹਾ ਗਿਆ। ਹਾਂ, ਇਸੇ ਕਰਕੇ ਕਿਹਾ ਗਿਆ ਉਹਨਾਂ ਨੂੰ, ਬਿਲਕੁਲ ਇਸੇ ਕਰਕੇ ਕਿਹਾ, ਕਿਉਂਕਿ ਉਹਨਾਂ ਨੇ ਬਹੁਤ ਉਹਨਾਂ ਨੂੰ ਵਰਗਲਾਉਣ ਦੇ ਵੀ ਲਾਲਚ ਵੀ ਦਿੱਤੇ, ਪਰੰਤੂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਬਿਲਕੁਲ ਇਹ ਨਹੀਂ ਮੰਨੀ। ਉਹਨਾਂ ਨੇ ਦੇਖੋ ਇੰਨੀ ਜਿਹੜੀ ਜ਼ੁਲਮ ਉਹਨਾਂ ਦਾ ਸਹਿਆ ਕਿ ਦੱਸਣਾ ਬਿਆਨ ਕਰਨਾ ਬੜਾ ਔਖਾ ਹੋ ਜਾਂਦਾ। ਜਦੋਂ ਤੁਸੀਂ ਉਹ ਕਿਤਾਬ ਪੜ੍ਹਦੇ ਹੋ ਸੁਨਹਿਰੀ ਦਿਲ,
ਬੰਦਾ ਅੰਦਰੋਂ ਕੰਬ ਜਾਂਦਾ ਵੀ ਇਹ ਜਿਹੇ ਵੀ ਸਟੱਡੀ ਬੰਦੇ ਹੋਏ ਨੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਜਿਨ੍ਹਾਂ ਨੇ ਜਿਸ ਤਰ੍ਹਾਂ ਭਾਈ ਮਨੀ ਸਿੰਘ ਨੇ ਬੰਦ ਕਟਵਾਇਆ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਇਸੇ ਤਰ੍ਹਾਂ ਡਾਕਟਰ ਦੀਵਾਨ ਸਿੰਘ ਪਾਣੀ ਨੇ ਜਿਹੜੀ ਸ਼ਹਾਦਤ ਦਿੱਤੀ ਹੈ, ਉਹ ਇਹੋ ਜਿਹੀ ਲਾਸਾਨੀ ਹੈ ਕਿ ਉਹਨਾਂ ਨੂੰ ਸਦਾ ਯਾਦ ਰੱਖਿਆ ਜਾਏਗਾ। ਉੱਥੇ ਹੁਣ ਵੀ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਹੈ, ਅਤੇ ਉੱਥੇ ਦੇ ਲੋਕ ਜਿਹੜੇ ਉਦੋਂ ਰਹਿੰਦੇ ਸੀਗੇ ਔਰ ਹੁਣ ਵੀ ਉੱਥੇ ਜਦੋਂ ਲੋਕ ਜਾਂਦੇ ਨੇ ਅਤੇ ਉੱਥੇ ਦੇਖ ਕੇ ਇੰਨੇ ਪ੍ਰਭਾਵਿਤ ਹੁੰਦੇ ਕਿ ਸੱਚਮੁੱਚ ਇੱਕ ਦੇਵਤਾ ਪੁਰਸ਼ ਸੀ। ਐਡੀ ਬੜੀ ਸ਼ਹਾਦਤ, ਐਡਾ ਬੜਾ ਦ੍ਰਿੜ ਇਰਾਦਾ, ਐਡਾ ਬੜਾ ਫਿਲੋਸਫਰ, ਦਾਰਸ਼ਨਿਕ, ਡਾਕਟਰ, ਲੋਕਾਂ ਦਾ ਪਰਉਪਕਾਰੀ ਮਸੀਹਾ, ਜਿਸ ਨੇ ਆਪਣੀ ਕੁਰਬਾਨੀ ਉਹਨਾਂ ਲੋਕਾਂ ਲਈ ਦਿੱਤੀ ਤੇ ਇਹ ਨਹੀਂ ਮੰਨੀ। ਪਰ ਜਿਹੜੇ ਨੈਸ਼ਨਲ ਫਰੀडम ਫਾਈਟਰ ਜਿਹਨਾਂ ਨੂੰ ਦਿੱਤਾ ਜਾਂਦਾ ਜਾਂ ਨਵਾਜ਼ਿਆ ਜਾਂਦਾ ਹੈ, ਜਾਂ ਜਿਹੜੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਭਾਰਤ ਦੀ ਫਰੀडम ਫਾਈਟ ਵਾਸਤੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੇ, ਸ਼ਹੀਦ ਮੰਨੇ ਗਏ, ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰਾ ਵੱਡਾ ਨੰਬਰ ਸੀਗਾ ਜਿਹੜਾ ਕਿ ਅੰਡੇਮਾਨ ਨਿਕੋਬਾਰ ਭੇਜਿਆ ਗਿਆ। ਔਰ ਜੇ ਪੰਜਾਬੀਆਂ ਦੀ ਖਾਸ ਕਰਕੇ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ 80% ਜਿਹੜੇ ਪੰਜਾਬੀ ਸੀਗੇ ਉਹ ਸਨ ਉਹਦੇ 'ਚ ਸ਼ਹੀਦ ਜਿਹੜੇ ਸਨ। ਫਿਰ ਗੱਲ ਉੱਥੇ ਆ ਕੇ ਟਿਕਦੀ ਹੈ ਕਿ ਜਿਹੜਾ ਖਾਸ ਕਰਕੇ ਅੰਗਰੇਜ਼ਾਂ ਦੇ ਨਾਲ ਫਾਈਟ ਹੋਈ ਸੀਗੀ, ਸੰਘਰਸ਼ ਹੋਇਆ, ਆਜ਼ਾਦੀ ਘੁਲਾਟੀਏ ਜਿਹੜੇ ਸੀਗੇ, ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੁੰਦਾ ਹੈ, ਹੋਣਾ ਚਾਹੀਦਾ ਹੈ। ਕਿਵੇਂ ਉਸ ਚੀਜ਼ ਨੂੰ ਦੇਖਿਆ ਜਾਵੇ, ਕਿਉਂਕਿ ਜੇ ਨੈਸ਼ਨਲ ਜਿਹੜੇ ਸ਼ਹੀਦ ਮੰਨੇ ਜਾਂਦੇ ਆ ਉਹ ਆਜ਼ਾਦੀ ਘੁਲਾਟੀ ਜਿਹੜੇ ਸੀਗੇ ਉਹ ਅੰਗਰੇਜ਼ਾਂ ਦੇ ਨਾਲ ਜਿਨ੍ਹਾਂ ਨੇ ਇੱਟ ਨਾਲ ਇੱਟ ਖੜਕਾਈ, ਉਹਨਾਂ ਨੂੰ ਮੰਨਿਆ ਜਾਂਦਾ ਨਹੀਂ। ਹੁਣ ਇਸ ਗੱਲ ਨੂੰ ਦੁਬਾਰਾ ਪੁਨਰ ਸਰਜੀਤ ਕਰਿਆ ਜਾ ਰਿਹਾ। ਹੁਣ ਬਹੁਤ ਇਸ ਗੱਲ ਬਾਰੇ ਹੋਇਆ ਕਿ ਉਹਨਾਂ ਦਾ ਨਾਂ ਜਿਹੜਾ ਹੈ ਉਹਨਾਂ ਨੂੰ ਸ਼ਹੀਦ ਮੰਨਣਾ ਚਾਹੀਦਾ, ਕਿਉਂਕਿ ਉਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਅਤੇ ਉਸ ਵੇਲੇ ਜੋ ਕੁਰਬਾਨੀ ਕੀਤੀ ਹੈ ਉਹਨੂੰ ਮੁੜ ਕੇ ਪੁਨਰ ਸਰਜੀਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਹਨੂੰ ਮੰਨਿਆ ਜਾ ਰਿਹਾ ਹੈ। ਇਸੇ ਗੱਲ ਲਈ ਹੁਣ ਬਹੁਤ ਬੰਦੇ ਗਏ ਨੇ, ਉਹਨਾਂ ਦਾ ਕਾਫੀ ਜ਼ਿਕਰ ਹੋਣਾ ਸ਼ੁਰੂ ਵੀ ਹੋ ਗਿਆ। ਪਰ ਇਹ ਇਤਿਹਾਸ ਹੈ, ਲਿਖਣ ਵਾਸਤੇ ਤੁਹਾਨੂੰ ਪਤਾ ਕਿ ਕਈ ਗੱਲਾਂ ਮਜਬੂਰ ਹੁੰਦੇ, ਕਈ ਗੱਲਾਂ ਲਿਖਣੀਆਂ ਪੈਂਦੀਆਂ। ਪਰ ਉਹਨਾਂ ਨੂੰ ਜਿਹੜੇ ਉੱਥੇ ਸ਼ਹੀਦ ਹੋਏ ਨੇ ਉਹਨਾਂ 'ਤੇ ਇੰਨੇ ਤਸ਼ੱਦਦ ਹੋਇਆ ਕਿ ਮੇਰਾ ਖਿਆਲ ਹੈ ਕਿ ਤੁਸੀਂ ਸੁਣ ਨਹੀਂ ਸਕਦੇ। ਇਸ ਕਰਕੇ ਉਹਨਾਂ ਨੂੰ ਤਾਂ ਬਹੁਤ ਲਾਸਾਨੀ ਸ਼ਹੀਦ ਮੰਨਣਾ ਪਏਗਾ। ਤੁਹਾਨੂੰ ਆਉਣ ਵਾਲਾ ਸਮਾਂ ਜ਼ਰੂਰ ਉਹਨਾਂ ਦੀ ਕਦਰ ਕਰੇਗਾ। ਸਰਕਾਰਾਂ ਨੂੰ ਉਹਨਾਂ ਦੇ ਸਾਰੇ ਅੰਕੜੇ ਇਕੱਠੇ ਕਰਕੇ, ਉਹਨਾਂ ਦੇ ਸਾਰੇ ਨਾਂ ਇਕੱਠੇ ਕਰਕੇ ਬਕਾਇਦਾ ਹੋ ਵੀ ਰਿਹਾ ਯਤਨ। ਮੈਨੂੰ ਪਤਾ ਲੱਗਿਆ ਕਿ ਉਹਨਾਂ ਦੇ ਬਾਰੇ ਕਾਫੀ ਕੁਛ ਹੋ ਵੀ ਰਿਹਾ, ਇਹ ਉਹਨਾਂ ਨੇ ਯਾਦਗਾਰਾਂ ਬਣਨੀਆਂ ਚਾਹੀਦੀਆਂ। ਜੀ ਜੀ। ਔਰ ਜਿੱਥੋਂ ਤੱਕ ਗੱਲ ਕੀਤੀ ਜਾਏ ਫਿਰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੀ, ਤੁਸੀਂ ਕਿਉਂਕਿ ਖੁਦ ਰਾਈਟਰ ਰਹੇ ਹੋ, ਤੁਸੀਂ ਬੱਚਿਆਂ ਤੇ ਬਹੁਤ ਸਾਹਿਤ ਲਿਖਿਆ ਹੈ, ਤੁਸੀਂ ਕਾਵ ਸੰਗ੍ਰਹਿ ਲਿਖੇ ਨੇ, ਤੁਸੀਂ ਪ੍ਰੋਜ਼ ਜਿਹੜੇ ਵਾਰਤਕ ਬਹੁਤ ਲਿਖੀ ਹੈਗੀ ਹੈ, ਤੇ ਉਹ ਸਭ ਦੇ ਵਿੱਚ ਤੁਸੀਂ ਉਹਨਾਂ ਨੂੰ ਪਹਿਲੇ ਹੀ ਕਹਿ ਚੁੱਕੇ ਹੋ ਕਿ ਬਹੁਤ ਵੱਡੇ ਸਾਹਿਤਕਾਰ ਉਹਨਾਂ ਨੂੰ ਮੰਨਦੇ ਹੋ। ਪਰ 47 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਦੇ ਦੇਣਾ, ਹਾਂ 47 ਇਸੇ ਕਰਕੇ ਉੱਥੇ ਉਹਨਾਂ ਦਾ ਸੱਚ ਦਾ ਬੁਰਜ ਜਿਹੜਾ ਸੱਚ ਦਾ ਬੁਰਜ ਵੀ ਬਣਿਆ ਹੋਇਆ ਜੀ, ਬਿਲਕੁਲ, ਕਿਉਂਕਿ ਉਹਨਾਂ ਦਾ ਜਨਮ 1897 ਚ ਹੋਇਆ ਸੀਗਾ ਤੇ 1944 ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਉਹਨਾਂ ਨੂੰ ਉਹ ਸ਼ਹੀਦ ਹੋ ਜਾਂਦੇ। ਜੀ 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 ਜੀ। ਜਿਹੜਾ ਉੱਥੇ ਉਹਨਾਂ ਦੀ ਉਮਰ ਨੂੰ ਸਾਕਾਰ ਕਰਨ ਵਾਸਤੇ ਜਿਹੜਾ ਉੱਚਾ ਬੁਰਜ ਬਣਾਇਆ ਨਾ, ਸੱਚ ਦਾ ਸੂਰਜ ਜੀ, ਉਹਨਾਂ ਦੀ ਉਮਰ ਦੇ ਮੁਤਾਬਕ, ਉਹਦੇ ਉੱਤੇ ਵੀ ਬਹੁਤ ਵਧੀਆ ਖੂਬਸੂਰਤ ਕਵਿਤਾ ਉਹਨਾਂ ਨੇ ਡਾਕਟਰ ਦੀਵਾਨ ਸਿੰਘ ਜੀ ਜੀ ਜੀ। ਤੁਸੀਂ ਐਡਾ ਵੱਡਾ ਜਿੱਦਾਂ ਐਜ਼ ਅ ਰਾਈਟਰ ਤੁਸੀਂ ਬਹੁਤ ਲੰਬਾ ਚੌੜਾ ਸਾਹਿਤ ਰਚਿਆ, ਕੰਮ ਕੀਤਾ, ਜਿਹੜੇ ਖਾਸ ਕਰਕੇ ਉਹਨੇ ਵਗਦੇ ਦਰਿਆ, ਉਹਨਾਂ ਦੀ ਪਾਣੀ ਜਿਹੜੀ ਉਹਨਾਂ ਦੀ ਉਹ ਹੈਗੀ ਹੈ, ਵਗਦੇ ਪਾਣੀ ਉਹਨਾਂ ਦੀ ਇੱਕ ਕਿਤਾਬ ਹੈ, ਜਾਂ ਫਿਰ ਹੋਰ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ, ਉਸ ਟਾਈਮ ਤੇ ਵੀ ਉਹ ਉਹਨੇ ਸੁਹਿਰਦ ਸੀਗੇ। ਜੇ ਵਾਤਾਵਰਣ ਦੀ ਗੱਲ ਕਰ ਲਈਏ, এনवायरमेंट ਦੀ, ਜੇ ਧਰਤੀ ਦੀ ਗੱਲ ਕਰ ਲਈਏ, ਜੇ ਪਾਣੀ ਦੇ ਗੰਦਲੇ ਹੋਣ ਜਾਂ ਸਾਂਭਣ ਦੀ ਗੱਲ ਕਰ ਲਈਏ, ਸਾਂਭਣ ਦੀ, ਸਮੇਟਣ ਦੀ ਗੱਲ ਕਰ ਲਈਏ, ਜਿਵੇਂ ਅੱਜ ਵੀ ਪਾਣੀ ਤੇ ਗੱਲ ਕੀਤੀ ਜਾਂਦੀ ਹੈ ਕਿ ਪਾਣੀ ਖਤਮ ਹੋ ਰਿਹਾ ਹੈ, ਗੰਦਲਾ ਹੋ ਰਿਹਾ ਹੈ, ਸਾਂਭਣ ਦੀ ਲੋੜ ਹੈ। ਉਸ ਟਾਈਮ ਤੇ ਜਦੋਂ ਇੰਨੇ ਸਾਲਾਂ ਦੀ ਪਹਿਲੇ ਦੀ ਗੱਲ ਕਰੀਏ ਤੇ ਤੁਸੀਂ ਕਿਵੇਂ ਦੇਖਦੇ ਹੋ ਵੀ ਸਰਕਾਰਾਂ ਨੇ ਐਡੇ ਐਡੇ ਸਾਹਿਤਕਾਰ ਸੀਗੇ, ਉਹਨਾਂ ਨੇ ਇੰਨੇ ਲਾਸਾਨੀ ਚੀਜ਼ਾਂ ਲਿਖੀਆਂ, ਬਾਵਜੂਦ ਉਸ ਦੇ ਕਿਸੇ ਤਰੀਕੇ ਦਾ এনवायरमेंटਲਿਸਟ ਨੇ ਜਾਂ ਸਰਕਾਰਾਂ ਨੇ ਉਹਨਾਂ ਨੇ ਇਹਨਾਂ ਗੱਲਾਂ ਵੱਲ ਅੱਜ ਤੱਕ ਧਿਆਨ ਨਹੀਂ ਦਿੱਤਾ। ਹਜੇ ਵੀ ਪਾਣੀ ਔਰ ਧਰਤੀ ਨੂੰ ਬਚਾਉਣ ਦੀਆਂ ਗੱਲਾਂ ਹੋ ਰਹੀਆਂ। ਅਸਲ 'ਚ ਜਿਹੜੇ ਇੱਦਾਂ ਦੇ ਸ਼ਾਇਰ ਹੁੰਦੇ ਨਾ, ਲੇਖਕ ਹੁੰਦੇ, ਉਹਨਾਂ ਦੀ ਦਿਵ ਦ੍ਰਿਸ਼ਟੀ ਬੜੀ ਦੂਰ ਤੱਕ ਹੁੰਦੀ ਹੈ। ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਹੁੰਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੀਆਂ ਖਾਮੀਆਂ ਹੋਣਗੀਆਂ, ਇਹ ਮੁਸ਼ਕਲਾਂ ਆਉਣਗੀਆਂ ਮਨੁੱਖਤਾ ਨੂੰ। ਉਹ ਮਾਨਵਵਾਦੀ ਹੁੰਦੇ ਨੇ। ਜਿਹੜਾ ਮਾਨਵਵਾਦੀ ਲੇਖਕ ਹੈ ਨਾ, ਉਹਦੀ ਦ੍ਰਿਸ਼ਟੀ ਬਹੁਤ ਦੂਰ ਤੱਕ ਹੁੰਦੀ ਹੈ। ਉਹ ਬੜਾ ਲੰਮਾ ਸੋਚਦਾ ਕਿ ਆਉਣ ਵਾਲਾ ਸਮਾਂ ਜਿਹੜਾ ਮਨੁੱਖਤਾ ਦੇ ਲਈ ਸੁਖਾਵਾਂ ਹੋਵੇ। ਇਸ ਕਰਕੇ ਸਰਕਾਰਾਂ ਨੂੰ ਜਿਹੜੇ ਅਜਿਹੇ ਲੇਖਕ ਨੇ, ਸ਼ਾਇਰ ਨੇ, ਜਾਂ ਹੋਰ ਜਿਹੜੇ ਕਰਮਯੋਗੀ ਹੋਏ ਨੇ, ਉਹਨਾਂ ਨੇ ਯਾਦਗਾਰਾਂ ਬਣਨੀਆਂ ਚਾਹੀਦੀਆਂ। ਉਹਨਾਂ ਦੇ ਬਾਰੇ ਕਿਤਾਬਾਂ ਦੇ ਸਿਲੇਬਸਾਂ 'ਚ, ਪਾਠਕ੍ਰਮਾਂ ਦੇ ਵਿੱਚ ਉਹਨਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ, ਤਾਂ ਕਿ ਜਿਹੜੀ ਅੱਜ ਦੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗੇ ਕਿ ਅੱਜ ਤੋਂ ਪਹਿਲਾਂ ਜਿਹੜੀਆਂ ਅੱਜ ਦੀਆਂ ਸਮੱਸਿਆਵਾਂ ਨੂੰ ਅਸੀਂ ਫੇਸ ਕਰ ਰਹੇ ਹਾਂ, ਕਿ ਉਹਨਾਂ ਬਾਰੇ ਕਿੰਨੇ ਸਾਡੇ ਲੇਖਕ ਉਹ ਚਿੰਤਕ, ਵਿਦਵਾਨ, ਸੁਚੇਤ ਸਨ। ਸੋ ਆਉਣ ਵਾਲਾ ਸਮਾਂ ਇਹ ਮੰਗ ਕਰਦਾ ਹੈ ਕਿ ਅਜਿਹੇ ਜਿਹੜੇ ਵਿਦਵਾਨ ਨੇ, ਅਜਿਹੇ ਲੇਖਕ ਨੇ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਵਰਗੇ,
ਉਹਨਾਂ ਦੀਆਂ ਜੀਵਨੀਆਂ ਲਿਖੀਆਂ ਜਾਣ, ਉਹਨਾਂ ਦਾ ਜਿਹੜਾ ਕੰਮਕਾਰ ਸਾਂਭਿਆ ਜਾਵੇ, ਉਹਨਾਂ ਦੇ ਨਾਂ 'ਤੇ ਮਿਊਜ਼ੀਅਮ ਬਣਾਏ ਜਾਣ, ਉਹਨਾਂ ਦੇ ਨਾਂ 'ਤੇ ਕੋਈ ਹੋਰ ਯਾਦਗਾਰਾਂ ਬਣਾਈਆਂ ਜਾਣ। ਜਿਸ ਤਰ੍ਹਾਂ ਇੱਕ ਮਿਸਾਲ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਮਿਊਜ਼ੀਅਮ ਜਿਹੜਾ ਹੈ, ਇਹ ਮੈਂ ਕਹਿੰਦਾ ਇੱਕ ਢਿੱਲੋਂ ਪਰਿਵਾਰ ਨੇ ਇੱਕ ਮਿਸਾਲ ਪੈਦਾ ਕਰਕੇ ਦਿੱਤੀ ਹੈ ਕਿ ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਜਿਹੜੇ ਕਾਰਜ ਹਨ, ਤਾਂ ਉਹਨਾਂ ਨੇ ਆਪਣੇ ਖਰਚੇ 'ਤੇ ਸਾਰਾ ਕੁਛ ਇਹ ਕੰਮ ਕੀਤਾ ਹੈਗਾ। ਪਰ ਮੈਂ ਕਹਿ ਸਕਦਾ ਕਿ ਮੈਂ ਕਾਫੀ ਮਿਊਜ਼ੀਅਮ ਦੇਖੇ ਨੇ, ਪਰ ਜਿਸ ਤਰੀਕੇ ਨਾਲ, ਜਿਸ ਵਿਉਂਤ ਨਾਲ ਇਹ ਮਿਊਜ਼ੀਅਮ ਉਹਨਾਂ ਨੇ ਉੱਥੇ ਬਣਾਇਆ ਹੈਗਾ, ਮੈਂ ਕਹਿੰਦਾ ਵੀ ਉਸ ਢਿੱਲੋਂ ਪਰਿਵਾਰ ਨੂੰ ਬਹੁਤ ਮੈਂ ਨਮਸਕਾਰ ਕਰਦਾ। ਉਹਨਾਂ ਦੀ ਜਿੰਨੀ ਸ਼ਲਾਘਾ ਕਰੀ ਜਾਵੇ ਥੋੜ੍ਹੀ ਹੈ। ਉਹਨਾਂ ਨੇ ਹੁਣ ਉੱਥੇ ਇੱਕ ਗਾਈਡ ਵੀ ਰੱਖਿਆ ਹੋਇਆ, ਇੱਕ ਸੇਵਾਦਾਰ ਰੱਖਿਆ ਹੋਇਆ, ਇੱਕ ਮਾਲੀ ਰੱਖਿਆ ਹੋਇਆ। ਕਿੰਨਾ ਖਰਚਾ ਹੈਗਾ ਜਿਹੜੇ ਉਹ ਆਪਣੀ ਜੇਬ ਤੋਂ ਆਪਣੇ ਕੋਲੋਂ ਕਰਦੇ ਨੇ। ਸਰਕਾਰ ਨੂੰ ਅਜਿਹੇ ਮਿਊਜ਼ੀਅਮਾਂ ਦੇ ਬਾਰੇ ਗ੍ਰਾਂਟ ਦੇਣੀ ਚਾਹੀਦੀ ਹੈ, ਮਾਲੀ ਸਹਾਇਤਾ ਕਰਨੀ ਚਾਹੀਦੀ ਹੈ, ਤਾਂ ਕਿ ਇਹ ਜਿਹੜੀ ਮਿਊਜ਼ੀਅਮ ਨੇ ਉਹਦੀ ਸਾਂਭ ਸੰਭਾਲ ਆਉਣ ਵਾਲੇ ਸਮੇਂ 'ਚ ਚੰਗੀ ਤਰ੍ਹਾਂ ਨਾਲ ਹੋ ਸਕੇ। ਤੁਸੀਂ ਗੱਲ ਕੀਤੀ ਹੈ ਗ੍ਰਾਂਟ ਦੀ, ਤੇ ਜਦੋਂ ਇਹਦਾ ਇਨਾਗੂਰੇਸ਼ਨ ਕਰਾਈ ਗਈ ਸੀਗੀ, ਖਾਸ ਕਰਕੇ ਜੇ ਸੀਗਾ ਉਦਘਾਟਨ ਹੋਇਆ ਸੀ ਜਦੋਂ ਮਿਊਜ਼ੀਅਮ ਦਾ, ਉਸ ਸਮੇਂ ਦੀ ਸਰਕਾਰ ਨੇ ਕੁਝ ਫੰਡਾਂ ਦੀ ਗੱਲ ਕੀਤੀ ਸੀ, ਦੇਣ ਦੀ ਗੱਲ ਕੀਤੀ ਸੀ, ਜਿਹੜੇ ਹਜੇ ਤੱਕ ਜਿਹੜਾ ਉਹ ਨਹੀਂ ਆਏ। ਹਾਂ, ਮੈਂ ਬੀਬੀ ਜੀ ਨੂੰ ਮਿਲਿਆ ਸੀ, ਆਪਣੇ ਬੀਬੀ ਸੁਖਦਰਸ਼ਨ ਕੌਰ ਢਿੱਲੋਂ ਨੂੰ। ਉਹਨਾਂ ਨੇ ਵੀ ਦੱਸਿਆ ਕਿ ਨੌ ਸਾਹਿਬ, ਹਾਲਾਂਕਿ ਬਾਦਲ ਸਾਹਿਬ ਵੀ ਗਏ ਸੀ ਉੱਥੇ ਜੀ ਉਦਘਾਟਨ ਤੇ, ਮੈਂ ਵੀ ਗਿਆ ਸੀ ਉੱਥੇ। ਸੁਰਜੀਤ ਪਾਤਰ ਸੀ, ਗੁਲਜ਼ਾਰ ਸਿੰਘ ਜੀ 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 ਜੀ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜੋ ਸਰਕਾਰ ਵਚਨਬੱਧਤਾ ਕਰਦੀ ਹੈ ਉਸ ਨੂੰ ਪੂਰਾ ਕਰਨਾ ਚਾਹੀਦਾ। ਇਸ ਮਿਊਜ਼ੀਅਮ ਵਾਸਤੇ ਤਾਂ ਉਹਨਾਂ ਨੂੰ ਬਹੁਤ ਖੁੱਲ੍ਹਦਿਲੀ ਨਾਲ ਜਿਹੜੀ ਸਰਕਾਰ ਨੂੰ, ਜੇ ਉਦੋਂ ਕੋਈ ਕਮੀ ਪੇਸ਼ੀ ਰਹਿ ਗਈ ਤਾਂ ਹੁਣ ਮੌਜੂਦਾ ਸਰਕਾਰ ਨੂੰ ਵੀ ਇਸ ਮਿਊਜ਼ੀਅਮ ਦੇ ਲਈ ਪੱਕੇ ਤੌਰ 'ਤੇ ਜਿਹੜਾ ਆਪਣਾ ਫੰਡ ਜਿਹੜਾ ਹੈ ਉਹ ਮੇਰਾ ਖਿਆਲ ਨਿਸ਼ਚਿਤ ਕਰਨਾ ਚਾਹੀਦਾ ਹੈਗਾ, ਤਾਂ ਕਿ ਇਹ ਜਿਹੜਾ ਪਰਿਵਾਰ ਹੈ ਇਹ ਇਸ ਨੂੰ ਹੋਰ ਵੀ ਚੰਗੀ ਤਰ੍ਹਾਂ ਨਾਲ ਇਸ ਮਿਊਜ਼ੀਅਮ ਦੀ ਸਾਂਭ ਸੰਭਾਲ ਹੋ ਸਕੇ ਜੀ। ਔਰ ਇਸ ਦੇ ਨਾਲ ਹੀ ਜੇ ਗੱਲ ਕਰੀਏ, ਗੁਰਦੁਆਰਾ ਵੀ ਉੱਥੇ ਅੰਡੇਮਾਨ ਨਿਕੋਬਾਰ ਦੇ ਵਿੱਚ ਉਹ ਵੀ ਇੱਕ ਉੱਥੇ ਬਣਾਇਆ ਗਿਆ, ਔਰ ਉਹਨਾਂ ਦੀ ਯਾਦ ਦੇ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਉਹਨਾਂ ਦੇ ਨਾਮ ਤੋਂ ਹੀ ਉੱਥੇ ਬਣਿਆ ਹੈਗਾ। ਔਰ ਉੱਥੇ ਬਹੁਤ ਮਤਲਬ ਉਹਨਾਂ ਨੇ ਜਦੋਂ ਬਣਿਆ ਸੀਗਾ ਤੇ ਜਿਵੇਂ ਦੇਖਿਆ ਉੱਥੇ ਅਸੀਂ ਮਿਊਜ਼ੀਅਮ 'ਚ ਜਾ ਕੇ ਵੀ ਕਿਸ ਤਰੀਕੇ ਦੇ ਨਾਲ ਉੱਥੇ ਵਿਸਾਖੀ ਦਾ ਮੇਲਾ ਭਰਿਆ, ਔਰ ਉਹ ਜੇ ਟਾਪੂ ਤੇ ਜਿਹੜਾ ਨਾਮ ਤੋਂ ਹੀ ਕਾਲੇ ਪਾਣੀ ਹੈ, ਜਿਹਦੇ ਔਰ ਹਾਂਜੀ ਜਿਸ ਸੁਣ ਕੇ ਨਾਮ ਲੂ ਕੰਡੇ ਖੜੇ ਹੋ ਜਾਂਦੇ ਹੈ। ਔਰ ਕੋਈ ਵਿਜ਼ਿਟਰ ਵੀ ਜਾਂਦਾ ਉੱਥੇ ਹੁਣ ਵੀ, ਅੱਜ ਵੀ, ਤੇ ਤਾਂ ਵੀ ਉਹਨਾਂ ਦੇ ਏਦਾਂ ਦੇਖ ਕੇ ਉੱਥੇ ਲੂ ਕੰਡੇ ਖੜੇ ਹੋ ਜਾਂਦੇ ਵੀ ਅਸੀਂ ਕਿੱਥੇ ਆ ਗਏ ਆ। ਔਰ ਕਿਵੇਂ ਇੱਥੇ ਲੋਕ ਉਦੋਂ ਖਾਸ ਕਰਕੇ ਜਿਹੜੇ ਅਕਿਊਜ਼ਡ ਸੀ, ਦੋਸ਼ੀ ਸੀਗੇ, ਜਿਨ੍ਹਾਂ ਨੂੰ ਕੈਦਾਂ ਹੋਈਆਂ, ਉਹ ਜਿਨ੍ਹਾਂ ਨੇ ਇੰਨੀ ਲੰਬੀਆਂ ਉੱਥੇ ਜੇਲ੍ਹਾਂ ਕੱਟੀਆਂ, ਕਾਲ ਕੋਠੜੀਆਂ 'ਚ ਰਹੇ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉੱਥੇ ਵਕਤ ਕੱਟਿਆ ਹੋਏਗਾ, ਔਰ ਕਿਸ ਤਰੀਕੇ ਦੇ ਨਾਲ ਉੱਥੇ ਸ਼ਹਾਦਤਾਂ ਹੋਈਆਂ। ਕਿਉਂਕਿ ਉਸ ਟਾਪੂ ਦੇ ਬਾਹਰ ਦੇਖੀਏ ਤਾਂ ਚਾਰੋਂ ਪਾਸੇ ਪਾਣੀ ਪਾਣੀ, ਜੇ ਬਾਹਰ ਵੀ ਕੋਈ ਆ ਜਾਂਦਾ ਸੀ ਤਾਂ ਬਚਣ ਦਾ ਕੋਈ ਰਾਹ ਨਹੀਂ ਸੀ। ਕਾਲੇ ਪਾਣੀ ਜੇਲ੍ਹ ਦੇ ਦਿਓ ਜੀ, ਬਚਣ ਦਾ ਕੋਈ ਰਾਹ ਨਹੀਂ ਸੀ। ਤੇ ਬਾਵਜੂਦ ਉਸ ਦੇ ਉੱਥੇ ਉਸ ਟਾਈਮ ਗੁਰਦੁਆਰਾ ਬਣਾਉਣਾ, ਉਸਾਰਨਾ, ਔਰ ਵਿਸਾਖੀ ਦਾ ਮੇਲਾ ਭਰਾਉਣਾ, ਔਰ ਲੰਗਰ ਪ੍ਰਸ਼ਾਦਾ ਲਾਉਣਾ, ਤੁਹਾਨੂੰ ਲੱਗਦਾ ਇੱਥੇ ਕਿਤੇ ਨਾ ਕਿਤੇ ਜਿਹੜੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਰੂਹ ਜਾਂ ਉਹਨਾਂ ਦੀ ਸ਼ਖਸੀਅਤ ਸੀਗੀ, ਉਹ ਧਰਮ ਦੇ ਵੀ ਬਹੁਤ ਨੇੜੇ ਸੀਗੇ। ਉਹ ਡਾਕਟਰ ਸੀਗੇ, ਰਾਈਟਰ ਸੀਗੇ, ਪਰ ਧਰਮ ਦੇ ਵੀ, ਕਰਮ ਔਰ ਧਰਮ ਦੋਨਾਂ ਜੀ। ਤੇ ਨਹੀਂ, ਉੱਥੇ ਹੁਣ ਮੈਂ ਇੱਕ ਦੋ ਆਰਟੀਕਲ ਪੜ੍ਹੇ ਵੀ ਹੈ, ਤੇ ਕਾਫੀ ਹੁਣ ਉਹਨਾਂ ਦੀ ਜਿਹੜੀ ਕੁਰਬਾਨੀ ਹੈ, ਉਹਨਾਂ ਦੀ ਜਿਹੜੀ ਸ਼ਹਾਦਤ ਹੈ, ਉਹਨਾਂ ਦੀ ਜਿਹੜੀ ਦੇਣ ਹੈ ਉੱਥੇ ਨਾ ਕਾਲੇ ਪਾਣੀ 'ਚ, ਉਹ ਹੁਣ ਉੱਭਰ ਕੇ ਵੀ ਆ ਰਹੀ ਹੈ, ਲੋਕ ਮਹਿਸੂਸ ਕਰ ਰਹੇ ਨੇ। ਤੇ ਸਰਕਾਰਾਂ ਵੀ ਥੋੜ੍ਹਾ ਥੋੜ੍ਹਾ ਉਹਦੇ ਬਾਰੇ ਮੇਰਾ ਖਿਆਲ ਹੈ, ਭਾਰਤ ਸਰਕਾਰ ਨੂੰ ਤਾਂ ਇਸ ਬਾਰੇ ਬਹੁਤ ਧਿਆਨ ਦੇਣਾ ਚਾਹੀਦਾ, ਕਿਉਂਕਿ ਸਰਕਾਰਾਂ ਕੋਲ ਤਾਂ ਬੜੇ ਪੈਸੇ ਹੁੰਦੇ ਨੇ। ਇਹ ਕੰਮ ਅਸਲ ਕੇਂਦਰੀ ਸਰਕਾਰ ਦਾ ਹੈਗਾ। ਜਿਹੇ ਜਿਹੜੀਆਂ ਯਾਦਗਾਰਾਂ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਦੇ ਨਾਂ, ਉਹਨਾਂ ਦੇ ਬਾਰੇ ਕਿਤਾਬਾਂ, ਉਹਨਾਂ ਬਾਰੇ ਜਾਣਕਾਰੀ, ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਨਾ ਮਿਲ ਸਕੇ। ਵੈਸੇ ਵੀ ਕਹਿੰਦੇ ਕਿ ਜਿਹੜੇ ਸ਼ਹੀਦ ਹੁੰਦੇ ਆ ਉਹ ਕਿਸੇ ਕੌਮ ਦੇ ਸ਼ਹੀਦ ਹੁੰਦੇ, ਕੌਮ ਦੇ ਹੁੰਦੇ, ਸਾਰੇ ਇੱਕ ਖਿੱਤੇ ਦੇ ਨਹੀਂ ਹੁੰਦੇ, ਉਹ ਸਾਰੇ ਕੌਮ ਦੇ ਹੁੰਦੇ ਆ, ਉਹ ਸਾਂਝੇ ਹੁੰਦੇ ਆ, ਸਾਂਝੇ ਹੁੰਦੇ ਸਭ ਦੇ। ਇਸ ਕਰਕੇ ਉਹਨਾਂ ਦੇ ਬਾਰੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਨੀ ਜ਼ਰੂਰੀ ਹੈ, ਉਹਨਾਂ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਣਾ ਜ਼ਰੂਰੀ ਹੈ। ਪਰ ਉਸ ਦੇ ਨਾਲ ਨਾਲ ਹੀ ਜੇ ਗੱਲ ਕਰੀਏ ਤਾਂ ਤੁਸੀਂ ਉਹਨਾਂ ਨੂੰ ਇੱਕ ਲੇਖਕ ਦੀ ਤਰ੍ਹਾਂ, ਇੱਕ ਲੇਖਕ ਕਿਵੇਂ ਦੇਖਦਾ, ਇੱਕ ਕਵੀ ਦੀ ਤਰ੍ਹਾਂ ਕਿਵੇਂ ਦੇਖਦਾ ਉਹਨੂੰ? ਦੇਖੋ, ਅਸੀਂ ਤਾਂ ਹਮੇਸ਼ਾ ਹੀ ਜਿਹੜੇ ਸਾਡੇ ਸਾਹਿਤਕਾਰ ਹੋਏ ਨੇ, ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਨਾ, ਉਹਨਾਂ ਨੂੰ ਸਦਾ ਹੀ ਸਾਡੇ ਜਿਹੜੇ ਸਾਹਿਤਕਾਰ ਹੈ ਉਹਨਾਂ ਨੂੰ ਸਤਿਕਾਰ ਵੀ ਦਿੰਦੇ, ਉਹਨਾਂ ਨੂੰ ਆਪਣੀਆਂ ਕਵਿਤਾਵਾਂ ਦੇ ਵਿੱਚ, ਆਪਣੀਆਂ ਕਹਾਣੀਆਂ 'ਚ, ਆਪਣੇ ਹੋਰ ਜਿਹੜੇ ਰਚਨਾਵਾਂ ਉਹਨਾਂ ਦਾ ਅਸੀਂ ਅਕਸਰ ਜ਼ਿਕਰ ਕਰਦੇ ਰਹੇ ਨੇ। ਇਹੀ ਲੇਖਕ ਕਰ ਸਕਦਾ ਕਿ ਆਪਣੀਆਂ ਉਹਨਾਂ ਬਾਰੇ ਕੋਈ ਕਹਾਣੀ ਲਿਖੀ ਜਾ ਸਕਦੀ, ਨੋਵਲ ਲਿਖੇ, ਜਿਵੇਂ ਉਹਨਾਂ ਨੇ ਦੇਖੋ ਜੀਵਨੀ ਲਿਖੀ ਪ੍ਰੋਫੈਸਰ ਹਰਦਿਆਲ ਸਿੰਘ ਨੇ, ਇੱਕ ਸੁਨਹਿਰੀ ਦਿਨ,
ਜੀ। ਇੱਕ ਉਹ ਬਹੁਤ ਪਹਿਲਾਂ ਲਿਖੀ ਹੈ ਜੀ। ਇਸ ਤਰ੍ਹਾਂ ਉਹਨਾਂ ਉੱਤੇ PhD MPhil ਵੀ ਹੋਈ ਨੇ। ਜੀ। ਐਸੀ ਕੋਈ ਗੱਲ ਨਹੀਂ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਤੇ ਖੋਜ ਕਾਰਜ ਵੀ ਕਾਫੀ ਚੰਗਾ ਹੋਇਆ ਔਰ ਹੋਰ ਹੋਣਾ ਚਾਹੀਦਾ ਹੈ। ਜੀ। ਅੱਜ ਦੇ ਸਮੇਂ ਦੇ ਵਿੱਚ ਮੈਂ ਕਹਿੰਦਾ ਕਿ ਉਹਨਾਂ ਉੱਤੇ ਜਿੰਨਾ ਵੀ ਕੰਮ ਹੋ ਸਕੇ ਥੋੜ੍ਹਾ, ਇਹ ਪੰਜਾਬ ਯੂਨੀਵਰਸਿਟੀਆਂ ਜਿਹੜੀਆਂ ਨੇ ਜਾਂ ਹੋਰ ਯੂਨੀਵਰਸਿਟੀਆਂ ਜਿਹੜੇ ਨੇ, ਇਹ ਜਿਹੇ ਆਪਣੇ ਵਿਦਿਆਰਥੀਆਂ ਨੂੰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੇ ਉੱਤੇ ਜਿਹੜਾ ਖੋਜ ਕਾਰਜ ਹੈ MPhil ਜਾਂ PhD ਦੇ ਟੌਪਿਕ ਨੇ ਉਹ ਕਰਾਏ ਜਾ ਸਕਦੇ। ਇਸ ਤਰ੍ਹਾਂ ਇਹ ਇੱਕ ਸਾਡੇ ਸਾਹਿਤਕਾਰਾਂ ਦੇ ਵੱਲੋਂ ਮੇਰਾ ਖਿਆਲ ਇਹ ਇੱਦਾਂ ਦੇ ਉਦਮ ਹੋ ਸਕਦਾ ਹੈਗਾ। ਉਹਨਾਂ ਉੱਤੇ ਕੋਈ ਹੋਰ ਫਿਲਮ ਬਣ ਸਕਦੀ ਹੈ, ਉਹਨਾਂ ਦੇ ਦਿਹਾੜੇ ਮਨਾਏ ਜਾ ਸਕਦੇ ਹਨ ਜੋ ਉੱਥੇ ਸਮਾਗਮ। ਹੁਣ ਅਸੀਂ ਦੇਖੋ ਉੱਥੇ ਨਾ ਜਿਹੜਾ ਮਿਊਜ਼ੀਅਮ ਹੈ, ਅਸੀਂ 2-3 ਪ੍ਰੋਗਰਾਮ ਅਸੀਂ ਉੱਥੇ ਇਸੇ ਕਰਕੇ ਕੀਤੇ ਸੀ ਕਿ ਤਾਂ ਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਅਸੀਂ ਸਿਜਦਾ ਕਰ ਸਕੇ, ਲੋਕਾਂ ਨੂੰ ਪਤਾ ਲੱਗੇ ਕਿ ਕਿੰਨੀ ਬੜੀ ਸ਼ਖਸੀਅਤ ਸੀ ਉਹ। ਪੁਆਧੀ ਪੰਜਾਬੀ ਸੱਥ ਦਾ ਅਸੀਂ ਪ੍ਰੋਗਰਾਮ ਕੀਤਾ, ਕਵੀ ਦਰਬਾਰ ਵੀ ਕਰਾਏ, ਹੋਰ ਵੀ 1-2 ਪ੍ਰੋਗਰਾਮ ਕਰਾਏ। ਮੈਂ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਵੀ ਕਈ ਵਾਰ ਕਿਹਾ ਕਿ ਉੱਥੇ ਜਾ ਕੇ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਦਿਖਾਓ ਜੀ, ਜਦ ਤੱਕ ਸਿਲੇਬਸ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ 'ਚ ਕਵਿਤਾ ਕਹਾਣੀਆਂ ਲੱਗੀਆਂ ਹੋਈਆਂ ਨੇ, ਤਾਂ ਕਿ ਜਾ ਕੇ ਉੱਥੇ ਬੱਚੇ ਦੇਖਣ, ਖੋਜਾਰਥੀ ਜਿਹੜੇ ਨੇ ਜਾ ਕੇ ਦੇਖਣ ਕਿ ਜਿਹੜਾ ਮਿਊਜ਼ੀਅਮ ਹੈ ਕਿੰਨਾ ਨੇੜੇ ਹੈਗਾ। ਪਰ ਸਾਡੇ ਅੰਦਰ ਇੱਦਾਂ ਦਾ ਜਾਗਰਤੀ ਬੜੀ ਘੱਟ ਹੈ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਜਿਹੜਾ ਤੁਸੀਂ ਆਹ ਬੁੱਕਲੈਟ ਫੋਲਡਰ ਤੁਸੀਂ ਦੇਖਿਆ ਹੈਗਾ, ਇਹ ਮੈਂ ਇਸੇ ਕਰਕੇ ਤਿਆਰ ਕਰਾਇਆ ਸੀ। ਮੈਂ ਖੁਦ ਮਹਿਸੂਸ ਕੀਤਾ ਕਿ ਜਿਹੜੇ ਉੱਥੇ ਸੈਲਾਨੀ ਆਉਂਦੇ ਨੇ, ਜਿਹੜੇ ਉੱਥੇ ਦਰਸ਼ਨ ਕਰਨ ਆਉਂਦੇ ਨੇ ਮਿਊਜ਼ੀਅਮ ਦੇ, ਉਹਨਾਂ ਨੂੰ ਅਸੀਂ ਕੋਈ ਲਿਖਤੀ ਰੂਪ ਦੇ ਵਿੱਚ ਵੀ ਉਹਨਾਂ ਨੂੰ ਕੋਈ ਪੈਂਫਲੇਟ ਦੇ ਸੀ। ਉਹ ਫੋਲਡਰ ਬੀਬੀ ਜੀ ਨੂੰ ਮੈਂ ਕਹਿ ਕੇ ਕਹਿੰਦੇ ਵੀ ਬਤਾਉਂ ਸਾਹਿਬ ਤੁਸੀਂ ਉਹ ਕਰ ਸਕਦੇ। ਕਹਿੰਦੇ ਬਹੁਤ ਰਹੇ ਨੇ ਵੀ ਅਸੀਂ ਬਣਾਵਾਂਗੇ, ਪਰ ਮੈਂ ਆਪਣਾ ਇਹ ਧਰਮ ਸਮਝ, ਆਪਣੀ ਡਿਊਟੀ ਸਮਝੀ ਕਿ ਜਿੰਨੀ ਕੁ ਮੈਂ ਉਹ ਫੋਲਡਰ ਤਿਆਰ ਕਰ ਸਕਿਆ ਉਹਦੇ ਵਿੱਚ, ਉਹ ਹੁਣ ਜਿਹੜੇ ਸੈਲਾਨੀ ਉੱਥੇ ਆਉਂਦੇ ਨੇ ਦੇਖਣ ਵਾਲੇ, ਉਹਨਾਂ ਨੂੰ ਮੈਂ ਕਿਹਾ ਵਾ ਹੈਗਾ ਉੱਥੇ ਜਿਹੜਾ ਗਾਈਡ ਹੈ ਆਪਣਾ ਮੁੰਡਾ ਸੁਖਪਾਲ ਸਿੰਘ, ਕਿ ਤੁਸੀਂ ਇਹ ਜਿਹੜਾ ਫੋਲਡਰ ਹੈ ਹਰ ਇੱਕ ਨੂੰ ਤੁਸੀਂ ਦਿਓ ਤਾਂ ਕਿ ਪਤਾ ਲੱਗ ਸਕੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਜੀਵਨੀ ਬਾਰੇ ਤੇ ਇਸ ਮਿਊਜ਼ੀਅਮ ਬਾਰੇ। ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਔਰ ਆਖਰੀ ਸਵਾਲ ਇਹ ਹੈਗਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਉਹ ਬਹੁਤ ਖੂਬਸੂਰਤ ਮਿਊਜ਼ੀਅਮ ਬਣਿਆ ਹੋਇਆ, ਪਰ ਉੱਥੇ ਸੈਲਾਨੀਆਂ ਦੀ ਜਿਹੜੀ ਭਰਮਾਰ ਘੱਟ ਹੈਗੀ, ਘੱਟ ਆਉਂਦੇ ਹੈ, ਵਿਜ਼ਟਰ ਘੱਟ ਆ ਰਹੇ ਲਗਾਤਾਰ। ਔਰ ਉਸਦੇ ਨਾਲ ਹੀ ਤੁਸੀਂ PhD ਦੀ ਗੱਲ ਕੀਤੀ ਹੈ, ਤੁਸੀਂ ਯੂਨੀਵਰਸਿਟੀਆਂ ਦੇ ਵਿੱਚ MPhil ਰੱਖਣ ਦੀ, ਇਹਨਾਂ ਤੇ ਕਰਨ ਦੀ ਗੱਲ ਕੀਤੀ ਹੈ, ਪਰ ਉਹ ਇੱਕ ਪਾਰਟਿਕੂਲਰ ਮਤਲਬ ਕਿ ਸਕੇਲ ਤੇ ਜਾ ਕੇ ਬੱਚੇ ਜਿਹੜੇ ਨੇ ਸਟੂਡੈਂਟ, ਉਹ ਜਿਹੜੇ ਪੰਜਾਬੀ ਜਾਂ ਉਸ ਤਰ੍ਹਾਂ ਦੇ ਜਿਹੜੇ ਬੈਕਗਰਾਉਂਡ ਚ ਆਉਣਗੇ ਜਾਂ ਫਿਰ ਸਾਹਿਤ ਵੱਲ ਆਉਣਗੇ, ਉਹੀ ਸਟੂਡੈਂਟਸ ਕਰਨਗੇ। ਪਰ ਜਿੱਦਾਂ ਦੀ ਜੇ ਗੱਲ ਕਰੀਏ, ਸ਼ਹੀਦਾਂ ਦੀ ਗੱਲ ਕਰੀਏ, ਖਾਸ ਕਰਕੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਵਰਗੀ ਸ਼ਖਸੀਅਤਾਂ ਦੀ ਗੱਲ ਕਰੀਏ, ਐਡਾ ਮਿਊਜ਼ੀਅਮ ਕੋਲ ਬਣਿਆ ਹੋਇਆ ਹੈ, ਔਰ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ ਸਾਰਿਆਂ ਦੇ ਵਿਚਾਲੇ ਜੇ ਬੜੀ ਸੂਟੇਬਲ ਥਾਂ ਹੈਗੀ ਹੈ। ਬਾਵਜੂਦ ਉਸ ਦੇ ਜਿਹੜਾ ਛੋਟੇ ਬੱਚੇ, ਖਾਸ ਕਰਕੇ ਅੱਜ ਦੀ ਸਾਡੀ ਜਨਰੇਸ਼ਨ ਹੈਗੀ ਹੈ, ਉਹਨਾਂ ਨੂੰ ਆਪਣੇ ਸ਼ਹੀਦਾਂ ਜਾਂ ਆਪਣੀ ਸਾਹਿਤ ਨਾਲ ਜੋੜਨਾ, ਕਿਤਾਬਾਂ ਰਾਹੀਂ ਤਾਂ ਖੈਰ ਜੋੜਨਾ ਹੀ ਹੁੰਦਾ, ਪਰ ਨਾ ਕਰਕੇ ਕਹਿੰਦੇ ਵੀ ਕੌਮਾਂ ਪਿਛੜ ਜਾਂਦੀਆਂ ਜੋ ਆਪਣਾ ਇਤਿਹਾਸ ਭੁੱਲ ਜਾਣ। ਬਿਲਕੁਲ ਉਹਨਾਂ ਨੂੰ ਕਿਵੇਂ ਜੋੜਨਾ? ਉਹਦਾ ਇਹ ਦੇਖੋ, ਜਿਹੜੇ ਸਾਡੇ ਇੱਥੇ ਪੰਜਾਬ ਦੇ ਸਕੂਲ ਕਾਲਜ ਨੇ ਨਾ, ਦੇਖੋ ਮੈਂ ਵੀ ਮੁਖੀ ਰਿਹਾ ਸਕੂਲ, ਮੈਂ ਕਈ ਥਾਂ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਪਿਕਨਿਕ ਦੇ ਤੌਰ 'ਤੇ ਕਦੇ ਪੰਜੌਰ, ਕਦੇ ਭਾਖੜਾ ਡੈਮ ਜਾਂ ਕਿਤੇ ਹੋਰ ਲਿਜਾਂਦਾ ਰਿਹਾ। ਇਹ ਸਕੂਲਾਂ ਦੇ ਮੁਖੀਆਂ ਦਾ ਫਰਜ਼ ਬਣਦਾ ਹੈ ਜਾਂ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਕਿ ਇਸ ਮਿਊਜ਼ੀਅਮ ਨੂੰ ਦਿਖਾਉਣ ਵਾਸਤੇ ਉਹ ਹੰਭਲਾ ਮਾਰਨ, ਅਤੇ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਬਈ ਇਹ ਜਿਹੜਾ ਮਿਊਜ਼ੀਅਮ ਹੈ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਯਾਦ ਵਿੱਚ ਬਣਾਇਆ ਵਾ, ਕਿੰਨੀ ਮਹੱਤਵਪੂਰਨ ਥਾਂ ਹੈ ਇਹ, ਅਤੇ ਇਹ ਇੱਕ ਗੁਰਦੁਆਰੇ ਮੰਦਿਰ ਵਰਗੀ ਪਵਿੱਤਰ ਥਾਂ ਹੈ। ਔਰ ਬਹੁਤ ਜਿਹੜੇ ਇਸ ਤਰ੍ਹਾਂ ਦਾ ਕੰਮ ਜਿਹੜਾ ਉਹ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਹੋਰ ਸੰਸਥਾਵਾਂ ਨੇ, ਮੈਂ ਤਾਂ ਅਕਸਰ ਬੜਾ ਹੋਕਾ ਦਿੱਤਾ ਹੈ ਆਪਣਾ ਬਿੰਦੂ ਜੀ ਕਿ ਭਾਈ ਤੁਸੀਂ ਜਾ ਕੇ ਦੇਖੋ ਤਾਂ ਸਹੀ ਕਿ ਕਿੰਨਾ ਵਧੀਆ ਮਿਊਜ਼ੀਅਮ ਹੈ, ਤੁਸੀਂ ਦੇਖ ਕੇ ਉੱਥੇ ਕਿੰਨੀ ਕੁਦਰਤੀ ਪ੍ਰਕਿਰਤੀ ਬੜੀ ਕਮਾਲ ਦੀ ਉੱਥੇ। ਔਰ ਉਹਨਾਂ ਨੇ ਉਹਦੇ ਵਿੱਚ ਜਿਹੜੇ ਮਿਊਜ਼ੀਅਮ ਹੈ, ਇਕੱਲਾ ਮਿਊਜ਼ੀਅਮ ਹੀ ਨਹੀਂ ਹੈਗਾ, ਉਹਦੇ ਵਿੱਚ ਲਾਇਬ੍ਰੇਰੀ ਤੁਸੀਂ ਦੇਖੀ ਹੈ ਕਿ ਕਮਾਲ ਦੀ ਲਾਇਬ੍ਰੇਰੀ ਹੈ, ਸਾਰਾ ਕੁਝ ਉਹਨਾਂ ਨੇ ਸਾਂਭਿਆ ਹੈਗਾ। ਡਾਕਟਰ ਦੀਵਾਨ ਸਿੰਘ ਪਾਣੀ ਅੱਖਰ ਸਾਂਭਿਆ, ਉੱਥੇ ਖੂਬਸੂਰਤੀ ਕਿੰਨੇ ਫੁੱਲ ਬੂਟੇ ਉਹਨਾਂ ਨੇ ਕਿੰਨੇ ਵਧੀਆ ਢੰਗ ਨਾਲ ਜਿਹੜੀ ਉਹ ਬਣਾਇਆ ਵਾ। ਅਤੇ ਇਹ ਸਕੂਲਾਂ ਦੇ ਮੁਖੀਆਂ ਨੂੰ ਅਤੇ ਬਾਕੀ ਇਸ ਤਰ੍ਹਾਂ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਜਾਂ ਯੂਨੀਵਰਸਿਟੀ ਦੇ ਜਿਹੜੇ ਉੱਤੇ ਅਧਿਕਾਰੀ ਨੇ, ਉਹਨਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਉਸ ਮਿਊਜ਼ੀਅਮ ਦਾ ਦੇਖਣ ਵਾਸਤੇ ਇਹਨਾਂ ਨੇ ਪ੍ਰੇਰਨਾ ਦੇਣੀ ਚਾਹੀਦੀ, ਪ੍ਰੋਗਰਾਮ ਬਣਾਉਣੇ ਚਾਹੀਦੇ ਨੇ, ਤਾਂ ਕਿ ਉਸ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਮਿਊਜ਼ੀਅਮ ਨੇ, ਵਿਰਾਸਤ ਏ ਖਾਲਸਾ ਜਿਵੇਂ ਬਣਾਇਆ ਗਿਆ ਹੈਗਾ, ਔਰ ਇਹ ਵੀ ਮੈਂ ਤੁਹਾਨੂੰ ਦੱਸਿਆ ਵਿਰਾਸਤ ਏ ਖਾਲਸਾ ਦਾ ਜਿਹੜਾ ਆਰਕੀਟੈਕਚਰ ਸੀ ਨਾ, ਉਸੇ ਨੇ ਇਹ ਮਿਊਜ਼ੀਅਮ ਬਣਾਇਆ ਇੰਨੀ ਮਿਹਨਤ ਕਰਕੇ। ਯਾਰ ਜਿਹੜਾ ਤੁਸੀਂ ਦੇਖਦੇ ਉੱਥੇ ਜਿਹੜਾ ਉਹਨਾਂ ਦਾ ਆਦਮਕਦ ਬੁੱਤ ਬਣਾਇਆ ਗਿਆ, ਉਹ ਵੀ ਉਹਨਾਂ ਨੇ ਦੱਖਣ ਦਾ ਇੱਕ ਬਹੁਤ ਮਾਹਰ ਬੁੱਤ ਤਰਾਸ਼ ਉਹ ਤੋਂ ਬਣਾਇਆ। ਦੇਖੋ ਉਸ ਪਰਿਵਾਰ ਨੇ, ਮੈਂ ਹੈਰਾਨ ਹੈ ਕਿ ਕਿੰਨੀ ਲਗਨ ਨਾਲ, ਕਿੰਨੀ ਦ੍ਰਿੜਤਾ, ਕਿਉਂਕਿ ਸਰਜੀਤ ਸਿੰਘ ਢਿੱਲੋਂ ਨੂੰ ਬਹੁਤ ਸ਼ੌਕ ਸੀ, ਵਿਚਾਰੇ ਗੁਜ਼ਰ ਚੁੱਕੇ ਨੇ, ਅਤੇ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਇੱਕ ਵੱਖਰੀ ਕਿਸਮ ਦੀ, ਇੱਕ ਆਦਰਸ਼ਕ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਹ ਮਿਊਜ਼ੀਅਮ ਜਿਹੜਾ ਉਹਨਾਂ ਨੇ ਸਾਕਾਰ ਕੀਤਾ ਹੈ। ਸੋ ਇਸ ਕਰਕੇ ਸਾਨੂੰ ਸਾਰਿਆਂ ਲੋਕਾਂ ਨੂੰ, ਮੈਂ ਤਾਂ ਇਹਦੇ ਬਾਰੇ ਅਖਬਾਰਾਂ 'ਚ ਆਰਟੀਕਲ ਹੋਣੇ ਚਾਹੀਦੇ ਵੱਖੋ ਵੱਖ ਥਾਵਾਂ 'ਤੇ, ਤਾਂ ਕਿ ਲੋਕਾਂ ਨੂੰ ਵੀ ਪ੍ਰੇਰਨਾ ਮਿਲੇ ਵੀ
ਉੱਥੇ ਜਾ ਕੇ ਲੋਕ ਦਰਸ਼ਨ ਕਰ ਸਕਣ। ਉੱਥੇ ਮੁਕਾਬਲੇ ਕਰਾਏ ਜਾ ਸਕਦੇ ਹਨ, ਬੱਚਿਆਂ ਦੇ ਪੇਂਟਿੰਗ ਮੁਕਾਬਲਾ, ਕਵਿਤਾ ਮੁਕਾਬਲਾ, ਹੋਰ ਛੋਟੇ ਛੋਟੇ ਪ੍ਰੋਗਰਾਮ ਉੱਥੇ ਕਰਾਏ ਜਾ ਸਕਦੇ ਨੇ ਤਾਂ ਕਿ ਬੱਚਿਆਂ ਨੂੰ ਉੱਥੇ ਉਸ ਧਰਤੀ ਨਾਲ ਮੋਹ ਪੈਦਾ ਹੋਵੇ ਜੀ। ਕਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਰ ਸਕਦੇ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਓਕੇ, ਧੰਨਵਾਦ। ਇਹ ਸਾਡੇ ਨਾਲ ਸੀਗੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ ਜੀ, ਜਿਨ੍ਹਾਂ ਦੇ ਬਹੁਤ ਨੇੜਤਾ ਹੈਗੀ ਉਸ ਪਰਿਵਾਰ ਦੇ ਨਾਲ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ ਦੇ ਪਰਿਵਾਰ ਦੇ ਨਾਲ। ਬਹੁਤ ਸੋਹਣੀਆਂ ਗੱਲਾਂ ਕੀਤੀਆਂ ਉਹਨਾਂ ਨੇ, ਖਾਸ ਕਰਕੇ ਕਿਹਾ ਕਿ ਇਹੋ ਜਿਹੇ ਸ਼ਹੀਦਾਂ ਨੂੰ ਸਾਂਭਣ ਵਾਸਤੇ ਉਹਨਾਂ ਦੀਆਂ ਯਾਦਗਾਰਾਂ ਜ਼ਿਆਦਾ ਤੋਂ ਜ਼ਿਆਦਾ ਬਣਨੀਆਂ ਚਾਹੀਦੀਆਂ, ਔਰ ਖਾਸ ਕਰਕੇ ਕਿਉਂਕਿ ਇੱਦਾਂ ਦੇ ਸ਼ਹੀਦ ਜਿਹੜੇ ਵੀ ਨੇ ਉਹ ਇੱਕ ਕੌਮ ਦੇ ਨਹੀਂ ਹੁੰਦੇ, ਇੱਕ ਖਿੱਤੇ ਦੇ ਵੀ ਨਹੀਂ ਹੁੰਦੇ, ਉਹ ਸਾਂਝੇ ਹੁੰਦੇ ਨੇ। ਇਸ ਕਰਕੇ ਉਹਨਾਂ ਦੇ ਬਾਰੇ, ਉਹਨਾਂ ਦੇ ਜੀਵਨੀ ਬਾਰੇ ਅੱਜ ਦੀ ਜਨਰੇਸ਼ਨ ਨੂੰ, ਅੱਜ ਦੀ ਜਿਹੜੀ ਪੌਧ ਹੈਗੀ ਹੈ, ਉਹਨਾਂ ਨੂੰ ਜੋੜਨਾ ਬਹੁਤ ਜ਼ਰੂਰੀ ਹੈ। ਔਰ ਉਹਦੇ ਲਈ ਸਕੂਲਾਂ ਕਾਲਜਾਂ ਨੂੰ, ਮਾਪਿਆਂ ਨੂੰ ਸਾਹਿਤ ਨੂੰ ਸਾਂਭਣਾ ਵੀ ਚਾਹੀਦਾ ਤੇ ਉਹਨਾਂ ਨੂੰ ਦਿਖਾਉਣਾ ਵੀ ਚਾਹੀਦਾ। ਚੰਡੀਗੜ੍ਹ ਦੇ ਬਹੁਤ ਨੇੜੇ ਹੈ, ਇਹ ਕਹਿ ਸਕਦੇ ਹਾਂ ਕਿ 2 ਕਦਮ ਤੇ ਹੈ, ਬਿਲਕੁਲ 2 ਕਦਮ ਤੇ ਹੈ। ਜਾਣਾ ਚਾਹੀਦਾ ਔਰ ਆਪਣੇ ਪਰਿਵਾਰਾਂ ਨੂੰ ਲੈ ਕੇ ਜਾਣਾ ਚਾਹੀਦਾ ਉੱਥੇ। ਔਰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਵਰਗੀ ਸ਼ਖਸੀਅਤ ਜਿਹੜੇ ਇਹੋ ਜਿਹੇ ਸ਼ਹੀਦ ਸੀਗੇ, ਕਿਵੇਂ ਉਹਨਾਂ ਨੇ ਉੱਥੇ ਕਾਲੇ ਪਾਣੀ ਜਾ ਕੇ ਆਪਣੀਆਂ ਜ਼ਿੰਦਗੀਆਂ ਹੰਡਾਈਆਂ ਤੇ ਉਹਦੇ ਬਾਅਦ ਸ਼ਹਾਦਤਾਂ ਦਿੱਤੀਆਂ, ਉਸਦੇ ਬਾਰੇ ਜ਼ਰੂਰ ਜਾ ਕੇ ਉੱਥੇ ਦੇਖਣਾ, ਸੁਣਨਾ ਔਰ ਉਸਨੂੰ ਜਿਉਣਾ ਚਾਹੀਦਾ ਹੈ। ਮੇਰੇ ਨਾਲ ਕੈਮਰੇ ਤੇ ਸੀਗੇ ਸਰਬਜੀਤ ਸਿੰਘ। ਮੈਨੂੰ ਤੇ ਮੇਰੇ ਕੈਮਰਾ ਪਰਸਨ ਸਰਬਜੀਤ ਸਿੰਘ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।